ਹਾਲੇਲੂਇਆ। ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਪ੍ਰਾਪਤ ਹੋਵੇ। ਪਰਮੇਸ਼ਵਰ ਤੁਹਾਨੂੰ ਘਰਾਂ ਪਰਿਵਾਰਾਂ ਦੇ ਵਿੱਚ ਸ਼ਾਂਤੀ ਦੇਵੇ, ਤੁਹਾਡੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਦੇਵੇ। ਔਰ ਉਮੀਦ ਕਰਦੇ ਹਾਂ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਸੁਰੱਖਿਅਤ ਹੋ ਔਰ ਖੁਦਾਵੰਦ ਦੀ ਹਜ਼ੂਰੀ ਦਾ ਆਨੰਦ ਮਾਣਦੇ ਆ। ਵਿਸ਼ਵਾਸ ਕਰਦੇ ਹਾਂ ਤੁਸੀਂ ਆਰਾਧਨਾ ਦੇ ਵਿੱਚ ਖੁਦਾਵੰਦ ਦੀ ਹਜ਼ੂਰੀ ਨੂੰ ਮਹਿਸੂਸ ਕੀਤਾ ਆ ਔਰ ਆਨੰਦ ਲਿਆ ਆ। ਹੁਣ ਵੇਲਾ ਪੁੱਜਿਆ ਆ ਖੁਦਾਵੰਦ ਦੇ ਪਵਿੱਤਰ ਕਲਾਮ ਨੂੰ ਸੁਣਨ ਦਾ, ਸਮਝਣ ਦਾ ਤੇ ਉਹਦੇ ਅਨੁਸਾਰ ਚੱਲਣ ਦਾ। ਕਿਉਂਕਿ ਕਲਾਮ ਨੂੰ ਸੁਣਨ ਦਾ ਫਾਇਦਾ ਹੀ ਤਾਂ ਆ ਕਿ ਜੇ ਅਸੀਂ ਇਹਦੇ ਅਨੁਸਾਰ ਚੱਲਣਾ ਆ। ਜੇ ਇਹਦੇ ਅਨੁਸਾਰ ਚੱਲਣਾ ਨਹੀਂ ਹੈ ਤੇ ਸਾਨੂੰ ਸੁਣਨ ਦਾ ਵੀ ਕੋਈ ਬੈਨੀਫਿਟ ਨਹੀਂ ਹੈਗਾ। ਤੇ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਣਾ ਚਾਹੁੰਦਾ ਹਾਂ ਕਿ ਅਗਰ ਇਹਦੇ ਅਨੁਸਾਰ ਚੱਲਣਾ ਆ ਤੇ ਜ਼ਰੂਰ ਆ ਇਹਨੂੰ ਫਿਰ ਤੁਸੀਂ ਸੁਣੋ, ਕਿਉਂਕਿ ਸੁਣਨਾ ਫਿਰ ਖੁਦਾ ਦੇ ਵਚਨ ਤੋਂ ਹੀ ਆਉਂਦਾ ਆ। ਬਾਈਬਲ ਕਹਿੰਦਾ ਆਤਮਿਕ ਗੱਲਾਂ ਨੂੰ ਸੁਣਨਾ, ਆਤਮਿਕ ਗੱਲਾਂ ਨੂੰ ਸਿੱਖਣਾ ਔਰ ਆਤਮਿਕ ਗੱਲਾਂ ਨੂੰ ਗ੍ਰਹਿਣ ਕਰਨਾ ਇਹ ਖੁਦਾਵੰਦ ਦੇ ਵਚਨ ਤੋਂ ਹੀ ਆਉਂਦਾ ਹੈ। ਜਿਹੜਾ ਬੰਦਾ ਖੁਦਾਵੰਦ ਦੇ ਵਚਨ ਨੂੰ ਪੜ੍ਹਦਾ ਹੈ ਉਹੀ ਬੰਦਾ ਕਿਸੇ ਆਤਮਿਕ ਬੰਦੇ ਦੀ ਗੱਲ ਨੂੰ ਸਮਝ ਸਕਦਾ ਹੈ, ਸੁਣ ਸਕਦਾ ਹੈ ਤੇ ਗ੍ਰਹਿਣ ਕਰ ਸਕਦਾ ਹੈ। ਕਿਉਂਕਿ ਜਿਹਨੂੰ ਵਚਨ ਪੜ੍ਹਨ ਦੀ ਆਦਤ ਨਹੀਂ ਹੈ, ਵਚਨ ਨੂੰ ਸੁਣਨ ਦੀ ਆਦਤ ਨਹੀਂ ਹੈ, ਵਚਨ ਨੂੰ ਗ੍ਰਹਿਣ ਕਰਨ ਦੀ ਆਦਤ ਨਹੀਂ ਹੈ ਤੇ ਮੁਸ਼ਕਿਲ ਹੈ ਉਹ ਕਿਸੇ ਆਪਣੇ ਆਤਮਿਕ ਬੰਦੇ ਦੀ ਗੱਲ ਨੂੰ ਸਮਝ ਸਕਦਾ ਹੈ ਜਾਂ ਸੁਣ ਸਕਦਾ ਹੈ ਜਾਂ ਉਹਨੂੰ ਗ੍ਰਹਿਣ ਕਰ ਸਕਦਾ ਹੈ। ਹਾਲੇਲੂਇਆ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ। ਵਚਨ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਖੁਦਾਵੰਦ ਦੇ ਹੱਥਾਂ ਦੇ ਵਿੱਚ ਦੇਈਏ। ਸਭ ਆਪਣੀਆਂ ਅੱਖਾਂ ਨੂੰ ਬੰਦ ਕਰੀਏ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀਆਂ ਜ਼ਿੰਦਗੀਆਂ 'ਚ ਬਖਸ਼ਿਆ। ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪਿਤਾ ਜੀ। ਔਰ ਅਸੀਂ ਚਾਹੁੰਦੇ ਹਾਂ ਕਿ ਹੁਣ ਤੁਹਾਡਾ ਪਵਿੱਤਰ ਆਤਮਾ ਖੁਦਾ ਬਾਪ ਸਾਡੇ ਸਾਰਿਆਂ ਦੀ ਮਦਦ ਕਰ ਦੇਵੇ। ਤੁਹਾਡੇ ਬੰਦੇ ਦੀ ਬੋਲਣ 'ਚ, ਤੁਹਾਡੇ ਲੋਕਾਂ ਦੀ ਸੁਣਨ ਸਮਝਣ 'ਚ ਮਦਦ ਕਰੇ ਤਾਂ ਜੋ ਵਚਨ ਜਦ ਖੋਲਿਆ ਜਾਵੇ, ਵਚਨ ਜਦ ਬੋਲਿਆ ਜਾਵੇ ਤੇ ਸੁਣਨ ਵਾਲੀਆਂ ਜ਼ਿੰਦਗੀਆਂ ਨਿਹਾਲ ਹੋਣ। ਮੇਰੇ ਪ੍ਰਭੂ ਜੀ ਅੱਜ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰੋ। ਵਚਨ ਦੇ ਦੁਆਰਾ ਸਾਡੀਆਂ ਕਮੀਆਂ ਤੋਂ ਸਾਨੂੰ ਜਾਣੂ ਕਰਵਾਓ ਔਰ ਬਲ ਬਖਸ਼ੋ ਖੁਦਾਵੰਦ ਕਿ ਉਹਨਾਂ ਕਮੀਆਂ ਨੂੰ ਅਸੀਂ ਦੂਰ ਵੀ ਕਰ ਸਕੀਏ। ਮੇਰੇ ਖੁਦਾ ਬਾਪ ਤੁਹਾਡਾ ਸ਼ੁਕਰ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ ਮੇਰੇ ਪ੍ਰਭੂ। ਔਰ ਖੁਦਾਵੰਦ ਸਾਨੂੰ ਇੱਕ ਆਤਮਿਕ ਜ਼ਿੰਦਗੀ ਬਖਸ਼ ਦਿਓ। ਪਵਿੱਤਰ ਆਤਮਾ ਦਾ ਅਧਿਕਾਰ ਚਾਹੁੰਦੇ ਆਪਣੀ ਜ਼ਿੰਦਗੀ ਦੇ ਉੱਪਰ। ਕਮੀਆਂ, ਕਮਜ਼ੋਰੀਆਂ, ਬਾਂਦੀਆਂ, ਪਰੇਸ਼ਾਨੀਆਂ ਨੂੰ ਦੂਰ ਕਰ ਦਿਓ ਮੇਰੇ ਪ੍ਰਭੂ। ਤੁਹਾਡਾ ਨਾਮ ਮੁਬਾਰਕ ਹੋ ਜਾਵੇ ਮੇਰੇ ਪ੍ਰਭੂ। ਧੰਨਵਾਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ। ਸ਼ੁਕਰ ਕਰਦੇ ਹਾਂ ਪ੍ਰਾਰਥਨਾ ਨੂੰ ਸੁਣਨ ਦੇ ਲਈ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਉਮੀਦ ਕਰਦੇ ਹਾਂ ਵੀ ਤੁਸੀਂ ਆਤਮਿਕ ਤਰੱਕੀ ਲੈਣ ਦੇ ਲਈ ਤਿਆਰ ਆ। ਖੁਦਾਵੰਦ ਦੇ ਵਚਨ ਦੀ ਪਿਆਸੇ ਹੋ, ਕਿਉਂਕਿ ਖੁਦਾਵੰਦ ਦਾ ਵਚਨ ਹੀ ਹੈ ਜਿਹੜਾ ਸਾਡੀਆਂ ਜ਼ਿੰਦਗੀਆਂ ਨੂੰ ਤਰੋਤਾਜ਼ਾ ਕਰ ਦਿੰਦਾ। ਖੁਦਾਵੰਦ ਦਾ ਵਚਨ ਹੀ ਹੈ ਜਿਹੜਾ ਸਾਡੀਆਂ ਜ਼ਿੰਦਗੀਆਂ ਨੂੰ ਤਰਾਸ਼ ਦਿੰਦਾ। ਵਚਨ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹੈ। ਜੇ ਵਚਨ ਜ਼ਰੂਰੀ ਨਾ ਹੁੰਦਾ ਤੇ ਸਾਡੇ ਤੱਕ ਪਹੁੰਚਾਇਆ ਨਾ ਜਾਂਦਾ। ਇਹ ਜ਼ਰੂਰੀ ਆ ਇਹਨੂੰ ਪੜ੍ਹਨਾ, ਇਹਨੂੰ ਸਮਝਣਾ ਔਰ ਇਹਨੂੰ ਸੁਣਨਾ। ਇਸੇ ਲਈ ਤੁਹਾਡੇ ਮੇਰੇ ਤੱਕ ਪਹੁੰਚਾਇਆ ਗਿਆ ਆ। ਔਰ ਜਿਹਦੀ ਜ਼ਿੰਦਗੀ ਦੇ ਵਿੱਚ ਬਾਈਬਲ ਆ ਉਹ ਬੰਦਾ ਹਰ ਇੱਕ ਪਰੇਸ਼ਾਨੀ ਦਾ ਬੜੀ ਹੀ ਆਰਾਮ ਦੇ ਨਾਲ ਸਾਹਮਣਾ ਕਰ ਸਕਦਾ ਹੈ। ਜਿਸ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਖੁਦਾਵੰਦ ਦਾ ਵਚਨ ਨਹੀਂ ਹੈ ਜਾਂ ਵਚਨ ਦੇ ਨਾਲ ਸਮੇਂ ਨਹੀਂ ਹੈ ਔਰ ਉਹਦੀ ਜ਼ਿੰਦਗੀ ਦੇ ਵਿੱਚ ਅਗਰ ਦੁੱਖ ਪਰੇਸ਼ਾਨੀ ਆ ਵੀ ਜਾਂਦੀ ਆ, ਉਸ ਦੁੱਖ ਪਰੇਸ਼ਾਨੀ ਦਾ ਉਹਦੇ ਅੰਦਰ ਬਲ ਨਹੀਂ ਹੁੰਦਾ ਕਿ ਉਹਦਾ ਸਾਹਮਣਾ ਕਰ ਸਕੇ। ਹਾਲੇਲੂਇਆ। ਇਸੇ ਲਈ ਬਾਈਬਲ ਨੂੰ ਪੜ੍ਹਨਾ ਔਰ ਇਹਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਹਨੂੰ ਗ੍ਰਹਿਣ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਜੋ ਮੁਸੀਬਤ ਆ ਵੀ ਜਾਵੇ ਤੇ ਅਸੀਂ ਉਹਦਾ ਸਾਹਮਣਾ ਕਰ ਸਕੀਏ। ਕਿਉਂਕਿ ਬਾਈਬਲ ਕਹਿੰਦਾ ਧਰਮੀ ਜਨ ਤੇ ਵਿਪਤਾ ਤਾਂ ਆਉਣਗੀਆਂ ਪਰ ਖੁਦਾ ਉਹਦੇ ਵਿੱਚੋਂ ਉਹਨੂੰ ਕੱਢ ਲੇਗਾ। ਹਾਲੇਲੂਇਆ। ਖੁਦਾ ਉਹਦੇ ਵਿੱਚੋਂ ਉਹਨੂੰ ਕੱਢ ਲੇਗਾ। ਪਰ ਇਹ ਨਹੀਂ ਲਿਖਿਆ ਕਿ ਧਰਮੀ ਬੰਦੇ ਤੇ ਵਿਪਤਾ ਨਹੀਂ ਆਉਣਗੀਆਂ। ਜਦ ਮਸੀਹ ਦੇ ਵਿੱਚ ਆ ਗਏ ਤੁਸੀਂ ਤਾਂ ਤੇ ਪਰੇਸ਼ਾਨੀ ਨਹੀਂ ਆਣੀ, ਆ ਸਕਦੀ ਹੈ ਪਰ ਬਾਈਬਲ ਕਹਿੰਦਾ ਖੁਦਾ ਉਹਦੇ ਵਿੱਚੋਂ ਤੁਹਾਨੂੰ ਕੱਢ ਲੇਗਾ। ਔਰ ਕਦੀ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦਿਖਾਵੇ ਦਾ ਜੀਵਨ ਨਹੀਂ ਆਪਾਂ ਜੀਉਣਾ। ਅਸੀਂ ਦਿਖਾਵੇ ਦਾ ਜੀਵਨ ਨਹੀਂ ਜੀਉਣਾ ਹੈਗਾ ਮਸੀਹ ਦੇ ਵਿੱਚ। ਇਹ ਨਾ ਹੋਵੇ ਕਿ ਅਸੀਂ ਮੁਰਦਾ ਹੋਈਏ ਆਤਮਿਕ ਤੌਰ ਤੇ ਔਰ ਜਿਉਂਦੇਪਨ ਦੀਆਂ ਗੱਲਾਂ ਅਸੀਂ ਦੱਸਦੇ ਹੋਈਏ, ਖੁਦ ਅਸੀਂ ਆਤਮਾ ਦੇ ਵਿੱਚ ਮੁਰਦੇ ਹੋਈਏ। ਅਗਰ ਇਸ ਰੀਤੀ ਦੇ ਨਾਲ ਜੀਵਨ ਜੀਵਾਂਗੇ ਤਾਂ ਬਹੁਤ ਕੰਮ ਖਰਾਬ ਹੈ ਸਾਡਾ। ਅਸੀਂ ਬਰਕਤਾਂ ਤੋਂ ਵਾਂਝੇ ਹੋ ਸਕਦੇ ਹਾਂ, ਅਸੀਂ ਆਸ਼ੀਸ਼ਾਂ ਤੋਂ ਵਾਂਝੇ ਹੋ ਸਕਦੇ ਹਾਂ, ਖੁਦਾਵੰਦ ਦੀ ਹਜ਼ੂਰੀ ਤੋਂ ਵਾਂਝੇ ਹੋ ਸਕਦੇ ਹਾਂ, ਪਵਿੱਤਰ ਆਤਮਾ ਦੀ ਜੋ ਭਰਪੂਰੀ ਆ, ਪਵਿੱਤਰ ਆਤਮਾ ਦਾ ਜੋ ਆਨੰਦ ਹੈ ਅਸੀਂ ਉਹ ਤੋਂ ਵਾਂਝੇ ਹੋ ਸਕਦੇ ਹਾਂ। ਹਾਲੇਲੂਇਆ। ਜੇ ਉਹ ਦੇਣਾ ਜਾਣਦਾ ਤੇ ਉਹ ਲੈਣਾ ਵੀ ਜਾਣਦਾ ਹੈ। ਹਾਲੇਲੂਇਆ। ਔਰ ਜੇ ਅਸੀਂ ਚਾਹੁੰਦੇ ਹਾਂ ਵੀ ਜੋ ਸਾਨੂੰ ਮਿਲਿਆ ਉਹ ਸਾਡੇ ਕੋਲ ਬਣਿਆ ਰਵੇ, ਸਾਡੇ ਕੋਲ ਠਹਿਰਿਆ ਰਵੇ ਔਰ ਉਹਦੇ ਵਿੱਚ ਵਾਧਾ ਹੁੰਦਾ ਰਵੇ ਤੇ ਸਾਨੂੰ ਜ਼ਰੂਰਤ ਆ ਆਤਮਾ ਦੇ ਵਿੱਚ ਜਾਗਣ ਦੀ।
ਤੇ ਜ਼ਰੂਰਤ ਹੈ ਸਾਨੂੰ ਇੱਕ ਓਰੀਜਨੈਲਿਟੀ ਦੀ ਜ਼ਿੰਦਗੀ ਜੀਣ ਦੀ, ਜੋ ਓਰੀਜਨਲ ਆ। ਸਾਨੂੰ ਇੱਕ ਦਿਖਾਵਾ ਕਰਨ ਦੀ ਜ਼ਰੂਰਤ ਨਹੀਂ ਹੈ। ਸਾਨੂੰ ਇੱਕ ਟਾਈਮ ਪਾਸ ਕਰਨ ਵਾਲੇ ਕ੍ਰਿਸਚਨ ਬਣਨ ਦੀ ਜ਼ਰੂਰਤ ਨਹੀਂ ਹੈ। ਬਾਈਬਲ ਕਹਿੰਦਾ ਹੁਣ ਵੇਲਾ ਆ ਗਿਆ ਆ ਨੀਂਦਰ ਤੋਂ ਜਾਗਣ ਦਾ। ਹੁਣ ਹਨੇਰੇ ਦੇ ਕੰਮ ਕਹਿੰਦਾ ਛੱਡ ਦਈਏ, ਹੁਣ ਚਾਨਣ ਦੇ ਵਿੱਚ ਚੱਲੀਏ ਜਿੱਦਾਂ ਦਿਨੇ ਚੱਲੀਦਾ ਆ। ਹੁਣ ਛੱਡ ਦਈਏ ਕਹਿੰਦਾ ਝੂਠ ਬੋਲਣਾ, ਹੁਣ ਛੱਡ ਦਈਏ ਨਸ਼ਾ ਕਰਨਾ, ਹੁਣ ਛੱਡ ਦਈਏ ਹਰਾਮਕਾਰੀ ਕਰਨਾ। ਕਹਿੰਦਾ ਯਿਸੂ ਮਸੀਹ ਨੂੰ ਪਹਿਨ ਲਵੋ ਤੇ ਸਰੀਰ ਦੇ ਵਿਸ਼ੇ ਨੂੰ ਕਦੀ ਵੀ ਤੁਸੀਂ ਪੂਰਾ ਨਹੀਂ ਕਰਨਾ। ਜਦੋਂ ਯਿਸੂ ਮਸੀਹ ਨੂੰ ਪਹਿਨ ਲਿਆ, ਫਿਰ ਤੁਹਾਨੂੰ ਜਿਹੜੀਆਂ ਸਰੀਰਕ ਅਭਿਲਾਸ਼ਾਵਾਂ ਤੰਗ ਕਰਦੀਆਂ ਆ, ਫਿਰ ਇਹਨਾਂ ਨੇ ਤੁਹਾਨੂੰ ਤੰਗ ਕਰਨਾ ਬੰਦ ਕਰ ਦੇਣਾ ਆ। ਉਦੋਂ ਬੰਦ ਕਰਨਾ ਜਦੋਂ ਤੁਸੀਂ ਯਿਸੂ ਮਸੀਹ ਨੂੰ ਆਪਣੇ ਉੱਪਰ ਓੜ ਲਿਆ। ਹਾਲੇਲੂਇਆ। ਬਾਈਬਲ ਕਹਿੰਦਾ ਯਿਸੂ ਮਸੀਹ ਨੂੰ ਪਹਿਨ ਲਓ ਆਪਣੇ ਉੱਪਰ। ਜਦੋਂ ਤੁਸੀਂ ਬਪਤਿਸਮਾ ਲੈਂਦੇ ਇਟ ਮੀਨਸ ਅਸੀਂ ਯਿਸੂ ਮਸੀਹ ਨੂੰ ਪਹਿਨ ਲੈਂਦੇ ਆ। ਨਵਾਂ ਜੀਵਨ ਇਸੇ ਲਈ ਸਾਡਾ ਹੁੰਦਾ ਹੈ ਕਿ ਅਸੀਂ ਉਦੋਂ ਯਿਸੂ ਮਸੀਹ ਨੂੰ ਪਹਿਨ ਲੈਂਦੇ ਆ, ਯਿਸੂ ਮਸੀਹ ਨੂੰ ਅਪਣਾ ਲੈਂਦੇ ਆ। ਹਾਲੇਲੂਇਆ। ਕਈ ਲੋਕ ਮਸੀਹ ਦੇ ਵਿੱਚ ਇਸ ਤਰ੍ਹਾਂ ਦੇ ਵੀ ਆ ਜਿਹੜੇ ਲੋਕ ਦਿਖਾਵਾ ਇਸ ਰੀਤੀ ਦੇ ਨਾਲ ਕਰਦੇ ਆ ਕਿ ਉਹ ਬਹੁਤ ਜ਼ਿਆਦਾ ਸਪਿਰਚੁਅਲ ਨੇ, ਬਹੁਤ ਜ਼ਿਆਦਾ ਆਤਮਿਕ ਨੇ, ਪਰ ਅਗਰ ਤੁਸੀਂ ਉਹਨਾਂ ਦੀ ਨਜ਼ਦੀਕੀ ਦੇ ਵਿੱਚ ਜਾਓ, ਉਹਨਾਂ ਦੇ ਕਰੀਬ ਜਾਓ, ਤੇ ਫਿਰ ਤੁਹਾਨੂੰ ਪਤਾ ਲੱਗਦਾ ਆ ਕਿ ਉਹਨਾਂ ਦੀ ਜ਼ਿੰਦਗੀ ਇੱਕ ਖਾਲੀ ਖੋਖਲੇ ਬਰਤਨ ਦੀ ਤਰ੍ਹਾਂ ਆ, ਕਿ ਸਿਰਫ ਇੱਕ ਦਿਖਾਵੇ ਵਾਲਾ ਜੀਵਨ ਹੈ ਕਿ ਇਹ ਬੰਦਾ ਮਸੀਹ ਆ ਜਾਂ ਇਹ ਬੰਦਾ ਆਤਮਿਕ ਹੈ। ਕਈ ਲੋਕਾਂ ਨੇ ਤਾਂ ਪਵਿੱਤਰ ਆਤਮਾ ਪਾਇਆ, ਪਰ ਅੱਜ ਉਹਨਾਂ ਦੀ ਜ਼ਿੰਦਗੀਆਂ 'ਚ ਪਵਿੱਤਰ ਆਤਮਾ ਹੈ ਨਹੀਂ, ਪਵਿੱਤਰ ਆਤਮਾ ਕੰਮ ਨਹੀਂ ਕਰਦਾ ਪਿਆ, ਜਾਂ ਪਵਿੱਤਰ ਆਤਮਾ ਉਹਨਾਂ ਤੋਂ ਨਾਰਾਜ਼ ਹੋਇਆ ਆ ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਹਾਲੇਲੂਇਆ। ਅਸੀਂ ਆਪਣੇ ਆਪ ਨੂੰ ਭਰਨ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਆਪਣੇ ਆਪ ਨੂੰ ਫਿਰ ਦੁਬਾਰਾ ਤੋਂ ਫਿਲ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਯਿਸੂ ਮਸੀਹ ਹੀ ਹੈ ਜਿਹੜੇ ਸਾਨੂੰ ਅੱਜ ਵੀ ਮੌਕਾ ਦਿੰਦੇ, ਜਿਹੜੇ ਬਾਰ-ਬਾਰ ਸਾਨੂੰ ਮੌਕਾ ਦਿੰਦੇ ਆ ਕਿ ਅਸੀਂ ਅੱਜ ਵੀ ਬਚ ਜਾਈਏ, ਅੱਜ ਵੀ ਬਚ ਜਾਈਏ, ਅਸੀਂ ਅੱਜ ਵੀ ਪੁਰਾਣੀਆਂ ਆਦਤਾਂ ਛੱਡ ਦਈਏ, ਅਸੀਂ ਅੱਜ ਵੀ ਪਾਪ ਛੱਡ ਦਈਏ। ਇੱਕ ਯਿਸੂ ਮਸੀਹ ਹੀ ਆ ਜਿਹੜੇ ਸਾਡੀ ਤੌਬਾ ਨੂੰ ਸਵੀਕਾਰ ਕਰਦੇ ਆ। ਯਿਸੂ ਮਸੀਹ ਹੀ ਆ ਜੋ ਸਾਡੇ ਪਛਤਾਵੇ ਨੂੰ ਸਵੀਕਾਰ ਕਰਦੇ ਆ। ਯਿਸੂ ਮਸੀਹ ਹੀ ਆ ਜਿਹੜਾ ਸਾਨੂੰ ਅਸੀਂ ਡਿੱਗ ਜਾਂਦੇ ਆ, ਫਿਰ ਤੋਂ ਖੜੇ ਹੋ ਕੇ ਅਸੀਂ ਖੁਦਾ ਦੇ ਸਾਹਮਣੇ ਜਾਂਦੇ ਆ, ਉਹ ਫਿਰ ਵੀ ਸਾਨੂੰ ਗਲੇ ਲਗਾਉਂਦੇ ਆ। ਹਾਲੇਲੂਇਆ। ਔਰ ਬਾਈਬਲ ਦੇ ਵਿੱਚ ਅਸੀਂ ਕੁਝ ਗੱਲਾਂ ਸਿੱਖਣੀਆਂ ਆ, ਸਮਝਣੀਆਂ ਆ ਤੇ ਕੁਝ ਜਾਣਨ ਦੀ ਕੋਸ਼ਿਸ਼ ਕਰਨੀ ਆ, ਤਾਂ ਜੋ ਆਤਮਿਕ ਤਰੱਕੀ ਹੋਵੇ, ਤਾਂ ਜੋ ਕੁਝ ਗਹਿਰੀਆਂ ਗੱਲਾਂ ਜਿਹੜੀਆਂ ਅਸੀਂ ਸਿੱਖ ਲਈਏ। ਖੁਦਾਵੰਦ ਨੇ ਸਾਨੂੰ ਕੰਮ ਸੌਂਪੇ ਨੇ ਪਰ ਅਸੀਂ ਕੀਤੇ ਨਹੀਂ। ਅਸੀਂ ਸ਼ੁਰੂਆਤ ਦੇ ਵਿੱਚ ਤਾਂ ਬਹੁਤ ਅੱਛੀ ਰੀਤੀ ਦੇ ਨਾਲ ਕੰਮ ਕੀਤਾ ਖੁਦਾ ਦਾ, ਪਰ ਅੱਜ ਸਾਡਾ ਉਹ ਜ਼ੋਰ ਕਿੱਥੇ ਆ, ਅੱਜ ਸਾਡਾ ਉਹ ਬਲ ਕਿੱਥੇ ਆ, ਅੱਜ ਸਾਡੀ ਉਹ ਤਾਕਤ ਕਿੱਥੇ ਆ, ਅੱਜ ਸਾਡੀ ਉਹ ਲਗਨ ਕਿੱਥੇ ਆ ਜੋ ਪਹਿਲਾਂ ਸੀ। ਹਾਲੇਲੂਇਆ। ਇਸੇ ਗੱਲ ਦੇ ਉੱਪਰ ਧਿਆਨ ਦੇਣਾ ਹੈ। ਉਹਨਾਂ ਲੋਕਾਂ ਦੇ ਲਈ ਹੀ ਵਚਨ ਅੱਜ ਦਾ, ਜਿਹੜੇ ਲੋਕ ਪਹਿਲਾਂ ਖੁਦਾ ਦਾ ਕੰਮ ਕਰਦੇ ਸੀ ਔਰ ਅੱਜ ਬੜੇ ਆਰਾਮ ਦੇ ਨਾਲ ਬੈਠੇ, ਔਰ ਉਹ ਲੋਕ ਜਿਨ੍ਹਾਂ ਨੇ ਪਹਿਲਾਂ ਪਵਿੱਤਰ ਆਤਮਾ ਪਾਇਆ ਸੀ ਔਰ ਅੱਜ ਪਵਿੱਤਰ ਆਤਮਾ ਪਾ ਕੇ ਵੀ ਬੜੇ ਆਰਾਮ ਦੇ ਨਾਲ ਬੈਠੇ। ਪਵਿੱਤਰ ਆਤਮਾ ਬੈਠਣ ਨਹੀਂ ਦਿੰਦਾ ਬੰਦੇ ਨੂੰ। ਅਗਰ ਤੁਸੀਂ ਸਹੀ ਆਤਮਾ ਪਾਇਆ ਹੈ ਤਾਂ ਉਹ ਤੁਹਾਨੂੰ ਬੈਠਣ ਨਹੀਂ ਦੇਗਾ, ਕਿਉਂਕਿ ਬਾਈਬਲ ਕਹਿੰਦਾ ਦਲੇਰੀ ਦਾ ਆਤਮਾ ਹੈ ਔਰ ਇਹ ਜ਼ੋਰ ਦਾ ਆਤਮਾ ਹੈ, ਇਹ ਤਾਕਤ ਵਾਲਾ ਆਤਮਾ ਹੈ, ਸ਼ੈਤਾਨ ਦੀਆਂ ਕੰਮਾਂ ਤੇ ਫਤਿਹ ਪਾਉਣ ਵਾਲਾ ਆਤਮਾ ਹੈ। ਇਹਨੇ ਤੁਹਾਨੂੰ ਬੈਠਣ ਨਹੀਂ ਦੇਣਾ, ਇਹਨੇ ਤੁਹਾਨੂੰ ਟਿਕਣ ਨਹੀਂ ਦੇਣਾ। ਪਰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਪਵਿੱਤਰ ਆਤਮਾ ਪਾਏ ਹੋਏ ਆ ਤੇ ਔਰ ਤੁਸੀਂ ਆਰਾਮ ਦੇ ਨਾਲ ਬੈਠੇ ਆ, ਜਦੋਂ ਦਿਲ ਕਰਦਾ ਪ੍ਰਾਰਥਨਾ ਕਰਦੇ, ਜਦੋਂ ਦਿਲ ਕਰਦਾ ਬਾਈਬਲ ਪੜ੍ਹਦੇ ਆ, ਜਦੋਂ ਦਿਲ ਕਰਦਾ ਚਰਚ ਨਹੀਂ ਆਉਂਦੇ ਆ, ਜਦੋਂ ਦਿਲ ਕਰਦਾ ਆਉਂਦੇ ਆ, ਤੇ ਤੁਹਾਨੂੰ ਲੱਗਦਾ ਕਿ ਤੁਸੀਂ ਪਵਿੱਤਰ ਆਤਮਾ ਪਾਏ ਹੋਏ ਆ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਵਰਕ ਨਹੀਂ ਕਰਦਾ ਪਿਆ ਤੁਹਾਡੇ ਅੰਦਰ, ਕਿਉਂਕਿ ਉਹ ਟਿਕ ਕੇ ਬੈਠਣ ਨਹੀਂ ਦਿੰਦਾ। ਉਹ ਖੁਦਾ ਦੀ ਹਜ਼ੂਰੀ ਦੇ ਵਿੱਚ ਬਾਰ-ਬਾਰ ਬੰਦੇ ਨੂੰ ਲੈ ਕੇ ਜਾਂਦਾ, ਖੁਦਾ ਦੀ ਅਧੀਨਗੀ ਦੇ ਵਿੱਚ ਬਾਰ-ਬਾਰ ਬੰਦੇ ਨੂੰ ਲੈ ਕੇ ਜਾਂਦਾ, ਜਿੱਥੋਂ ਆਤਮਿਕ ਖੁਰਾਕ ਮਿਲਣੀ ਆ, ਬਾਰ-ਬਾਰ ਉਸ ਸਥਾਨ ਦੇ ਉੱਪਰ ਬੰਦੇ ਨੂੰ ਲੈ ਕੇ ਜਾਂਦਾ, ਟਿਕ ਕੇ ਬੈਠਣ ਨਹੀਂ ਦਿੰਦਾ। ਅਗਰ ਅਸੀਂ ਆਰਾਮ ਦੇ ਨਾਲ ਬੈਠ ਚੁੱਕੇ ਆ ਜਾਂ ਸਾਡੇ ਅੰਦਰ ਉਹ ਇੱਕ ਜਜ਼ਬਾ ਖਤਮ ਹੋ ਗਿਆ ਸਪਿਰਚੁਅਲ ਗਰੋਥ ਦਾ, ਆਤਮਿਕ ਤਰੱਕੀ ਲੈਣ ਦਾ, ਕੁਝ ਗਹਿਰੀਆਂ ਗੁੱਝੀਆਂ ਗੱਲਾਂ ਲੈਣ ਦਾ, ਸਿੱਖਣ ਦਾ, ਤੇ ਉਹ ਜਜ਼ਬਾ ਸਾਡੇ ਅੰਦਰ ਖਤਮ ਹੋ ਗਿਆ ਆ, ਤੇ ਇਟ ਮੀਨਸ ਕਿ ਪਵਿੱਤਰ ਆਤਮਾ ਹੁਣ ਸਾਡੇ ਅੰਦਰ ਕੰਮ ਨਹੀਂ ਕਰਦਾ ਪਿਆ। ਉਹ ਸ਼ੌਕਿਤ ਹੋ ਗਿਆ ਸਾਡੀਆਂ ਕੁਝ ਗਲਤੀਆਂ ਦੇ ਕਾਰਨ, ਸਾਡੇ ਤੋਂ ਨਾਰਾਜ਼ ਹੋ ਗਿਆ ਹੈ ਸਾਡੇ ਕੁਝ ਕੰਮਾਂ ਦੇ ਕਾਰਨ। ਇਸੇ ਲਈ ਜਦੋਂ ਦਾਊਦ ਨੇ ਪਾਪ ਕੀਤਾ, ਜਦੋਂ ਦਾਊਦ ਨੇ ਪਰਮੇਸ਼ਵਰ ਦੇ ਵਚਨ ਦੀ ਉਲੰਘਣਾ ਕੀਤੀ, ਉਸ ਤੋਂ ਬਾਅਦ ਜਦੋਂ ਆਤਮਾ ਉਹਦੇ ਤੋਂ ਚਲਾ ਗਿਆ, ਫਿਰ ਉਹ ਪ੍ਰਾਰਥਨਾ ਕਰਦਾ ਆ, ਕਹਿੰਦਾ ਪ੍ਰਭੂ ਮੈਨੂੰ ਇੱਕ ਨਵਾਂ ਦਿਲ ਦੇ, ਔਰ ਕਹਿੰਦਾ ਮੇਰੇ ਅੰਦਰ ਹੁਣ ਸਥਿਰ ਆਤਮਾ ਉਤਪੰਨ ਕਰ। ਹਾਲੇਲੂਇਆ। ਜਿਹੜਾ ਨਾ ਮੇਰੀ ਜ਼ਿੰਦਗੀ ਚੋਂ ਚਾਵੇ ਤੇ ਨਾ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਕਮਜ਼ੋਰ ਹੋਣ ਦੇਵੇ, ਕਹਿੰਦਾ ਕਿ ਸਥਿਰਤਾ ਦਾ ਆਤਮਾ ਮੇਰੇ ਅੰਦਰ ਉਤਪੰਨ ਕਰ ਦੇ। ਬੋਲੋ ਹਾਲੇਲੂਇਆ।
ਅੱਜ ਸਾਡੇ ਅੰਦਰ ਜਿਹੜਾ ਪਵਿੱਤਰ ਆਤਮਾ ਆ, ਕੀ ਇਹ ਸਥਿਰਤਾ ਦਾ ਆਤਮਾ ਆ, ਜਾਂ ਆਉਂਦਾ ਆ ਔਰ ਚਲਾ ਜਾਂਦਾ, ਆਉਂਦਾ ਹੈ ਔਰ ਚਲਾ ਜਾਂਦਾ ਆ, ਜਾਂ ਉਹ ਆਉਣ ਦੀ ਕੋਸ਼ਿਸ਼ ਕਰਦਾ ਪਰ ਸਾਡੀ ਜ਼ਿੰਦਗੀ ਦੇ ਵਿੱਚ ਪਾਪ ਹੋਣ ਦੀ ਕਾਰਨ, ਸਾਡੀ ਜ਼ਿੰਦਗੀ ਦੇ ਵਿੱਚ ਸਰੀਰ ਦੇ ਕੰਮ ਹੋਣ ਦੇ ਕਾਰਨ ਉਹ ਚਲਾ ਜਾਂਦਾ। ਅਗਰ ਸਥਿਰਤਾ ਦਾ ਆਤਮਾ ਤੁਹਾਡੇ ਅੰਦਰ ਉਤਪੰਨ ਹੋ ਜਾਵੇ, ਉਹ ਤੁਹਾਡੇ ਕੋਲੋਂ ਰੱਬ ਦੇ ਕੰਮ ਕਰਾਏਗਾ, ਉਹ ਤੁਹਾਡੇ ਕੋਲੋਂ ਖੁਦਾਵੰਦ ਦੇ ਲੋਕਾਂ ਤੱਕ ਵਚਨ ਪਹੁੰਚਾਏਗਾ, ਖੁਦਾਵੰਦ ਦੇ ਨਾਮ ਨੂੰ ਉੱਚਾ ਕਰਵਾਏਗਾ। ਅਗਰ ਸਥਿਰਤਾ ਦਾ ਆਤਮਾ ਤੁਹਾਡੇ ਉੱਪਰ ਆ, ਤੁਹਾਡੇ ਅੰਦਰ ਆ, ਉਹ ਤੁਹਾਨੂੰ ਪ੍ਰਾਰਥਨਾ ਦੇ ਵਿੱਚ ਬਣਾ ਕੇ ਰੱਖੇਗਾ। ਜਿਸ ਕੰਮ ਦੇ ਵਿੱਚ ਹੱਥ ਪਾਉਂਗੇ ਸਫਲ ਹੋਵੋਗੇ, ਕਿਉਂਕਿ ਸਥਿਰਤਾ ਦਾ ਆਤਮਾ ਤੁਹਾਡੇ ਅੰਦਰ ਆ। ਪਵਿੱਤਰ ਆਤਮਾ, ਬਾਈਬਲ ਕਹਿੰਦਾ ਤੁਹਾਨੂੰ ਮੈਂ ਉਹ ਸਮਝ ਦਵਾਂਗਾ, ਉਹ ਬੁੱਧ ਦਵਾਂਗਾ, ਉਹ ਤੁਹਾਨੂੰ ਮੂੰਹ ਦਵਾਂਗਾ, ਤੁਹਾਡਾ ਵਿਰੋਧੀ ਉਹਦਾ ਸਾਹਮਣਾ ਨਹੀਂ ਕਰ ਸਕਦਾ। ਬੋਲੋ ਆਮੀਨ, ਹਾਲੇਲੂਇਆ। ਕਹਿੰਦੇ ਇਹੋ ਜਿਹਾ ਮੈਂ ਤੁਹਾਨੂੰ ਮੂੰਹ ਦਵਾਂਗਾ, ਇਹੋ ਜਿਹੀ ਮੈਂ ਸਮਝ ਦਵਾਂਗਾ, ਤੁਹਾਡਾ ਵਿਰੋਧੀ ਉਹਦਾ ਸਾਹਮਣਾ ਨਹੀਂ ਕਰ ਸਕਦਾ। ਬਾਈਬਲ ਕਹਿੰਦਾ ਅੰਦਰ ਦਿਨਾਂ 'ਚ ਜਦ ਤੁਹਾਨੂੰ ਲੋਕ ਕਚਹਿਰੀਆਂ ਦੇ ਵਿੱਚ ਜੱਜ ਦੇ ਸਾਹਮਣੇ ਲੈ ਜਾਣਗੇ, ਕਚਹਿਰੀਆਂ 'ਚ ਲੈ ਜਾਣਗੇ, ਜੇਲ੍ਹਾਂ 'ਚ ਲੈ ਜਾਣਗੇ, ਤਾਂ ਚਿੰਤਾ ਨਹੀਂ ਕਰਨੀ ਕਿ ਉੱਥੇ ਕੀ ਬੋਲਣਾ ਹੈ। ਬਾਈਬਲ ਕਹਿੰਦਾ ਤੁਹਾਨੂੰ ਆਤਮਾ ਖੁਦ ਦੱਸੇਗਾ ਕੀ ਬੋਲਣਾ, ਉਸੇ ਹੀ ਘੜੀ ਦੱਸੇਗਾ ਤੁਹਾਨੂੰ, ਉਸੇ ਸਮੇਂ ਤੁਹਾਡੇ ਉੱਪਰ ਪਬਲਿਸ਼ਰ ਕੀਤਾ ਜਾਏਗਾ ਕੀ ਬੋਲਣਾ ਹੈ ਤੁਸੀਂ। ਹਾਲੇਲੂਇਆ। ਤਾਂ ਜਿਹਦੇ ਅੰਦਰ ਆਤਮਾ ਨਹੀਂ ਹੈ, ਜਿਹਦੇ ਅੰਦਰ ਸਥਿਰਤਾ ਦਾ ਆਤਮਾ ਨਹੀਂ ਹੈ, ਉਹਨੂੰ ਔਨ ਦੀ ਸਪੋਟ ਕੀ ਮੈਸੇਜ ਮਿਲੇਗਾ, ਉਹਨੂੰ ਉੱਥੇ ਉਸੇ ਘੜੀ ਕੀ ਬੋਲਣਾ ਆ, ਕੀ ਉਹਦੇ ਅੰਦਰੋਂ ਨਿਕਲੇਗਾ, ਜਾਂ ਕੀ ਉਹਦੇ ਬ੍ਰੇਨ ਦੇ ਅੰਦਰ ਆਏਗਾ, ਕੀ ਉਹਦੇ ਦਿਲ ਦੇ ਵਿੱਚ ਆਏਗਾ ਪਵਿੱਤਰ ਆਤਮਾ ਦੇ ਦੁਆਰਾ, ਜਦ ਉਹਦੇ ਅੰਦਰ ਇੱਕ ਸਥਿਰਤਾ ਦਾ ਆਤਮਾ ਹੀ ਨਹੀਂ ਹੈ। ਅਗਰ ਅਸੀਂ ਸਥਿਰਤਾ ਦੇ ਵਿੱਚ ਨਹੀਂ ਆ ਤੇ ਸਥਿਰਤਾ ਦਾ ਆਤਮਾ ਵੀ ਸਾਡੇ ਅੰਦਰ ਨਹੀਂ ਹੈ। ਅੱਜ ਸਾਡਾ ਪੈਰ ਫਿਸਲ ਜਾਂਦਾ, ਅਸੀਂ ਡਿੱਗ ਜਾਂਦੇ ਆ, ਸਰੀਰਕ ਤੌਰ ਤੇ ਵੀ, ਕਈ ਲੋਕ ਆਤਮਿਕ ਤੌਰ ਤੇ ਵੀ ਇਦਾਂ ਗਿਰਦੇ ਆ। ਜਦੋਂ ਪਾਪ ਸਾਹਮਣੇ ਆਂਦਾ, ਸਿਚੁਏਸ਼ਨਸ ਬੁਰੀ ਹੁੰਦੀ ਆ, ਉਦੋਂ ਗਿਰ ਜਾਂਦੇ ਉਹ ਪਾਪ ਦੇ ਵਿੱਚ। ਉਦੋਂ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਸਾਡੀ ਬੁਲਾਹਟ ਕੀ ਆ, ਉਦੋਂ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਪਰਮੇਸ਼ਵਰ ਦਾ ਵਚਨ ਮੈਨੂੰ ਕੀ ਕਹਿੰਦਾ ਆ, ਉਦੋਂ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਇਸ ਤਰ੍ਹਾਂ ਦਾ ਪਾਪ ਕਰਨ ਤੋਂ ਬਾਅਦ ਮੈਨੂੰ ਫਿਰ ਜ਼ੀਰੋ ਤੋਂ ਉੱਠਣਾ ਪੈਣਾ ਆ। ਉਦੋਂ ਉਹਨਾਂ ਨੂੰ ਕੁਝ ਸਮਝ ਨਹੀਂ ਲੱਗਦਾ, ਨਸ਼ਾ ਕਰਨ ਲੱਗੇ, ਵਿਭਚਾਰ ਕਰਨ ਲੱਗੇ, ਪਾਪ ਕਰਨ ਲੱਗੇ, ਪਰਮੇਸ਼ਵਰ ਦੇ ਵਚਨ ਦੇ ਅਗੇਂਸਟ ਜਾਣ ਲੱਗੇ, ਗਾਲ ਕੱਢਣ ਲੱਗੇ, ਗੁੱਸਾ ਕਰਨ ਲੱਗੇ। ਉਹਨਾਂ ਨੂੰ ਕੁਝ ਨਹੀਂ ਸਮਝ ਲੱਗਦਾ ਕਿ ਅਗਰ ਮੈਂ ਇਹ ਸਟੈਪ ਲੈ ਲਿਆ ਤਾਂ ਉਸ ਤੋਂ ਬਾਅਦ ਮੈਨੂੰ ਜ਼ੀਰੋ ਤੋਂ ਉੱਠਣਾ ਪਏਗਾ, ਉਸ ਤੋਂ ਬਾਅਦ ਮੇਰੀ ਸਾਰੀ ਮਿਹਨਤ ਖਤਮ ਹੋ ਜਾਣੀ ਹੈ, ਉਸ ਤੋਂ ਬਾਅਦ ਪਵਿੱਤਰ ਆਤਮਾ ਸ਼ੌਕਿਤ ਹੋ ਜਾਣਾ ਆ, ਉਸ ਤੋਂ ਬਾਅਦ ਖੁਦਾ ਨੇ ਮੇਰੇ ਤੋਂ ਮੂੰਹ ਮੋੜ ਲੈਣਾ ਆ, ਉਸ ਤੋਂ ਬਾਅਦ ਮੈਨੂੰ ਪਵਿੱਤਰ ਆਤਮਾ ਦੀ ਹਜ਼ੂਰੀ ਨਹੀਂ ਉਤਰਨੀ ਆ, ਪਵਿੱਤਰ ਆਤਮਾ ਦੀ ਭਰਪੂਰੀ ਨਹੀਂ ਉਤਰਨੀ ਆ। ਹੁਣ ਜੋ ਪਵਿੱਤਰ ਆਤਮਾ ਜ਼ੋਰ ਪਾਉਂਦਾ ਮੈਨੂੰ ਪ੍ਰਾਰਥਨਾ ਦੇ ਵਿੱਚ ਲੈ ਕੇ ਜਾਣ ਦੇ ਲਈ, ਬਾਈਬਲ ਪੜ੍ਹਨ ਦੇ ਲਈ, ਔਰ ਉਸ ਤੋਂ ਬਾਅਦ ਕੋਈ ਜ਼ੋਰ ਨਹੀਂ ਹੋਣਾ, ਕੋਈ ਆਤਮਾ ਦੀ ਜ਼ੁੰਬਿਸ਼ ਨਹੀਂ ਹੋਣੀ ਆ, ਕੁਝ ਆਤਮਾ ਦੀ ਅਗਵਾਈ ਨਹੀਂ ਹੋਣੀ ਆ। ਕਿਉਂ ਨਹੀਂ ਹੋਣੀ? ਕਿਉਂਕਿ ਅਸੀਂ ਸਥਿਰਤਾ ਦੇ ਵਿੱਚ ਨਹੀਂ ਆ, ਅਸੀਂ ਸਥਿਰਤਾ ਦੇ ਵਿੱਚ ਨਹੀਂ ਆ। ਅਸੀਂ ਆਤਮਾ ਦੇ ਵਿੱਚ ਚੱਲਣ ਲੱਗੇ ਦੇਖਦੇ ਨਹੀਂ ਆ, ਸੋਚਦੇ ਨਹੀਂ ਆ ਕਿ ਅਸੀਂ ਕਿੱਦਾਂ ਚੱਲ ਰਹੇ ਆ। ਅੱਗੇ ਖੱਡਾ ਆ, ਤੁਸੀਂ ਦੇਖੋਗੇ ਤਾਂ ਹੀ ਤੁਸੀਂ ਆਪਣਾ ਬਚਾਅ ਕਰ ਸਕਦੇ ਆ। ਅਗਰ ਬਿਨਾਂ ਦੇਖੇ ਜਾਓਗੇ ਤਾਂ ਤੁਹਾਨੂੰ ਠੇਡਾ ਵੀ ਲੱਗੇਗਾ ਔਰ ਤੁਸੀਂ ਖੱਡੇ ਦੇ ਵਿੱਚ ਗਿਰ ਵੀ ਸਕਦੇ ਆ। ਹਾਲੇਲੂਇਆ। ਆਤਮਾ ਦੇ ਵਿੱਚ ਚੱਲਣਾ, ਸਪਿਰਚੁਅਲਿਟੀ ਦੇ ਵਿੱਚ ਚੱਲਣਾ ਕੋਈ ਖੇਲ ਨਹੀਂ ਪਿਆ ਆ। ਕ੍ਰਿਸਚੀਅਨਿਟੀ, ਅਗਰ ਰੀਅਲ ਕ੍ਰਿਸਚੀਅਨ ਬਣਨਾ ਆ ਤੇ ਐਵੇਂ ਨਹੀਂ ਬਣ ਜਾਣਾ ਕਿ ਹਾਂ ਜੀ ਚਰਚ ਆਉਣ ਲੱਗ ਗਿਆ ਤਾਂ ਠੀਕ ਹੈ ਜੀ, ਟੀਮ ਦਾ ਹਿੱਸਾ ਬਣ ਗਿਆ ਤਾਂ ਠੀਕ ਹੈ ਜੀ। ਨਹੀਂ, ਤੁਹਾਨੂੰ ਬਹੁਤ ਗਹਿਰਾਈ ਦੇ ਨਾਲ ਚੱਲਣਾ ਪੈਣਾ, ਬਹੁਤ ਸੋਚ ਸਮਝ ਕੇ ਚੱਲਣਾ ਪੈਣਾ ਆ। ਪਵਿੱਤਰ ਆਤਮਾ ਅਗਰ ਤੁਸੀਂ ਹਾਸਲ ਕਰ ਲਿਆ ਆ ਤੇ ਬਹੁਤ ਅੱਛੀ ਗੱਲ ਆ, ਅਗਰ ਨਹੀਂ ਕੀਤਾ ਤੇ ਬਹੁਤ ਬੁਰੀ ਗੱਲ ਆ। ਤੁਹਾਨੂੰ ਆਤਮਾ ਨੂੰ ਗ੍ਰਹਿਣ ਕਰਨਾ ਬਹੁਤ ਜ਼ਰੂਰੀ ਹੈ ਇੱਕ ਰੀਅਲ ਕ੍ਰਿਸਚੀਅਨ ਬੰਦੇ ਦੇ ਲਈ। ਤਾਂ ਹੀ ਅਸੀਂ ਉਹਦੇ ਪੁੱਤਰ ਧੀਆਂ ਕਹਿਲਾ ਸਕਦੇ ਹਾਂ, ਤਾਂ ਹੀ ਉਹਦਾ ਆਤਮਾ ਸਾਡੀ ਅਗਵਾਈ ਕਰ ਸਕਦਾ, ਤਾਂ ਹੀ ਉਹਦਾ ਆਤਮਾ ਜਦ ਸਾਡੇ ਅੰਦਰ ਆਏਗਾ ਤਾਂ ਅਸੀਂ ਜਿਉਂਦੀ ਜਾਨ ਬਣਾਂਗੇ। ਹਾਲੇਲੂਇਆ। ਜਦੋਂ ਆਦਮ ਦੀਆਂ ਨਾਸਾਂ ਦੇ ਵਿੱਚ ਉਹਨੇ ਸਾਹ ਫੂਕੇ ਤਾਂ ਆਦਮ ਜਿਉਂਦੀ ਜਾਨ ਹੋ ਗਿਆ। ਅੱਜ ਉਹੀ ਸਾਹ ਸਾਡੇ ਅੰਦਰ ਪਵਿੱਤਰ ਆਤਮਾ ਦੇ ਦੁਆਰਾ ਫੂਕੇ ਜਾਂਦੇ ਆ ਔਰ ਇਨਸਾਨ ਆਤਮਿਕ ਤੌਰ ਤੇ ਜਿਉਂਦਾ ਹੁੰਦਾ ਹੈ। ਬੋਲੋ ਆਮੀਨ, ਹਾਲੇਲੂਇਆ। ਉਹ ਆਤਮਾ ਜਦੋਂ ਤਾਂ ਹੀ ਸਾਡੇ ਅੰਦਰ ਰਹੇਗਾ ਨਾ ਜਦੋਂ ਅਸੀਂ ਸਥਿਰਤਾ ਦੇ ਵਿੱਚੋਂ ਚੱਲਦੇ ਹਾਂ। ਇਹ ਨਹੀਂ ਹੈ ਕਿ ਅੱਜ ਡਿੱਗ ਕੇ ਕੱਲ ਖੜੇ ਹੋ ਗਏ ਆ, ਫਿਰ ਤੌਬਾ ਕਰ ਲਈ, ਫਿਰ ਖੜੇ ਹੋ ਗਏ ਆ, ਫਿਰ ਚੱਲਣ ਲੱਗ ਗਏ ਆ ਬਹੁਤ ਅੱਛੇ ਤਰੀਕੇ ਦੇ ਨਾਲ, ਫਿਰ ਸਿਚੁਏਸ਼ਨਸ ਇਦਾਂ ਦੀਆਂ ਆ ਜਾਂਦੀਆਂ, ਸ਼ੈਤਾਨ ਦੇ ਵੱਲੋਂ ਓਪਰਚੁਨਿਟੀਜ਼ ਇਦਾਂ ਦੀਆਂ ਆ ਜਾਂਦੀਆਂ ਕਿ ਬੰਦਾ ਫਿਰ ਗਿਰ ਜਾਂਦਾ, ਫਿਰ ਕਮਜ਼ੋਰ ਪੈ ਜਾਂਦਾ ਆ ਔਰ ਫਿਰ ਉੱਠਦਾ ਆ। ਇਦਾਂ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਚੱਲਦਾ ਆ, ਤੁਸੀਂ ਪਹਿਲਾਂ ਬਹੁਤ ਜ਼ਿਆਦਾ ਬਾਈਬਲ ਪੜ੍ਹਦੇ ਆ, ਫਿਰ ਯਕਦਮ ਹੀ ਸਟਾਪ ਲੱਗ ਜਾਂਦਾ ਆ, ਸਡਨਲੀ ਬੰਦ ਹੋ ਜਾਂਦਾ ਸਾਰਾ ਕੁਝ, ਇੱਕ ਮੂਵਮੈਂਟ ਇਸ ਤਰ੍ਹਾਂ ਦਾ ਆ ਜਾਂਦਾ ਤੁਹਾਡੀ ਜ਼ਿੰਦਗੀ ਦੇ ਵਿੱਚ, ਜਾਂ ਤੁਸੀਂ ਬਹੁਤ ਪ੍ਰੇਅਰ ਕਰਨ ਵਾਲੇ ਆ ਔਰ ਫਿਰ ਕੁਝ ਸਿਚੁਏਸ਼ਨਸ ਇਦਾਂ ਦੀ ਆ ਜਾਂਦੀਆਂ ਕਿ ਤੁਹਾਡੀ ਪ੍ਰੇਅਰ ਮਿਸ ਹੋ ਜਾਂਦੀ ਹੈ, ਤੁਹਾਡੀ ਰੂਟੀਨ ਟੁੱਟ ਜਾਂਦੀ ਆ। ਇਟ ਮੀਨਸ ਤੁਸੀਂ ਸਥਿਰਤਾ ਦੇ ਵਿੱਚ ਨਹੀਂ ਹੈ। ਅਗਰ ਤੁਸੀਂ ਸਥਿਰਤਾ ਦੇ ਵਿੱਚ ਨਹੀਂ ਆ ਤੇ ਤੁਹਾਡੇ ਅੰਦਰ ਜਿਹੜਾ ਆਤਮਾ, ਜਿਹਨੂੰ ਪਵਿੱਤਰ ਆਤਮਾ ਕਹਿੰਦੇ, ਉਹ ਵੀ ਸਥਿਰਤਾ ਦਾ ਆਤਮਾ ਆ, ਉਹ ਵੀ ਤੁਹਾਡੇ ਅੰਦਰ ਨਹੀਂ ਆ ਸਕਦਾ। ਜੇ ਆਏਗਾ ਤਾਂ ਉਹ ਠਹਿਰੇਗਾ ਨਹੀਂ।
क्यों? क्योंकि तुसी स्थिरता दे विच नहीं है। उसी बंदे दी जिंदगी दे उपर वो आंदा, उसी बंदे दी जिंदगी दे उपर वो ठहरदा आ जिहड़ा स्थिरता दे विच आ, जिहड़ा ना हिलण वाला, ना डुलण वाला, ना डिगण वाला, ना कमजोर पैण वाला, ना सिचुएशंस नूं देख के अपने आप नूं चेंज करन वाला है। हालेलुया। कई लोग आत्मक हुंदे आ लेकिन सिचुएशंस नूं देख के अपने आप नूं सरीरक बना लैंदे आ और शरीर दीयां कामनावां दे विच फस जांदे आ। हुंदे ओ आत्मक ही आ और शरीर दीयां कामनावां दे विच भी फस जांदे आ। फिर तो तौबा करके आत्मक बनन दी कोशिश करदे आ। इदां दे पर्सन दे अंदर स्थिरता दा आत्मा कदी भी काम नहीं करेगा और कदी भी दोबारा तो आएगा नहीं। और दाऊद ने बड़े अधीनगी दे विच उहने दुआ मंगी आ खुदा दे कोलों, बड़ी मुश्किल दे नाल उहने खुदा दे कोलों इहनूं दोबारा तो ग्रहण कीता आ। पाप दा बंदा कर लैंदा, वचन दे अगेंस्ट ता चल जांदा, बाइबल तो बाहर ता चला जांदा आ, लेकिन ਉਹ ਫਿਰ ਸਕੂਨ, ਉਹ ਫਿਰ ਆਨੰਦ ਜੋ ਪਵਿੱਤਰ ਆਤਮਾ ਦਾ ਆ, ਜਦੋਂ ਅਸੀਂ ਘੁੱਟਨੇ ਟੇਕਦੇ ਆ ਪਵਿੱਤਰ ਆਤਮਾ ਉਤਰਦਾ ਸਾਡੇ ਉੱਤੇ, ਅਸੀਂ ਗੈਰ ਭਾਸ਼ਾ ਦੇ ਵਿੱਚ ਪ੍ਰਾਰਥਨਾ ਕਰਦੇ ਆ, ਬਹੁਤ ਆਨੰਦ ਦੀ ਗੱਲ ਆ। ਕਿਉਂਕਿ 4-4 ਘੰਟੇ 5-5 ਘੰਟੇ ਜਾਂ ਹੋਲ ਨਾਈਟ ਪ੍ਰੇਅਰ ਜਦੋਂ ਅਸੀਂ ਕਰਦੇ ਆ, ਇਹ ਪਵਿੱਤਰ ਆਤਮਾ ਦੀ ਸਹਾਇਤਾ ਦੇ ਨਾਲ ਹੀ ਹੋ ਪਾਉਂਦੀ ਆ। बिना पवित्र आत्मा पाए हुए बंदे दे लिए पूरी रात प्रेयर करना बहुत मुश्किल है, 1 घंटा प्रेयर करना बहुत मुश्किल है ਉਹਦੇ ਲਈ। इसलिए स्थिरता ਦੇ ਵਿੱਚ ਇੱਕ ਇਨਸਾਨ ਦੇ ਲਈ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਟਾਈਮ ਪਾਸ ਕਰਨ ਵਾਲੇ ਕ੍ਰਿਸਚਨ ਨਾ ਬਣੀਏ ਅਸੀਂ ਦੁਨੀਆ ਨੂੰ ਧਰਮੀ ਮਾਲੂਮ ਹੁੰਦੇ ਆ ਪਰ ਧਰਮੀ ਅਸੀਂ ਹੈ ਨਹੀਂ ਆ। ਕਈ ਲੋਕਾਂ ਦਾ ਜੀਵਨ ਇਸ ਤਰ੍ਹਾਂ ਦਾ ਹੈ, ਕਈ ਲੋਕ ਤੁਹਾਨੂੰ ਆਤਮਿਕ ਸਮਝਦੇ ਆ ਪਰ ਆਤਮਿਕ ਜੋ ਬੰਦੇ ਦੇ ਕੰਮ ਹੋਣੇ ਚਾਹੀਦੇ ਉਹ ਸਾਡੀ ਜ਼ਿੰਦਗੀ 'ਚ ਪਾਏ ਨਹੀਂ ਜਾਂਦੇ। ਜਦੋਂ ਤੁਸੀਂ ਬਾਈਬਲ ਨੂੰ ਪੜ੍ਹੋਗੇ ਮੇਰੇ ਨਾਲ ਤੁਹਾਨੂੰ ਫਿਰ ਸਮਝ ਆਣਾ ਮੈਂ ਕੀ ਸਮਝਾਉਣ ਦੀ ਕੋਸ਼ਿਸ਼ ਕਰਦਾ ਪਿਆ ਹਾਂ। ਅਸੀਂ ਅੱਜ ਵੀ ਹਨੇਰੇ ਦੇ ਵਿੱਚ ਚੱਲਦੇ ਪਏ ਹਾਂ। ਅਸੀਂ ਸ਼ੋਅ ਕਰਦੇ ਹਾਂ ਕਿ ਅਸੀਂ ਚਾਨਣ ਦੇ ਵਿੱਚ ਚੱਲਦੇ ਪਏ ਹਾਂ ਬਟ ਅਸੀਂ ਚੱਲ ਹਨੇਰੇ ਦੇ ਵਿੱਚ ਰਹੇ ਹਾਂ। ਬਾਈਬਲ ਕਹਿੰਦਾ ਜਦੋਂ ਰੋਮੀਆਂ ਦਾ ਪੁਸਤਕ ਅਸੀਂ ਸਮਥਿੰਗ 13 ਨੰਬਰ ਅਧਿਆਇ ਨੂੰ ਪੜਾਂਗੇ ਫਿਰ ਤੁਹਾਨੂੰ ਪਤਾ ਲੱਗਣਾ ਹੈ ਲਾਸਟ ਦੇ ਵਿੱਚ ਉਹਦੇ ਲਿਖਿਆ ਕਹਿੰਦਾ ਹੁਣ ਦਿਨ ਦੇ ਕੰਮ ਕਰੀਏ, ਕਹਿੰਦਾ ਰਾਤ ਬਹੁਤ ਬੀਤ ਗਈ ਆ, ਹੁਣ ਉਦਾਂ ਚੱਲੀਏ ਕਹਿੰਦਾ ਜਿੱਦਾਂ ਦਿਨੇ ਚੱਲੀਦਾ ਆ। ਕਹਿੰਦਾ ਛੱਡ ਦਿਓ ਹੁਣ ਕਹਿੰਦਾ ਹਰਾਮਕਾਰੀ, ਛੱਡ ਦਿਓ ਨਸ਼ੇ, ਛੱਡ ਦਿਓ ਬਦਮਸਤੀਆਂ, ਛੱਡ ਦਿਓ ਗਲਤ ਕੰਮ, ਕਹਿੰਦਾ ਹੁਣ ਤੌਬਾ ਕਰ ਲਓ, ਕਹਿੰਦਾ ਹੁਣ ਯਿਸੂ ਮਸੀਹ ਨੂੰ ਪਹਿਨ ਲਓ, ਕਹਿੰਦਾ ਤੇ ਫਿਰ ਸਰੀਰ ਦੇ ਵਿਸ਼ੇ ਦੇ ਲਈ ਕੋਈ ਵੀ ਤਰੱਦਦ ਨਹੀਂ ਕਰੋਗੇ ਤੁਸੀਂ, ਕਹਿੰਦਾ। ਹਾਲੇਲੂਇਆ। ਔਰ ਅੱਗੇ ਗੌਰ ਕਰਨ ਵਾਲੀ ਗੱਲ ਹੈ, ਜਦੋਂ ਤੁਸੀਂ ਪ੍ਰਕਾਸ਼ ਦੀ ਪੋਥੀ ਮੇਰੇ ਨਾਲ ਓਪਨ ਕਰੋ, ਆਪਣਾ ਬਾਈਬਲ ਖੋਲੋ ਜ਼ਰਾ, ਪ੍ਰਕਾਸ਼ਿਤ ਵਾਕਿਆ ਪ੍ਰਕਾਸ਼ ਦੀ ਪੁਸਤਕ ਉਹਦਾ 3 ਨੰਬਰ ਅਧਿਆਇ, ਔਰ ਉਹਨੂੰ ਜਦੋਂ ਮੈਂ ਪੜ੍ਹਦਾ ਹਾਂ ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ ਬਾਈਬਲ ਕੀ ਸਿਖਾਉਣ ਦੀ ਕੋਸ਼ਿਸ਼ ਕਰਦਾ। ਕਹਿੰਦਾ ਸਾਰਦੀਸ ਦੀ ਕਲੀਸਿਆ ਦੇ ਦੂਤ ਨੂੰ ਇਉਂ ਲਿਖ ਭਈ ਜਿਹਦੇ ਕੋਲ 7 ਆਤਮੇ ਪਰਮੇਸ਼ਵਰ ਦੇ ਅਤੇ 7 ਤਾਰੇ ਹਨ, ਉਹ ਇਹ ਆਖਦਾ ਆ ਮੈਂ ਤੇਰੇ ਕੰਮਾਂ ਨੂੰ ਜਾਣਦਾ ਆ, ਮੈਂ ਤੇਰੇ ਕੰਮਾਂ ਨੂੰ ਜਾਣਦਾ ਆ, ਲਿਖਿਆ ਜੋ ਤੂੰ ਜਿਉਂਦਾ ਕਹਾਉਂਦਾ ਆ ਅਤੇ ਹੈ ਮੁਰਦਾ ਆ। ਕਹਾਉਂਦਾ ਤੂੰ ਜਿਉਂਦਾ ਆ, ਦੇਖਣ ਵਾਲੇ ਨੂੰ ਲੱਗਦਾ ਕਿ ਆਪਾਂ ਆਤਮਕ ਆ ਪਰ ਅਸੀਂ ਆਤਮਕ ਹੈ ਨਹੀਂ। ਦੇਖਣ ਵਾਲੇ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਧਰਮੀ ਆ ਪਰ ਧਰਮੀ ਅਸੀਂ ਹੈ ਨਹੀਂ। ਦੇਖਣ ਵਾਲੇ ਨੂੰ ਲੱਗਦਾ ਹੈ ਕਿ ਅਸੀਂ ਜਿਉਂਦੇ ਪਰਮੇਸ਼ਵਰ ਦੀ ਆਰਾਧਨਾ ਕਰਦੇ ਆ ਪਰ ਅਸੀਂ ਖੁਦ ਜਿਉਂਦੇ ਹੈ ਨਹੀਂ। ਬਾਈਬਲ ਤਾਂ ਇਦਾਂ ਇੱਕ ਥਾਂ ਤੇ ਕਹਿੰਦਾ ਕਿ ਉਹ ਮੁਰਦਿਆਂ ਦਾ ਨਹੀਂ, ਉਹ ਜਿਉਂਦਿਆਂ ਦਾ ਪਰਮੇਸ਼ਵਰ ਆ, ਜਿਹੜੇ ਲੋਕ ਜਿਉਂਦੇ ਆ। ਇਸ ਲਈ ਸਾਰਦੀਸ ਦੀ ਕਲੀਸਿਆ ਨੂੰ ਉਹਦਾ ਦੂਤ ਕੀ ਕਹਿੰਦਾ ਆ ਕਿ ਤੁਸੀਂ ਕਹਿੰਦੇ ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਆ, ਜੋ ਤੁਸੀਂ ਜਿਉਂਦਾ ਤਾਂ ਆਪਣੇ ਆਪ ਨੂੰ ਕਹਾਉਂਦੇ ਆ ਪਰ ਹੈ ਤੁਸੀਂ ਮੁਰਦਾ ਆ। ਕਿਉਂਕਿ ਕੰਮ ਸਾਡੇ ਮੁਰਦਪੁਣੇ ਵਾਲੇ ਆ, ਮੁਰਦਾਪੁਣੇ ਵਾਲੇ ਕੰਮ ਆ। ਕਿਹੜੇ ਆ? ਲੜਾਈ ਝਗੜਾ, ਈਰਖਾ, ਗੁੱਸਾ, ਕ੍ਰੋਧ, ਵੈਰ, ਗਾਲਾਂ ਕੱਢਣਾ, ਬੁਰਾ ਬੋਲਣਾ, ਬੁਰਾ ਸੋਚਣਾ, ਨਾ ਚੱਲਣ ਤੋਂ ਪਹਿਲਾਂ ਸੋਚਣਾ, ਨਾ ਬੋਲਣ ਤੋਂ ਪਹਿਲਾਂ ਸੋਚਣਾ, ਨਾ ਸੁਣਨ ਤੋਂ ਪਹਿਲਾਂ ਸੋਚਣਾ। ਜਿਹੜਾ ਪਰਸਨ ਇਸ ਰੀਤੀ ਦੇ ਨਾਲ ਚੱਲਦਾ ਉਹ ਕਦੀ ਵੀ ਸਥਿਰਤਾ ਦੇ ਆਤਮਾ ਨੂੰ ਆਪਣੇ ਅੰਦਰ ਪੈਦਾ ਨਹੀਂ ਕਰ ਸਕਦਾ। ਜੋ ਆਤਮਾ ਤੁਹਾਡੇ ਅੰਦਰ ਆ ਉਹ ਸਥਿਰਤਾ ਦੇ ਵਿੱਚ ਨਹੀਂ ਆ ਸਕਦਾ। ਕਿਉਂ? ਕਿਉਂਕਿ ਅਸੀਂ ਬਿਨਾਂ ਸੋਚੇ ਸਮਝੇ ਚੱਲਦੇ ਆ, ਬਿਨਾਂ ਸੋਚੇ ਸਮਝੇ ਉੱਠਦੇ ਆ, ਬਿਨਾਂ ਸੋਚੇ ਸਮਝੇ ਅਸੀਂ ਆਤਮਿਕਤਾ ਦੇ ਵਿੱਚ ਚੱਲਦੇ ਆ। ਔਰ ਬਿਨਾਂ ਸੋਚੇ ਸਮਝੇ ਚੱਲੋਗੇ ਤੇ ਸਥਿਰਤਾ ਦਾ ਆਤਮਾ ਤੁਹਾਡੀ ਜ਼ਿੰਦਗੀ 'ਚ ਰਹਿ ਨਹੀਂ ਸਕਦਾ ਔਰ ਨਾ ਹੀ ਤੁਸੀਂ ਆਤਮਿਕ ਤੌਰ ਤੇ ਜਿਉਂਦੇ ਰਹਿ ਸਕਦੇ ਹੋ। ਔਰ ਉਹ ਜਿਉਂਦਿਆਂ ਦਾ ਪਰਮੇਸ਼ਵਰ ਆ, ਨਾ ਕਿ ਮੁਰਦਿਆਂ ਦਾ। ਔਰ ਜਿਹਦੇ ਜ਼ਿੰਦਗੀ ਦੇ ਵਿੱਚ ਮੁਰਦਾਪੁਣੇ ਦੇ ਕੰਮ ਪਾਏ ਜਾਂਦੇ ਆ, ਯਾਨੀ ਕਿ ਸਰੀਰ ਦੇ ਔਰ ਸੰਸਾਰ ਦੇ, ਉਹਦੀਆਂ ਪ੍ਰਾਰਥਨਾਵਾਂ ਦਾ ਕੋਈ ਰਿਜ਼ਲਟ ਨਹੀਂ ਹੈ, ਉਹਦਾ ਦੁੱਖ ਸੁਣਨ ਵਾਲਾ ਕੋਈ ਨਹੀਂ। ਇਨਸਾਨ ਅਗਰ ਜਦੋਂ ਗਲਤੀ ਕਰਦਾ ਨਾ, ਜਦੋਂ ਬਾਈਬਲ ਤੋਂ ਬਾਹਰ ਜਾਂਦਾ ਜਾਂ ਪਰਮੇਸ਼ਵਰ ਦੇ ਵਚਨ ਦੇ ਅਗੇਂਸਟ ਜਾਂਦਾ ਆ, ਕੀ ਹੁੰਦਾ? ਕਈ ਵਾਰ ਦੁੱਖ, ਪਰੇਸ਼ਾਨੀ, ਬਿਮਾਰੀ ਖੁਦਾ ਦੇ ਵੱਲੋਂ ਵੀ ਆਉਂਦੀ ਆ ਬੰਦੇ ਦੀ ਜ਼ਿੰਦਗੀ ਦੇ ਵਿੱਚ।
ਤਾਂ ਜੋ ਬੰਦਾ ਕੁਝ ਸਿੱਖੇ। ਕਈ ਵਾਰ ਅਸੀਂ ਆਖਦੇ ਹਾਂ ਪਰਮੇਸ਼ਵਰ ਸਾਨੂੰ ਆਪਣੀ ਆਤਮਾ ਦੀ ਅਗਵਾਈ ਦੇ ਨਾਲ ਜਾਂ ਪਾਸਟਰ ਦੇ ਦੁਆਰਾ ਜਾਂ ਇੱਕ ਆਤਮਿਕ ਪਰਸਨ ਦੇ ਦੁਆਰਾ ਸਾਨੂੰ ਤੌਬਾ ਕਰਨ ਦੇ ਲਈ ਆਖਦੇ ਆ, ਜਾਂ ਵਚਨ ਦੇ ਦੁਆਰਾ ਖੁਦਾ ਦਾ ਰੂਹ ਸਾਡੇ ਨਾਲ ਗੱਲ ਕਰਦਾ ਹੈ ਕਿ ਤੂੰ ਹੁਣ ਤਰੱਕੀ ਕਰ, ਤੂੰ ਹੁਣ ਛੱਡ ਦੇ ਮੁਰਦਾਪੁਣੇ ਦੇ ਕੰਮ, ਤੂੰ ਛੱਡ ਦੇ ਹੁਣ ਸੰਸਾਰ ਦੇ ਕੰਮ, ਹੁਣ ਛੱਡ ਦੇ ਟਾਈਮ ਪਾਸ ਕਰਨਾ, ਹੁਣ ਤੂੰ ਆਤਮਿਕ ਤੌਰ ਤੇ ਅੱਗੇ ਵੱਧ, ਜਾਂ ਤੂੰ ਹੁਣ ਇੱਕ ਅਹੁਦੇ ਦੇ ਉੱਪਰ ਆ। ਬਟ ਅਸੀਂ ਜਦੋਂ ਉਹਨਾਂ ਚੀਜ਼ਾਂ ਨੂੰ ਅਸੀਂ ਇਗਨੋਰ ਕਰਦੇ ਹਾਂ, ਪਰਮੇਸ਼ਵਰ ਦੀ ਆਵਾਜ਼ ਨੂੰ ਅਸੀਂ ਅਣਸੁਣਿਆ ਕਰਦੇ ਹਾਂ ਔਰ ਆਪਣੀ ਹੀ ਜ਼ਿੰਦਗੀ ਦੇ ਵਿੱਚ ਮੁਰਦਾਪੁਣੇ ਵਾਲੇ ਕੰਮਾਂ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ, ਤੇ ਫਿਰ ਪਰਮੇਸ਼ਵਰ ਇੱਕ ਦੁੱਖ ਇਨਸਾਨ ਦੀ ਜ਼ਿੰਦਗੀ ਚ ਭੇਜਦਾ ਆ, ਬੰਦੇ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇ। ਹਾਲੇਲੂਇਆ। ਔਰ ਬਾਈਬਲ ਇੱਕ ਥਾਂ ਦੇ ਉੱਤੇ ਇਦਾਂ ਕਹਿੰਦੇ ਉਹ ਜ਼ਖਮ ਵੀ ਦਿੰਦਾ ਤੇ ਪੱਟੀ ਵੀ ਬੰਨਦਾ ਹੈ। ਉਹ ਮਤਲਬ ਉਹ ਜ਼ਖਮ ਵੀ ਦਿੰਦਾ ਤੇ ਮਰਹਮ ਵੀ ਲਗਾਉਂਦਾ ਹੈ। ਹਾਲੇਲੂਇਆ। ਇਸ ਤਰ੍ਹਾਂ ਦਾ ਸਾਡਾ ਪਰਮੇਸ਼ਵਰ ਆ। ਜਿਉਂਦੇ ਲੋਕਾਂ ਦੇ ਲਈ ਇਹ ਗੱਲਾਂ ਆ ਕਿ ਉਹਨੇ ਜ਼ਖਮ ਵੀ ਦੇਣਾ ਤੇ ਬਾਅਦ ਵਿੱਚ ਮਰਹਮ ਵੀ ਲਗਾਉਣੀ ਆ ਤੇ ਪੱਟੀ ਵੀ ਲਗਾਉਣੀ ਆ ਉਹਨੇ। ਹਾਲੇਲੂਇਆ। ਉਹਨੇ ਬਿਮਾਰ ਵੀ ਕਰਨਾ, ਉਹਨੇ ਹੀਲ ਵੀ ਕਰਨਾ ਹੈ। ਉਹਨੇ ਜ਼ਖਮ ਵੀ ਦੇਣਾ ਆ, ਉਹਨੇ ਉਹਨੂੰ ਜ਼ਖਮ ਨੂੰ ਹੀਲ ਵੀ ਕਰਨਾ ਹੈ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਇਹਨਾਂ ਵਚਨਾਂ ਨੂੰ ਔਰ ਇਸ ਜ਼ਿੰਦਗੀ 'ਚ ਤੁਹਾਡੇ ਕੰਮ ਆਉਣਗੇ ਅਗਰ ਇਹ ਗੱਲਾਂ ਤੁਸੀਂ ਸਮਝ ਲਈਆਂ ਤਾਂ। ਮੁਰਦਾਪੁਣੇ ਦੇ ਕੰਮ ਛੱਡ ਦੇਈਏ। ਅਗਰ ਮੁਰਦਾਪੁਣੇ ਦੇ ਕੰਮ ਸਾਡੀ ਜ਼ਿੰਦਗੀ 'ਚ ਅੱਜ ਵੀ ਪਾਏ ਜਾਂਦੇ ਆ ਤੇ ਜਿਉਂਦੇ ਪਰਮੇਸ਼ਵਰ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਆ ਤੇ ਨਾ ਪਰਮੇਸ਼ਵਰ ਦਾ ਸਾਡੇ ਨਾਲ ਸੰਬੰਧ ਹੈ। ਸਾਡੀਆਂ ਪ੍ਰਾਰਥਨਾ ਸੁਣਨ ਵਾਲਾ ਕੋਈ ਨਹੀਂ ਆ, ਸਾਡਾ ਚਿੱਲਾਉਣਾ ਸੁਣਨ ਵਾਲਾ ਕੋਈ ਨਹੀਂ ਆ, ਸਾਡਾ ਰੋਣਾ ਸੁਣਨ ਵਾਲਾ ਕੋਈ ਨਹੀਂ ਹੈ। ਹਾਲੇਲੂਇਆ। ਅਗਰ ਅਸੀਂ ਜਿਉਂਦੇ ਆ ਤਾਂ ਸਾਡਾ ਪਰਮੇਸ਼ਵਰ ਜਿਉਂਦਾ ਆ, ਕਿਉਂਕਿ ਉਹ ਜਿਉਂਦਿਆਂ ਦਾ ਪਰਮੇਸ਼ਵਰ ਆ। ਉਹ ਸਾਡੀਆਂ ਵਿਨਤੀਆਂ, ਅਰਦਾਸਾਂ, ਪ੍ਰਾਰਥਨਾ ਨੂੰ ਸੁਣਨ ਵਾਲਾ, ਉੱਤਰ ਦੇਣ ਵਾਲਾ, ਸਾਡੀ ਸਿਚੁਏਸ਼ਨਸ ਨੂੰ ਚੇਂਜ ਕਰਨ ਵਾਲਾ ਪਰਮੇਸ਼ਵਰ ਹੈ। ਹਾਲੇਲੂਇਆ। ਔਰ ਅੱਗੇ ਲਿਖਿਆ ਆ, ਕਹਿੰਦੇ ਮੈਂ ਤੇਰੇ ਕੰਮਾਂ ਨੂੰ ਜਾਣਦਾ ਆ, ਜੋ ਤੂੰ ਜਿਉਂਦਾ ਕਹਾਉਂਦਾ ਆ ਤੇ ਹੈ ਮੁਰਦਾ ਆ। ਔਰ ਲਿਖਿਆ ਚੌਕਸ ਹੋ ਜਾ ਅਤੇ ਜੋ ਕੁਝ ਰਹਿ ਗਿਆ ਆ ਭਾਵੇਂ ਮਰਨ ਵਾਲਾ ਹੋਵੇ ਉਹਨੂੰ ਪੱਕਿਆਂ ਕਰ ਲਾ। ਪੱਕਿਆਂ ਕਰ ਲਾ ਕਹਿੰਦੇ ਉਹਨੂੰ। ਕਹਿੰਦੇ ਕਿਉਂ ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਵੀ ਨਹੀਂ ਪਾਏ। ਜੋ ਕੰਮ ਤੁਹਾਨੂੰ ਸੌਂਪੇ ਆ, ਜਦੋਂ ਚੁਣੇ ਗਏ ਸੀਗੇ, ਜਦੋਂ ਬੁਲਾਏ ਗਏ ਸੀਗੇ, ਜਦੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਏ ਸੀਗੇ, ਉਦੋਂ ਜੋ ਕਿਰਪਾ ਹੋਈ ਸੀਗੀ, ਉਦੋਂ ਜੋ ਪਰਮੇਸ਼ਵਰ ਨੇ ਤੁਹਾਨੂੰ ਸਮਝਾਇਆ ਸੀ, ਸਿਖਾਇਆ ਸੀ, ਜੋ ਜ਼ਿੰਮੇਵਾਰੀ ਦਿੱਤੀ ਸੀਗੀ, ਕਹਿੰਦਾ ਮੈਂ ਦੇਖਿਆ ਆ ਉਹ ਤੁਹਾਡੇ ਕੰਮ ਜਿਹੜੇ ਤੁਹਾਨੂੰ ਸੌਂਪੇ ਸੀ ਉਹਨਾਂ ਦੇ ਵਿੱਚ ਕੋਈ ਵੀ ਕਹਿੰਦੇ ਮੈਂ ਪੂਰਾ ਨਹੀਂ ਦੇਖਿਆ। ਹਾਲੇਲੂਇਆ। ਸਾਡਾ ਪਰਮੇਸ਼ਵਰ ਜਿਉਂਦਾ ਪਰਮੇਸ਼ਵਰ ਹੈ। ਸਾਡਾ ਪਰਮੇਸ਼ਵਰ ਸੰਪੂਰਨ ਪਰਮੇਸ਼ਵਰ ਆ ਔਰ ਉਹਦੇ ਪੁੱਤਰ ਧੀਆਂ ਵੀ ਸੰਪੂਰਨ ਹੋਣੇ ਚਾਹੀਦੇ। ਅਧੂਰਾ ਉਹਨੂੰ ਪਸੰਦ ਨਹੀਂ ਆ ਕਿਉਂਕਿ ਉਹ ਖੁਦ ਅਧੂਰਾ ਨਹੀਂ ਆ। ਹਾਲੇਲੂਇਆ। ਇਸ ਗੱਲ ਦੇ ਉੱਪਰ ਸਾਨੂੰ ਗੌਰ ਕਰਨ ਦੀ ਜ਼ਰੂਰਤ ਹੈ। ਉਹਨੇ ਜੋ ਕੰਮ ਸਾਨੂੰ ਸੌਂਪੇ ਆ, ਲਾਈਕ ਅਸੀਂ ਅਗਰ ਮਜੀਸ਼ੀਅਨ ਆ, ਅਗਰ ਅਸੀਂ ਵਰਸ਼ਿਪਰ ਆ, ਅਗਰ ਅਸੀਂ ਵੋਲੰਟੀਅਰ ਆ, ਅਗਰ ਅਸੀਂ ਚਰਚ ਦੀ ਹੋਰ ਕੋਈ ਜ਼ਿੰਮੇਵਾਰੀ ਦੇ ਉੱਪਰ ਆ, ਅਸੀਂ ਕੁਝ ਹੋਰ ਖੁਦਾ ਦਾ ਕੰਮ ਕਰਦੇ ਆ, ਵਚਨ ਸੁਣਾਉਂਦੇ ਆ, ਗਵਾਹੀਆਂ ਦੱਸਦੇ ਆ, ਲੋਕਾਂ ਨੂੰ ਸਮਝਾਉਂਦੇ ਆ, ਸਿਖਾਉਂਦੇ ਆ, ਬਿਮਾਰਾਂ ਨੂੰ ਮਿਲਦੇ ਆ, ਜੋ ਕੁਝ ਵੀ ਅਸੀਂ ਕਰਦੇ ਸੀ ਪਰ ਹੁਣ ਨਹੀਂ ਕਰਦੇ। ਕਹਿੰਦਾ ਮੈਂ ਤੁਹਾਡੇ ਕੰਮਾਂ ਨੂੰ ਦੇਖਦਾ ਆ, ਪਰਮੇਸ਼ਵਰ ਦੇ ਅੱਗੇ ਉਹ ਕੋਈ ਵੀ ਪੂਰੇ ਨਹੀਂ ਪਾਏਗੇ। ਹਾਲੇਲੂਇਆ। ਕੋਈ ਵੀ ਪੂਰੇ ਨਹੀਂ ਪਾਏਗੇ। ਕਹਿੰਦਾ ਜਿਸ ਵੀ ਕੰਮ ਦੇ ਵਿੱਚ ਹੱਥ ਪਾ ਲਿਆ ਉਹਨੂੰ ਪੱਕਿਆਂ ਕਰਨ ਦਾ ਯਤਨ ਕਰੋ। ਹਾਲੇਲੂਇਆ। ਔਰ ਅੱਗੇ ਲਿਖਿਆ, ਸੁਣੋ ਬੜੇ ਧਿਆਨ ਦੇ ਨਾਲ, ਕਹਿੰਦਾ ਚੌਕਸ ਹੋ ਜਾ। ਹਾਂ, ਆਤਮਾ ਦੇ ਵਿੱਚ ਇਸ ਤਰ੍ਹਾਂ ਨਹੀਂ ਚੱਲ ਹੁੰਦਾ ਕਿ ਜਦੋਂ ਦਿਲ ਕੀਤਾ ਦੁਆ ਕਰ ਲਈ, ਜਦੋਂ ਦਿਲ ਕੀਤਾ ਰਹਿਣ ਦਿੱਤਾ, ਏਦਾਂ ਨਹੀਂ। ਕਹਿੰਦਾ ਚੌਕਸੀ ਕਰਨੀ ਪੈਂਦੀ ਹੈ। ਜਿੱਦਾਂ ਉਹ ਚਤਰ 5 ਕੁਵਾਰੀਆਂ ਸੀਗੀਆਂ, ਚਤੁਰਾਈ ਦੇ ਵਿੱਚ ਉਹਨਾਂ ਨੇ ਆਪਣੀ ਆਤਮਿਕ ਜ਼ਿੰਦਗੀ ਦੀ ਰਾਖੀ ਕੀਤੀ। ਇਹ ਨਹੀਂ ਆ ਵੀ ਤੁਸੀਂ ਚਲਾਕ ਹੋ ਜਾਓ ਆਤਮਾ ਦੇ ਵਿੱਚ ਤੇ ਪਰਮੇਸ਼ਵਰ ਤੁਹਾਨੂੰ ਪਸੰਦ ਨਹੀਂ ਕਰੂਗਾ, ਕਿ ਬਾਈਬਲ ਕਿੱਦਾਂ ਕਹਿੰਦਾ ਕਿ ਤੁਸੀਂ ਕਬੂਤਰਾਂ ਵਰਗੇ ਭੋਲੇ ਹੋ ਜਾਓ। ਨਹੀਂ, ਏਦਾਂ ਨਹੀਂ। ਪਾਪ ਦੇ ਪ੍ਰਤੀ ਤੁਸੀਂ ਭੋਲੇ ਹੋਣਾ ਕਿ ਤੁਹਾਨੂੰ ਪਤਾ ਹੀ ਕੱਖ ਨਹੀਂ। ਹਾਲੇਲੂਇਆ। ਕਹਿੰਦਾ ਜਿਹੜਾ ਬੰਦਾ ਆਪਣੇ ਆਪ ਨੂੰ ਇੱਕ ਬਾਲਕ ਦੀ ਨਿਆਈ ਨਹੀਂ ਬਣਾਉਂਦਾ, ਬੱਚੇ ਦੀ ਨਿਆਈ ਨਹੀਂ ਬਣਾਉਂਦਾ, ਉਹ ਸਵਰਗ ਦੇ ਵਿੱਚ ਜਾ ਹੀ ਨਹੀਂ ਸਕਦਾ। ਬੱਚੇ ਦੀ ਨਿਆਈ ਬਣਾਉਣ ਦਾ ਮਤਲਬ ਪਤਾ ਕੀ ਆ, ਅਸੀਂ ਵੱਡੇ ਤਾਂ ਹੋ ਗਏ ਆ ਪਰ ਸਾਡੀਆਂ ਜਿਹੜੀਆਂ ਪਾਪ ਦੇ ਪ੍ਰਤੀ ਜਿਹੜੀਆਂ ਇੰਦਰੀਆਂ ਬੱਚੇ ਦੀ ਤਰ੍ਹਾਂ ਹੋਣੇ ਚਾਹੀਦੀਆਂ। ਪਾਪ ਦੇ ਪ੍ਰਤੀ ਸਾਡੀ ਸੋਚ, ਸਾਡੀਆਂ ਅੱਖਾਂ, ਦੇਖਣ ਵਾਲੇ ਪਾਪ ਦੇ ਪ੍ਰਤੀ ਸਾਡੀਆਂ ਅੱਖਾਂ ਇਸ ਤਰ੍ਹਾਂ ਬੱਚੇ ਦੀ ਨਿਆਈ ਹੋਣੀ ਚਾਹੀਦੀ ਹੈ ਕਿ ਸਾਨੂੰ ਕੁਝ ਪਤਾ ਹੀ ਨਹੀਂ ਆ, ਸਾਡੀਆਂ ਅੱਖਾਂ ਦੇਖ ਕੀ ਰਹੀਆਂ ਆ। ਹਾਲੇਲੂਇਆ। ਮੈਂ ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ। ਕਹਿੰਦਾ ਬੱਚੇ ਦੀ ਨਿਆਈ ਬਣੋ। ਸਾਡੀਆਂ ਸੋਚਾਂ
ਅਸੀਂ ਬੇਸ਼ੱਕ ਅਡਲਟ ਹੋ ਜਾਈਏ, ਅਸੀਂ ਵੱਡੇ ਹੋ ਗਏ ਆ, ਅਸੀਂ ਉਮਰ ਦੇ ਵਿੱਚ ਜ਼ਿਆਦਾ ਹੋ ਗਏ ਆ, ਲੇਕਿਨ ਸਾਡੀਆਂ ਸੋਚਾਂ, ਸਾਡੇ ਖਿਆਲ ਆਤਮਿਕ ਤੌਰ ਦੇ ਉੱਪਰ ਜਿਹੜੇ ਆ ਪਰਫੈਕਸ਼ਨ ਦੇ ਵਿੱਚ ਹੋਣੇ ਚਾਹੀਦੇ ਆ। ਪਰ ਪਾਪ ਦੇ ਪ੍ਰਤੀ ਅਸੀਂ ਬੱਚੇ ਹੀ ਬਣੇ ਰਹਿਣਾ ਹੈ, ਕਿਉਂਕਿ ਬੱਚੇ ਨੂੰ ਕੁਝ ਨਹੀਂ ਪਤਾ ਪਾਪ ਦੇ ਪ੍ਰਤੀ, ਸਰੀਰਕ ਅਭਿਲਾਸ਼ਾਵਾਂ ਦੇ ਪ੍ਰਤੀ। ਹਾਲੇਲੂਇਆ। ਜਦੋਂ ਅਸੀਂ ਜਵਾਨ ਹੋਣ ਦੀ ਕੋਸ਼ਿਸ਼ ਕਰਦੇ ਆ ਪਾਪ ਦੇ ਪ੍ਰਤੀ, ਫਿਰ ਅਸੀਂ ਪਰਮੇਸ਼ਵਰ ਤੋਂ ਦੂਰ ਹੁੰਦੇ ਆ, ਫਿਰ ਅਸੀਂ ਬਰਕਤਾਂ ਤੋਂ ਦੂਰ ਹੁੰਦੇ ਆ, ਫਿਰ ਅਸੀਂ ਪਵਿੱਤਰ ਆਤਮਾ ਤੋਂ ਦੂਰ ਹੁੰਦੇ ਆ। ਹਾਲੇਲੂਇਆ। ਖੁਦਾ ਸਾਡੇ ਤੋਂ ਦੂਰੀ ਨਹੀਂ ਬਣਾਉਂਦਾ, ਯਾਦ ਰੱਖਣਾ। ਅਸੀਂ ਖੁਦ ਖੁਦਾ ਨੂੰ ਆਪਣੇ ਆਪ ਤੋਂ ਦੂਰ ਕਰਦੇ ਹਾਂ, ਜਾਂ ਖੁਦ ਅਸੀਂ ਆਪਣੇ ਆਪ ਨੂੰ ਖੁਦਾ ਤੋਂ ਦੂਰ ਕਰਦੇ ਹਾਂ, ਪਾਪ ਦੇ ਦੁਆਰਾ, ਬੁਰਾਈ ਦੇ ਦੁਆਰਾ, ਸਰੀਰਕ ਅਭਿਲਾਸ਼ਾਵਾਂ ਦੇ ਦੁਆਰਾ। ਕਹਿੰਦਾ ਮੈਂ ਤੁਹਾਡੇ ਜੋ ਕੰਮ ਸੌਂਪੇ ਸੀਗੇ ਉਹਨਾਂ ਨੂੰ ਕੋਈ ਵੀ ਪਰਮੇਸ਼ਵਰ ਦੇ ਅੱਗੇ ਪੂਰਾ ਨਹੀਂ ਪਾਇਆ ਮੈਂ। ਹਾਲੇਲੂਇਆ। ਔਰ ਅੱਗੇ ਲਿਖਿਆ, ਕਹਿੰਦਾ ਇਸ ਲਈ ਚੇਤੇ ਕਰ ਭਈ ਤੈਂ ਕਿਸ ਬਿੱਧ ਪ੍ਰਾਪਤ ਕੀਤਾ ਸੀ ਅਤੇ ਸੁਣਿਆ ਸੀਗਾ। ਯਾਦ ਕਰੋ ਕਿੱਦਾਂ ਗ੍ਰਹਿਣ ਕੀਤਾ ਸੀਗਾ ਖੁਦਾ ਨੂੰ, ਕਿੱਦਾਂ ਗ੍ਰਹਿਣ ਕੀਤਾ ਸੀਗਾ ਖੁਦਾ ਦੇ ਕੋਲੋਂ ਜੋ ਬਰਕਤਾਂ ਮਿਲੀਆਂ। ਪਵਿੱਤਰ ਆਤਮਾ ਨੂੰ ਕਿੰਨਾ ਤਰੱਦਦ ਦੇ ਨਾਲ ਅਸੀਂ ਪ੍ਰਾਪਤ ਕੀਤਾ, ਪਵਿੱਤਰ ਆਤਮਾ ਨੂੰ ਅਸੀਂ ਕਿੰਨੇ ਜ਼ੋਰ ਦੇ ਨਾਲ ਪ੍ਰਾਪਤ ਕੀਤਾ, ਔਰ ਕਿੰਨੀ ਕੁ ਦੀ ਸਾਂਭ ਕੀਤੀ, ਕਿੰਨਾ ਕੁ ਦੀ ਅਗਵਾਈ ਦੇ ਵਿੱਚ ਚੱਲੇ, ਕਿੰਨਾ ਕੁ ਦੀ ਆਗਿਆਕਾਰੀ ਦੇ ਵਿੱਚ ਚੱਲੇ, ਕਿੰਨੀਆਂ ਕੁ ਪਵਿੱਤਰ ਆਤਮਾ ਦੀਆਂ ਗੱਲਾਂ ਨੂੰ ਮੰਨਿਆ, ਕਿੰਨਾ ਕੁ ਪਵਿੱਤਰ ਆਤਮਾ ਦੀਆਂ ਗੱਲਾਂ ਨੂੰ ਸੁਣਿਆ। ਕਹਿੰਦਾ ਇਸ ਗੱਲ ਦੇ ਉੱਪਰ ਧਿਆਨ ਦਿਓ, ਚੌਕਸ ਹੋ ਜਾ। ਕਹਿੰਦਾ ਚੌਕਸ ਹੋ ਜਾ, ਕਹਿੰਦਾ ਆਪਣੇ ਚਾਲ ਚੱਲਣ ਦੇ ਲਈ, ਆਪਣੇ ਉੱਠਣ ਬੈਠਣ ਦੇ ਲਈ, ਮੇਲ ਮਿਲਾਪ ਦੇ ਲਈ, ਸੁਣਨ ਦੇ ਲਈ, ਸਮਝਣ ਦੇ ਲਈ, ਦੇਖਣ ਦੇ ਲਈ, ਬੋਲਣ ਦੇ ਲਈ, ਮਨ ਦੇ ਵਿਚਾਰਾਂ ਦੇ ਲਈ। ਕਹਿੰਦਾ ਚੌਕਸ ਹੋ ਜਾ ਜੇ ਆਤਮਾ ਦੇ ਵਿੱਚ ਚੱਲਣਾ ਤਾਂ। ਕਹਿੰਦਾ ਕਿਉਂਕਿ ਮੈਂ ਤੇਰੇ ਕੰਮਾਂ ਨੂੰ ਦੇਖਿਆ, ਕਹਿੰਦਾ ਪਰਮੇਸ਼ਵਰ ਦੇ ਅੱਗੇ ਕੋਈ ਵੀ ਪੂਰੇ ਨਹੀਂ ਪਾਏਗਾ। ਹਾਲੇਲੂਇਆ। ਕਿਤੇ ਅਸੀਂ ਵੀ ਇਸ ਰੀਤੀ ਦੇ ਨਾਲ ਨਾ ਹੋਈਏ, ਕਿਉਂਕਿ ਸਾਰਦਿਸ ਦੀ ਕਲੀਸਿਆ ਨੂੰ ਦੂਤ ਆਖਦਾ ਹੈ, ਔਰ ਅੱਜ ਦਾ ਵਚਨ ਤੁਹਾਨੂੰ ਤੇ ਮੈਨੂੰ ਆਖਦਾ ਹੈ, ਕਿਤੇ ਅਸੀਂ ਅਧੂਰੇ ਨਾ ਹੋ ਜਾਈਏ, ਕਿ ਅਸੀਂ ਪਰਮੇਸ਼ਵਰ ਸਾਡੇ ਉੱਪਰ ਨਿਗਾਹ ਕਰੇ ਤੇ ਅਸੀਂ ਅਧੂਰੇ ਨਾ ਪਾਏ ਜਾਈਏ, ਤੇ ਫਿਰ ਉਹ ਸਾਨੂੰ ਬਰਕਤ ਨਹੀਂ ਦੇ ਸਕਦਾ, ਉਹ ਸਾਨੂੰ ਆਸ਼ੀਸ਼ ਨਹੀਂ ਦੇ ਸਕਦਾ। ਕਿਉਂਕਿ ਅਗਰ ਤੁਹਾਡੇ ਕੋਲ ਇੱਕ ਗਿਲਾਸ ਹੈ ਤਾਂ ਉਹਦੇ ਵਿੱਚ ਜੱਗ ਦੁਆਰਾ ਪਾਣੀ ਨਹੀਂ ਪਾਇਆ ਜਾ ਸਕਦਾ ਪੂਰਾ, ਕਿਉਂਕਿ ਜੱਗ ਦੇ ਵਿੱਚ ਕੁਆਂਟੀਟੀ ਜ਼ਿਆਦਾ ਹੁੰਦੀ ਔਰ ਗਿਲਾਸ ਦੇ ਵਿੱਚ ਘੱਟ ਹੁੰਦੀ ਆ। ਔਰ ਪਰਮੇਸ਼ਵਰ ਇੱਕ ਜੱਗ ਦੀ ਤਰ੍ਹਾਂ ਸਾਨੂੰ ਬਰਕਤ ਦੇਣਾ ਚਾਹੁੰਦਾ, ਔਰ ਅਸੀਂ ਗਿਲਾਸ ਲੈ ਕੇ ਬੈਠੇ ਪਏ। ਉਹਨੇ ਉਡੇਲ ਦੇਣਾ ਹੈ ਸਾਰਾ, ਪਰ ਸਾਡੇ ਕੋਲ ਜਗ੍ਹਾ ਨਹੀਂ ਸਾਂਭਣ ਦੇ ਲਈ। ਕਿਉਂ? ਕਿਉਂਕਿ ਅਸੀਂ ਚੌਕਸ ਨਹੀਂ ਆਪਣੀ ਆਤਮਿਕ ਜ਼ਿੰਦਗੀ ਦੇ ਵਿੱਚ, ਨਾ ਅਸੀਂ ਚਾਲ ਚੱਲਣ ਦੇ ਵਿੱਚ ਆਪਣੀ ਚੁਸਤੀ ਵਰਤਦੇ ਹਾਂ ਕਿ ਅਸੀਂ ਕਿੱਦਾਂ ਚੱਲਦੇ ਹਾਂ, ਕਿੱਦਾਂ ਅਸੀਂ ਬੈਠਦੇ ਹਾਂ, ਕਿੰਨਾ ਲੋਕਾਂ ਦੇ ਨਾਲ ਮਿਲਦੇ ਹਾਂ। ਜ਼ਰੂਰੀ ਨਹੀਂ ਕਿ ਕੋਈ ਬੰਦਾ ਚਰਚ ਦਾ ਤਾਂ ਤੁਸੀਂ ਉਹਦੇ ਨਾਲ ਮਿਲੋ ਔਰ ਤੁਹਾਨੂੰ ਪਤਾ ਹੀ ਨਾ ਲੱਗੇ ਕਿ ਉਹ ਕਿਸ ਤਰ੍ਹਾਂ ਦਾ ਪਰਸਨ ਹੈ। ਬਾਈਬਲ ਕਹਿੰਦਾ ਆਤਮਾ ਦਾ ਵਰਦਾਨ ਹੈ ਕਿ ਆਤਮਾ ਦੀ ਪਰਖ ਕਰਨਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਪਰਸਨ ਦੇ ਨਾਲ ਮਿਲਦੇ ਆ। ਬੇਸ਼ੱਕ ਤੁਹਾਡਾ ਇੱਕ ਸੰਸਾਰਕ ਤੌਰ ਤੇ ਬੜਾ ਪਿਆਰ ਹੋਵੇ ਕਿਸੇ ਭੈਣ ਦੇ ਨਾਲ ਜਾਂ ਕਿਸੇ ਭਰਾ ਦੇ ਨਾਲ, ਔਰ ਤੁਹਾਡਾ ਮੇਲ ਮਿਲਾਪ ਹੋਵੇ ਉਸ ਦੇ ਨਾਲ, ਪਰ ਯਾਦ ਰੱਖੋ ਕਿ ਉਹਦੇ ਨਾਲ ਤੁਹਾਡੀ ਜਿਹੜੀ ਆਤਮਿਕ ਜ਼ਿੰਦਗੀ ਨੂੰ ਫਰਕ ਨਹੀਂ ਪੈਣਾ ਚਾਹੀਦਾ। ਤੁਹਾਡਾ ਜਿਹੜਾ ਆਤਮਾ ਸਥਿਰਤਾ ਦਾ ਆਤਮਾ ਤੁਹਾਡੇ ਅੰਦਰ ਕੰਮ ਕਰਦਾ ਆ, ਉਹਦੇ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਇਹ ਅਸੀਂ ਚੌਕਸੀ ਕਰਨੀ ਆ, ਇਹ ਕਿਸੇ ਹੋਰ ਨੇ ਚੌਕਸੀ ਨਹੀਂ ਕਰਨੀ ਆ। ਅਗਰ ਅਸੀਂ ਆਤਮਾ ਦੇ ਵਿੱਚ ਚੱਲਦੇ ਆ ਜਾਂ ਆਪਣੇ ਅੰਦਰ ਸਥਿਰਤਾ ਦੇ ਆਤਮਾ ਨੂੰ ਪੈਦਾ ਕਰਨਾ ਚਾਹੁੰਦੇ ਆ, ਤੇ ਫਿਰ ਸਾਨੂੰ ਇਹਨਾਂ ਗੱਲਾਂ ਦੇ ਉੱਪਰ ਗੌਰ ਕਰਨਾ ਪੈਣਾ ਹੈ ਕਿ ਅਸੀਂ ਕਿਸ ਪਰਸਨ ਨੂੰ ਮਿਲਦੇ ਆ। ਉਹਦੇ ਮਿਲਣ ਦੇ ਦੁਆਰਾ ਜਾਂ ਸਾਡਾ ਉਹਦੇ ਨਾਲ ਮਿਲਣਾ ਆਸ਼ੀਸ਼ ਦਾ ਕਾਰਨ ਬਣਦਾ, ਤਰੱਕੀ ਦਾ ਕਾਰਨ ਬਣਦਾ ਪਿਆ, ਜਾਂ ਅਸੀਂ ਇੱਕ ਆਤਮਿਕ ਤੌਰ ਤੋਂ ਅਸੀਂ ਹਟਦੇ ਪਏ ਹਾਂ ਔਰ ਸਰੀਰਕ ਕਾਮਨਾਵਾਂ ਦੇ ਵਿੱਚ ਫਸਦੇ ਪਏ ਹਾਂ। ਇਹਨਾਂ ਗੱਲਾਂ ਦੀ ਅਸੀਂ ਚੌਕਸੀ ਕਰਨੀ। ਕਹਿੰਦਾ ਕੋਈ ਵੀ ਕੰਮ ਪੂਰਾ ਨਹੀਂ ਪਾਇਆ ਗਿਆ ਜਦੋਂ ਖੁਦਾ ਦੀ ਨਜ਼ਰਾਂ 'ਚ ਦੇਖਿਆ ਗਿਆ। ਨਾ ਬਾਈਬਲ ਪੜ੍ਹਨ ਦੇ ਵਿੱਚ ਪੂਰੇ ਪਾਏਂਗੇ, ਨਾ ਪ੍ਰਾਰਥਨਾ ਕਰਨ ਦੇ ਵਿੱਚ, ਨਾ ਰੋਜ਼ੇ ਰੱਖਣ ਦੇ ਵਿੱਚ, ਨਾ ਰੈਗੂਲਰ ਚਰਚ ਆਉਣ ਦੇ ਵਿੱਚ, ਨਾ ਸੰਗਤੀ ਕਰਨ ਦੇ ਵਿੱਚ, ਨਾ ਖੁਦਾ ਦਾ ਵਚਨ ਸੁਣਾਉਣ ਦੇ ਵਿੱਚ, ਨਾ ਉਹਦੇ ਗਵਾਹ ਬਣਨ ਦੇ ਵਿੱਚ। ਕਹਿੰਦਾ ਅਸੀਂ ਅਧੂਰੇ ਹਾਂ। ਕਹਿੰਦਾ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਅਸੀਂ ਪੂਰੇ ਨਹੀਂ ਪਾਏਗੇ। ਕਹਿੰਦਾ ਉਹਨੇ ਤੁਹਾਡੇ ਕੰਮਾਂ ਨੂੰ ਦੇਖਿਆ, ਪਰ ਅਸੀਂ ਸਾਡੇ ਕੰਮ ਉਹਦੀ ਨਜ਼ਰਾਂ 'ਚ ਪੂਰੇ ਨਹੀਂ ਪਾਏਗੇ। ਔਰ ਅੱਗੇ ਲਿਖਿਆ, ਕਹਿੰਦਾ ਇਸ ਲਈ ਚੇਤੇ ਕਰ ਵੀ ਤੈਂ ਕਿਸ ਬਿੱਦ ਪ੍ਰਾਪਤ ਕੀਤਾ ਸੀ। ਯਾਦ ਕਰੋ, ਇਹ ਰੁਤਬਾ, ਇਹ ਸ਼ਾਨੋ ਸ਼ੌਕਤ, ਇਹ ਅਮੀਰੀ, ਇਹ ਪੈਸਾ, ਇਹ ਬਲੇਸਿੰਗਸ ਕਹਿੰਦਾ ਕਿੱਦਾਂ ਹਾਸਲ ਕੀਤੀਆਂ ਸੀਗੀਆਂ। ਯਾਦ ਕਰੋ ਕਿਸ ਬਿੱਦ ਪ੍ਰਾਪਤ ਕੀਤੀਆਂ ਸੀਗੀਆਂ, ਕਿੱਦਾਂ ਉਹਨੇ ਰੂੜੀ ਤੋਂ ਸਾਨੂੰ ਚੱਕਿਆ ਔਰ ਅੱਜ ਸਾਨੂੰ ਉਹਦੀ ਕਦਰ ਨਹੀਂ। ਕਿੱਦਾਂ ਉਹਨੇ ਸਾਨੂੰ ਜ਼ੀਰੋ ਤੋਂ ਉੱਪਰ ਲਿਆਂਦਾ ਔਰ ਅੱਜ ਸਾਨੂੰ ਕਦਰ ਨਹੀਂ। ਕਿੱਦਾਂ ਉਹਨੇ ਸਾਨੂੰ ਬਲੈਸ ਕੀਤਾ, ਕਿੱਦਾਂ ਉਹਨੇ ਸਾਨੂੰ ਕਰਜ਼ੇ ਤੋਂ ਆਜ਼ਾਦ ਕੀਤਾ, ਕਿੱਦਾਂ ਉਹਨੇ ਸਾਨੂੰ ਬਿਮਾਰੀ ਤੋਂ ਆਜ਼ਾਦ ਕੀਤਾ, ਕਿੱਦਾਂ ਅਸੀਂ ਚੰਗਾਈ ਨੂੰ ਕਿਸ ਬਿੱਦ ਪ੍ਰਾਪਤ ਕੀਤਾ। ਕਹਿੰਦਾ ਯਾਦ ਕਰ ਕਿਸ ਬਿੱਦ ਤੂੰ ਪ੍ਰਾਪਤ ਕੀਤਾ, ਕਿਸ ਰੀਤੀ ਦੇ ਨਾਲ ਤੂੰ ਹਾਸਲ ਕੀਤਾ ਇਹ ਰੁਤਬਾ, ਇਹ ਸ਼ਾਨੋ ਸ਼ੌਕਤ। ਹਾਂ, ਕਹਿੰਦਾ ਯਾਦ ਕਰ। ਅੱਗੇ ਲਿਖਿਆ,
ਕਹਿੰਦਾ ਉਹਦੀ ਪਾਲਣਾ ਕਰ ਤੇ ਤੌਬਾ ਕਰ। ਕਹਿੰਦਾ ਕਿਸ ਵਿਧ ਤੂੰ ਪ੍ਰਾਪਤ ਕੀਤਾ ਤੇ ਸੁਣਿਆ ਆ, ਕਹਿੰਦਾ ਉਹਦੀ ਪਾਲਣਾ ਕਰ ਤੇ ਤੌਬਾ ਕਰ। ਕਹਿੰਦਾ ਉਪਰੰਤ ਕਹਿੰਦਾ ਜੇ ਤੂੰ ਨਾ ਜਾਗਿਆ, ਸੁਣਨਾ ਬੜੇ ਧਿਆਨ ਦੇ ਨਾਲ, ਕਹਿੰਦਾ ਅਗਰ ਤੂੰ ਨਾ ਜਾਗਿਆ ਤਾਂ ਮੈਂ ਕਹਿੰਦਾ ਚੋਰ ਵਾਂਗੂ ਆਵਾਂਗਾ ਅਤੇ ਤੈਨੂੰ ਮੁੱਲੋਂ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਪਰ ਕਿਹੜੀ ਘੜੀ ਆ ਪਾਵਾਂਗਾ। ਹਾਲੇਲੂਇਆ। ਕਹਿੰਦਾ ਜੇ ਤੈਂ ਨਾ ਜਾਗਿਆ, ਹੁਣ ਜਾਗਣ ਵਾਲਾ ਬੰਦਾ ਅੱਖਾਂ ਖੁੱਲੀਆਂ ਆ, ਉਹਨੂੰ ਪਤਾ ਲੱਗਦਾ ਆ ਕਿ ਕੌਣ ਆਇਆ ਤੇ ਕੌਣ ਗਿਆ ਆ। ਇਹ ਆ ਸਰੀਰਕ ਤੌਰ ਤੇ ਅਸੀਂ ਆਪਣੀਆਂ ਅੱਖਾਂ ਖੁੱਲੀਆਂ ਅੱਖਾਂ ਦੇ ਨਾਲ ਦੇਖ ਸਕਦੇ ਹਾਂ। ਅਗਰ ਅਸੀਂ ਆਤਮਿਕ ਅੱਖਾਂ ਨੂੰ ਖੋਲਦੇ ਹਾਂ ਆਪਣੇ, ਤਾਂ ਸਾਨੂੰ ਪਤਾ ਲੱਗੇਗਾ ਕਿ ਪਰਮੇਸ਼ਵਰ ਦੀ ਹਜ਼ੂਰੀ ਕਦੋਂ ਸਾਡੇ ਵਿੱਚ ਆਈ ਹੈ ਔਰ ਕਦੋਂ ਉਹ ਆਪਣਾ ਕੰਮ ਕਰਕੇ ਚਲਾ ਗਿਆ ਆ ਔਰ ਕਦੋਂ ਆਇਆ ਹੈ ਆਪਣੇ ਲੋਕਾਂ ਦੇ ਵਿੱਚ ਕੰਮ ਕਰਨ ਦੇ ਲਈ। ਹਾਲੇਲੂਇਆ। ਇਹ ਉਦੋਂ ਹੋਏਗਾ ਜਦੋਂ ਅਸੀਂ ਜਾਗਾਂਗੇ ਆਤਮਾ ਦੇ ਵਿੱਚ। ਬਾਈਬਲ ਕਹਿੰਦਾ ਪਰਮੇਸ਼ਵਰ ਨੇ ਤੁਹਾਡੇ ਉੱਪਰ ਚਮਕਣਾ ਹੀ ਨਹੀਂ, ਕਹਿੰਦਾ ਉਹਨੇ ਆਪਣੇ ਮੁਖ ਦਾ ਪ੍ਰਕਾਸ਼ ਤੁਹਾਡੇ ਉੱਪਰ ਚਮਕਾਉਣਾ ਹੀ ਨਹੀਂ ਆ ਜਦ ਤੱਕ ਅਸੀਂ ਜਾਗਾਂਗੇ ਨਹੀਂ। ਕਹਿੰਦਾ ਹੇ ਸੌਣ ਵਾਲਿਆ ਜਾਗ, ਤਾਂ ਮਸੀਹ ਤੇਰੇ ਉੱਪਰ ਚਮਕੇਗਾ। ਨੀਂਦਰ ਤੋਂ ਜਾਗ, ਕਹਿੰਦਾ ਉੱਠ, ਤਾਂ ਮਸੀਹ ਤੇਰੇ ਉੱਪਰ ਚਮਕੇਗਾ। ਕਹਿੰਦਾ ਆਪਣੇ ਮੁਖ ਦਾ ਪ੍ਰਕਾਸ਼ ਤੇਰੇ ਮੂੰਹ ਦੇ ਉੱਪਰ ਚਮਕਾਏਗਾ, ਤੇਰੀ ਜ਼ਿੰਦਗੀ ਦੇ ਉੱਪਰ ਚਮਕਾਏਗਾ। ਹਾਲੇਲੂਇਆ। ਕਦੋਂ ਹੋਏਗਾ? ਜਦੋਂ ਅਸੀਂ ਜਾਗਾਂਗੇ। ਕਹਿੰਦਾ ਜੇ ਤੂੰ ਨਾ ਜਾਗਿਆ, ਕਹਿੰਦਾ ਚੱਲ ਤੌਬਾ ਕਰ, ਤੇ ਕਹਿੰਦਾ ਹੁਣ ਤੇਰੇ ਜਾਗਣ ਦਾ ਵੇਲਾ। ਕਹਿੰਦਾ ਜਾਗ। ਰੋਮੀਆਂ ਦੇ ਵਿੱਚ ਵੀ ਪੌਲ ਇਹੀ ਕਹਿੰਦਾ ਹੁਣ ਜਾਗਣ ਦਾ ਵੇਲਾ ਹੈ। ਹੁਣ ਨੀਂਦਰ ਤੋਂ ਕਹਿੰਦਾ ਜਾਗਣ ਦਾ ਵੇਲਾ ਹੈ। ਹੁਣ ਚਾਨਣ ਦੇ ਵਿੱਚ ਚੱਲਣ ਦਾ ਵੇਲਾ ਆ। ਹਨੇਰੇ ਦੇ ਕੰਮ ਕਹਿੰਦਾ ਹੁਣ ਛੱਡਣ ਦਾ ਵੇਲਾ ਆ। ਬੋਲੋ ਆਮੀਨ। ਹਾਲੇਲੂਇਆ। ਔਰ ਅੱਗੇ ਲਿਖਿਆ, ਕਹਿੰਦਾ ਜੇ ਤੂੰ ਨਾ ਜਾਗਿਆ ਤਾਂ ਮੈਂ ਕਹਿੰਦਾ ਚੋਰ ਦੀ ਤਰ੍ਹਾਂ ਆਵਾਂਗਾ, ਮੈਂ ਤੈਨੂੰ ਮੁੱਲੋਂ ਹੀ ਪਤਾ ਨਾ ਹੋਵੇਗਾ। ਤੈਨੂੰ ਕਹਿੰਦਾ ਪਤਾ ਹੀ ਨਹੀਂ ਹੋਵੇਗਾ ਕਿ ਮੈਂ ਕਦੋਂ ਆਵਾਂਗਾ ਔਰ ਕਹਿੰਦਾ ਤੇਰੇ ਉੱਪਰ ਕਿਹੜੀ ਘੜੀ ਆ ਪਾਵਾਂਗਾ। ਕਹਿੰਦਾ ਪਰ ਸੁਣਨਾ ਬੜੇ ਧਿਆਨ ਦੇ ਨਾਲ, ਕਹਿੰਦਾ ਪਰ ਤੇਰੇ ਕੋਲ ਸਾਰਦੀਸ ਵਿੱਚ ਥੋੜੇ ਜਣੇ ਹਨ ਜਿਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ। ਇਸ ਤਰ੍ਹਾਂ ਦੇ ਵੀ ਲੋਕ ਹੈਗੇ ਜਿਨ੍ਹਾਂ ਨੇ ਪਾਪ ਨੂੰ ਆਪਣੇ ਉੱਪਰ ਫਲਵੰਤ ਨਹੀਂ ਹੋਣ ਦਿੱਤਾ ਜਾਂ ਫਤਿਹ ਨਹੀਂ ਪਾਉਣ ਦਿੱਤਾ ਜਾਂ ਆਪਣੇ ਆਪ ਨੂੰ ਪਾਪ ਦੇ ਗੁਲਾਮ ਨਹੀਂ ਬਣਾਇਆ। ਕਹਿੰਦਾ ਇਸ ਤਰ੍ਹਾਂ ਦੇ ਲੋਕ ਹਲੇ ਹੈਗੇ ਆ। ਔਰ ਲਿਖਿਆ ਕਹਿੰਦੇ ਜਿਨ੍ਹਾਂ ਨੇ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ। ਔਰ ਲਿਖਿਆ ਉਹ ਉਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਨਗੇ, ਇਸ ਲਈ ਜੋ ਉਹ ਸੁਜੋਗ ਹਨ, ਮਤਲਬ ਕੋਈ ਵੀ ਦਾਗ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਅੰਦਰ। ਉਹ ਕਹਿੰਦਾ ਮੇਰੇ ਨਾਲ ਫਿਰਨਗੇ, ਮੇਰੇ ਨਾਲ ਨਾਲ ਰਹਿਣਗੇ, ਮੈਂ ਉਹਨਾਂ ਦੇ ਨਾਲ ਨਾਲ ਰਵਾਂਗਾ। ਬੋਲੋ ਆਮੀਨ। ਹਾਲੇਲੂਇਆ। ਸਾਰੇ ਦਾਗ ਜਿਹੜੇ ਯਿਸੂ ਮਸੀਹ ਦੇ ਲਹੂ ਦੇ ਨਾਲ ਧੋਤੇ ਜਾਂਦੇ ਆ, ਜਿਹੜੇ ਆਤਮਿਕ ਦਾਗ ਆ, ਜਿਹੜੇ ਆ ਕੱਪੜਿਆਂ ਦੇ ਉੱਪਰ ਦਾਗ ਹੁੰਦੇ ਆ ਜਾਂ ਕਿਸੇ ਹੋਰ ਵਸਤੂ ਦੇ ਉੱਪਰ ਦਾਗ ਹੁੰਦੇ ਆ, ਇਹ ਡਿਟਰਜੈਂਟ ਦੇ ਨਾਲ ਸਾਬਣ ਸੁਬਣ ਦੇ ਨਾਲ ਇਹ ਮਿਟ ਮੁੱਟ ਜਾਂਦੇ ਆ। ਲੇਕਿਨ ਜਿਹੜੇ ਆਤਮਿਕ ਦਾਗ ਆ, ਦਿਲ ਦੇ ਉੱਪਰ ਦਾਗ ਆ, ਸਾਡੇ ਆਤਮਾ ਦੇ ਉੱਪਰ ਦਾਗ ਆ, ਇਹ ਇਸ ਰੀਤੀ ਦੇ ਨਾਲ ਨਹੀਂ ਮਿਟਣ ਵਾਲੇ, ਚਾਹੇ ਜਿੰਨਾ ਮਰਜ਼ੀ ਜ਼ੋਰ ਲਗਾ ਲਓ। ਇਹ ਆਤਮਿਕ ਤੌਰ ਤੇ ਜਿਹੜੇ ਦਾਗ ਆ, ਇਹ ਯਿਸੂ ਮਸੀਹ ਦੇ ਲਹੂ ਦੇ ਨਾਲ ਹੀ ਧੋਤੇ ਜਾਂਦੇ ਆ, ਕਲੀਨ ਕੀਤੇ ਜਾਂਦੇ ਆ ਔਰ ਬੰਦਾ ਯਿਸੂ ਮਸੀਹ ਦੇ ਨਸਰਾਂ ਦੇ ਵਿੱਚ ਫਿਰ ਪਰਫੈਕਟ ਹੋ ਜਾਂਦਾ, ਕਲੀਨ ਅਪ ਜਦੋਂ ਉਹਦਾ ਹੋ ਜਾਂਦਾ ਹੈ। ਬੋਲੋ ਹਾਲੇਲੂਇਆ। ਕਹਿੰਦਾ ਉਹ ਲੋਕ ਮੇਰੇ ਨਾਲ ਫਿਰਨਗੇ, ਉਹ ਲੋਕ ਮੇਰੇ ਨਾਲ ਰਹਿਣਗੇ, ਕਿਉਂਕਿ ਉਹ ਕਹਿੰਦਾ ਸੁਜੋਗ ਹਨ, ਮਤਲਬ ਕੋਈ ਦਾਗ ਨਹੀਂ ਹੈ ਉਹਨਾਂ ਦੀ ਜ਼ਿੰਦਗੀਆਂ ਦੇ ਉੱਪਰ। ਔਰ ਲਿਖਿਆ ਕਹਿੰਦੇ ਜਿਹੜਾ ਜਿੱਤਣ ਵਾਲਾ ਆ ਉਹਨੂੰ ਮੈਂ ਇਸੇ ਪ੍ਰਕਾਰ ਚਿੱਟੇ ਬਸਤਰ ਪਹਿਨਾਏ ਜਾਣਗੇ ਅਤੇ ਮੈਂ ਉਹਦਾ ਨਾਮ ਜੀਵਨ ਦੀ ਪੋਥੀ ਦੇ ਵਿੱਚੋਂ ਕਦੇ ਨਾ ਮਿਟਾਂਗਾ। ਬੋਲੋ ਹਾਲੇਲੂਇਆ। ਔਰ ਲਿਖਿਆ, ਮੈਂ ਫਿਰ ਤੋਂ ਪੜਦਾ, ਕਹਿੰਦਾ ਜਿਹੜਾ ਜਿੱਤਣ ਵਾਲਾ ਆ। ਇਹ ਗੱਲਾਂ ਸਾਰੀਆਂ ਉੱਪਰ ਤੁਹਾਨੂੰ ਸਿਖਾ ਦਿੱਤੀਆਂ, ਸਾਰੀਆਂ ਗੱਲਾਂ ਤੁਹਾਨੂੰ ਦੱਸ ਦਿੱਤੀਆਂ। ਅੱਗੇ ਜਿੱਤਣਾ ਕਿ ਹਾਰਨਾ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਵੀ ਤੁਸੀਂ ਹੁਣ ਜਿੱਤਣ ਵਾਲੇ ਆ ਜਾਂ ਹਾਰਨ ਵਾਲੇ ਆ। ਦੌੜ ਤੁਹਾਡੇ ਸਾਹਮਣੇ ਆ, ਇਹ ਡਿਪੈਂਡ ਤੁਹਾਡੇ ਉੱਪਰ ਕਰਦਾ ਕਿ ਤੁਸੀਂ ਦੌੜਨਾ ਆ ਜਾਂ ਆਰਾਮ ਦੇ ਨਾਲ ਖੜੇ ਰਹਿਣਾ ਹੈ। ਹਾਲੇਲੂਇਆ। ਕਿਉਂਕਿ ਮਿਹਨਤ ਨਹੀਂ ਕਰੋਗੇ ਤਾਂ ਮਜ਼ਦੂਰੀ ਕਿਸੇ ਨੇ ਨਹੀਂ ਦੇਣੀ। ਅਗਰ ਅਸੀਂ ਕੰਮ ਨਹੀਂ ਕਰਾਂਗੇ ਤਾਂ ਸੈਲਰੀ ਸਾਨੂੰ ਕਿਸੇ ਨੇ ਨਹੀਂ ਦੇਣੀ। ਇਸੇ ਰੀਤੀ ਦੇ ਨਾਲ ਆਤਮਿਕ ਤੌਰ ਤੇ ਅਸੀਂ ਅਗਰ ਜਾਣਦੇ ਹਾਂ, ਗ੍ਰਹਿਣ ਕਰਦੇ ਹਾਂ, ਤੇ ਜਦ ਤੱਕ ਅਸੀਂ ਖੁਦਾਬੰਦ ਦੇ ਵਿੱਚ ਮਿਹਨਤ ਨਹੀਂ ਕਰਾਂਗੇ ਤੇ ਉਹ ਸਾਨੂੰ ਅਜ਼ਰ ਨਹੀਂ ਦੇਗਾ। ਕਹਿੰਦਾ ਜਿਹੜਾ ਹੰਝੂਆਂ ਦੇ ਨਾਲ ਬੀਜਦੇ ਆ ਉਹ ਇੱਕ ਦਿਨ ਜੈਕਾਰਿਆਂ ਦੇ ਨਾਲ ਵੱਢਣਗੇ। ਬੋਲੋ ਆਮੀਨ। ਹਾਲੇਲੂਇਆ। ਜਿਹੜੇ ਹੰਝੂਆਂ ਦੇ ਨਾਲ ਬੀਜਦੇ ਆ, ਮਤਲਬ ਦੁੱਖਾਂ ਦੇ ਵਿੱਚ ਵੀ ਖੁਦਾ ਦੇ ਵਿੱਚ ਬਣੇ ਰਹਿੰਦੇ ਆ, ਸਥਿਰਤਾ ਦੇ ਵਿੱਚ ਬਣੇ ਰਹਿੰਦੇ ਆ, ਡਾਮਾਡੋਲ ਨਹੀਂ ਹੁੰਦੇ ਆ, ਗਿਰਦੇ ਨਹੀਂ ਆ, ਕਮਜ਼ੋਰ ਨਹੀਂ ਹੁੰਦੇ, ਨਡਾਲ ਨਹੀਂ ਹੁੰਦੇ ਹੈਗੇ ਆ, ਬਣੇ ਰਹਿੰਦੇ ਆ ਖੁਦਾ ਦੇ ਵਿੱਚ। ਚਾਹੇ ਸਿਚੁਏਸ਼ਨਸ ਜਿੱਦਾਂ ਦੀਆਂ ਮਰਜ਼ੀ ਹੋਣ, ਚਾਹੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਚਾਹੇ ਜਿੱਦਾਂ ਮਰਜ਼ੀ ਪਹਾੜ ਦੁੱਖਾਂ ਦਾ ਡਿੱਗ ਵੀ ਗਿਆ ਹੋਵੇ ਉਹਨਾਂ ਦੇ ਉੱਪਰ, ਕੋਈ ਦਿੱਕਤ ਨਹੀਂ ਆ, ਫਿਰ ਵੀ ਉਹ ਪ੍ਰਾਰਥਨਾ ਦੇ ਵਿੱਚ ਲੱਗੇ ਹੋਏ ਆ। ਅਯੂਬ ਦੀ ਤਰ੍ਹਾਂ ਬੋਲਦੇ ਆ, ਮੇਰਾ ਪਰਮੇਸ਼ਵਰ ਮਹਾਨ ਹੈ, ਮੇਰੇ ਪਰਮੇਸ਼ਵਰ ਨੇ ਦਿੱਤਾ ਉਹ ਮਹਾਨ ਆ, ਉਹ ਵੱਡਾ ਪਰਮੇਸ਼ਵਰ ਆ, ਉਹ ਸਾਡਾ ਪਿਤਾ ਆ, ਉਹ ਜੋ ਕਰਦਾ ਅੱਛਾ ਕਰਦਾ ਇਨਸਾਨ ਦੇ ਲਈ ਉਹ ਕਦੀ ਵੀ ਬੁਰਾ ਨਹੀਂ ਕਰਦਾ। ਕਹਿੰਦਾ ਉਹਨੇ ਤੁਹਾਡੇ ਲਈ ਪਲਾਨ ਸੋਚੇ ਆ,
ਸਾਰੇ ਅੱਛੇ ਪਲਾਨ ਸੋਚੇ ਆ। ਉਹ ਕਦੀ ਵੀ ਇਨਸਾਨ ਦੇ ਲਈ ਬੁਰਾ ਨਹੀਂ ਕਰਦਾ, ਉਹ ਕਦੀ ਵੀ ਇਨਸਾਨ ਦੇ ਲਈ ਬੁਰਾ ਨਹੀਂ ਸੋਚਦਾ ਆ। ਇਨਸਾਨ ਨੂੰ ਬੁਰਾ ਲੱਗਦਾ ਆ। ਅਗਰ ਅੱਜ ਅਸੀਂ ਤੰਗੀ ਦੇ ਵਿੱਚ ਆ ਤੇ ਕੋਈ ਪ੍ਰੋਬਲਮ ਨਹੀਂ ਆ। ਅਗਰ ਸਾਡੇ ਕੋਲੋਂ ਪੈਸੇ ਘੱਟ ਹੈ ਜਾਂ ਪੈਸੇ ਦੀ ਤੰਗੀ ਹੈ ਤੇ ਕੋਈ ਦਿੱਕਤ ਨਹੀਂ ਆ। ਇਹ ਖੁਦਾ ਦੇ ਵੱਲੋਂ ਸਿਚੁਏਸ਼ਨ ਸਾਰੀਆਂ ਹੁੰਦੀਆਂ ਆ। ਕਈ ਵਾਰ ਸਾਡਾ ਦਿਲ ਇਦਾਂ ਦਾ ਖੁੱਲਿਆ ਹੁੰਦਾ ਆ, ਕਈ ਵਾਰ ਸਾਡਾ ਮਾਈਂਡ ਇਸ ਤਰੀਕੇ ਦੇ ਨਾਲ ਓਪਨ ਹੋਇਆ ਹੁੰਦਾ ਆ ਕਿ ਸਾਡੇ ਕੋਲੋਂ ਥੋੜਾ ਜਿਹਾ ਪੈਸਾ ਹੋਵੇ ਔਰ ਅਸੀਂ ਪਾਪ ਦੇ ਵਿੱਚ ਜਾ ਸਕਦੇ ਆ। ਜ਼ਿਆਦਾ ਪੈਸਾ ਪਾਪ ਦੀ ਜੜ ਆ। ਯਾਦ ਰੱਖਣਾ ਮੇਰੀ ਗੱਲ ਨੂੰ, ਜ਼ਿਆਦਾ ਪੈਸਾ ਪਾਪ ਦੀ ਜੜ ਆ। ਕਿਉਂਕਿ ਜਿਹਦੇ ਕੋਲੋਂ ਜ਼ਿਆਦਾ ਪੈਸਾ ਆ ਉਹ ਪੈਸੇ ਦੇ ਨਾਲ ਕੁਝ ਵੀ ਕੰਮ ਕਰ ਸਕਦਾ ਹੈ, ਕੁਝ ਵੀ ਪਰਚੇਜ਼ ਕਰ ਸਕਦਾ ਆ, ਕੁਝ ਵੀ 1 ਨੰਬਰ ਨੂੰ 2 ਨੰਬਰ 'ਚ, 2 ਨੰਬਰ ਨੂੰ 1 ਨੰਬਰ ਦੇ ਵਿੱਚ ਕਰਨ ਦੇ ਲਈ ਬਹੁਤ ਕੁਝ ਉਹ ਕਰ ਸਕਦਾ ਜਿਹਦੇ ਕੋਲੋਂ ਪੈਸਾ ਹੈ। ਔਰ ਜਿਹਦੇ ਕੋਲੋਂ ਪੈਸਾ ਨਹੀਂ ਉਹ ਇਹਨਾਂ ਕੰਮਾਂ ਤੋਂ ਦੂਰ ਹੀ ਰਹਿੰਦਾ ਆ। ਇਸੇ ਲਈ ਖੁਦਾਵੰਦ ਦਾ ਧੰਨਵਾਦ ਕਰਿਆ ਕਰੋ ਕਿ ਉਹ ਜਿਹੜੇ ਵੀ ਹਾਲਾਤਾਂ ਦੇ ਵਿੱਚ ਰੱਖੇ ਸਾਨੂੰ ਚੰਗੀ ਗੱਲ ਆ। ਜ਼ਿਆਦਾ ਪੈਸਾ ਨਸ਼ੇ ਦਾ ਆਦੀ ਬਣਾ ਦਿੰਦਾ, ਜ਼ਿਆਦਾ ਪੈਸਾ ਵਿਭਚਾਰ ਦਾ ਆਦੀ ਬਣਾ ਦਿੰਦਾ, ਜ਼ਿਆਦਾ ਪੈਸਾ ਜਿਹੜਾ ਆ ਖਾਣ ਪੀਣ ਦਾ ਆਦੀ ਬਣਾ ਦਿੰਦਾ, ਜ਼ਿਆਦਾ ਪੈਸਾ ਪਰਮੇਸ਼ਵਰ ਤੋਂ ਸਾਨੂੰ ਦੂਰ ਲੈ ਜਾਂਦਾ। ਕਿਉਂਕਿ ਬਾਈਬਲ ਕਹਿੰਦਾ ਜਿੱਥੇ ਤੇਰਾ ਧਨ ਆ ਉੱਥੇ ਤੇਰਾ ਮਨ ਹੋਏਗਾ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਕਿ ਜੇ ਪਰਮੇਸ਼ਵਰ ਨੇ ਸਾਨੂੰ ਘਾਟੇ 'ਚ ਰੱਖਿਆ ਹੈ ਤਾਂ ਕੋਈ ਦਿੱਕਤ ਨਹੀਂ ਆ। ਖੁਦਾ ਨੂੰ ਪਤਾ ਆ ਇਹ ਘਾਟੇ 'ਚ ਰਹੇਗਾ ਪਰ ਬਣਿਆ ਰਹੇਗਾ। ਬੋਲੋ ਆਮੀਨ। ਹਾਲੇਲੂਇਆ। ਬਾਈਬਲ ਕਹਿੰਦਾ ਜਿਹੜਾ ਥੋੜੇ 'ਚ ਵਫਾਦਾਰ ਇੱਕ ਦਿਨ ਬਹੁਤੇ ਦੇ ਵਿੱਚ ਹੋਏਗਾ। ਅਸੀਂ ਘਾਟੇ 'ਚ ਵਫਾਦਾਰ ਰਵਾਂਗੇ, ਉਹ ਸਾਨੂੰ ਵਾਧੇ 'ਚ ਵੀ ਵਫਾਦਾਰ ਬਣਾਏਗਾ। ਹਾਲੇਲੂਇਆ। ਅੱਜ ਅਸੀਂ ਅਗਰ ਸਥਿਰਤਾ ਦੇ ਵਿੱਚ ਆ, ਸਿਚੁਏਸ਼ਨ ਚਾਹੇ ਜਿੱਦਾਂ ਦੀ ਮਰਜ਼ੀ ਹੋਵੇ, ਚਾਹੇ ਸਾਨੂੰ ਸਾਡੇ ਘਰ ਦੇ ਬੋਲਦੇ ਹੋਣ, ਚਾਹੇ ਸਾਨੂੰ ਸਾਡਾ ਕੋਈ ਵੀ ਰਿਸ਼ਤੇਦਾਰ ਸਾਨੂੰ ਬੋਲਦਾ ਹੋਵੇ, ਜੋ ਵੀ ਬੋਲਦਾ ਹੋਵੇ, ਪਰ ਅਸੀਂ ਉਹਨਾਂ ਗੱਲਾਂ ਦੇ ਉੱਪਰ ਧਿਆਨ ਨਹੀਂ ਦੇਣਾ। ਪਰ ਤੁਸੀਂ ਇਸ ਗੱਲ ਦੇ ਉੱਪਰ ਧਿਆਨ ਦੇਣਾ ਕਿ ਮੇਰੇ ਪਰਮੇਸ਼ਵਰ ਨੇ ਮੈਨੂੰ ਅਗਰ ਇਸ ਹਾਲਾਤ ਦੇ ਵਿੱਚ ਰੱਖਿਆ ਤੇ ਠੀਕ ਆ, ਪਰਮੇਸ਼ਵਰ ਨੂੰ ਚੰਗਾ ਲੱਗਦਾ। ਬਟ ਇਹ ਨਹੀਂ ਆ ਕਿ ਸਾਰਾ ਦਿਨ ਮੰਜੇ ਤੇ ਸੁੱਤੇ ਰਹੋ, ਕਹੋ ਕਿ ਪਰਮੇਸ਼ਵਰ ਨੂੰ ਇਹੀ ਚੰਗਾ ਲੱਗਾ ਕਿ ਮੈਂ ਸੁੱਤਾ ਹੀ ਰਵਾਂ, ਹਾਂ ਮੈਂ ਰੈਸਟ ਕਰਾਂ। ਏਦਾਂ ਨਹੀਂ ਆ। ਬਾਈਬਲ ਕਹਿੰਦਾ ਆਲਸੀ ਬੰਦਾ ਰੋਟੀ ਦੇ ਟੁਕੜੇ ਤੋਂ ਮਤਾਜ ਹੋ ਜਾਏਗਾ। ਔਰ ਆਲਸੀ ਬੰਦੇ ਦੇ ਲਈ ਕਹਾਵਤਾਂ ਦੇ ਵਿੱਚ ਲਿਖਿਆ ਕਹਿੰਦਾ ਕੀੜੀ ਦੇ ਵੱਲ ਦੇਖੋ ਕਿੱਦਾਂ ਕਣਕ ਦੇ ਦਾਣੇ ਨੂੰ ਜਾਂ ਚਾਵਲ ਦੇ ਦਾਣੇ ਨੂੰ ਕਿੱਦਾਂ ਉਹ ਸਮੇਟਦੀ ਹੈ, ਇਕੱਠਾ ਕਰਦੀ ਹੈ। ਆਲਸ ਕਰਨ ਵਾਲਾ ਬੰਦਾ ਜਿਹੜਾ ਨਾ ਜ਼ਿੰਦਗੀ 'ਚ ਕਦੀ ਵੀ ਕਾਮਯਾਬ ਨਹੀਂ ਹੋ ਸਕਦਾ। ਔਰ ਜਿਹੜਾ ਨੀਂਦ ਨੂੰ ਜ਼ਿਆਦਾ ਪਿਆਰ ਕਰਦਾ ਉਹ ਵੀ ਨਹੀਂ ਬੰਦਾ ਕਦੀ ਕਾਮਯਾਬ ਹੋ ਸਕਦਾ। ਔਰ ਜਿਹੜਾ ਬੰਦਾ ਖਾਣੇ ਨੂੰ ਜ਼ਿਆਦਾ ਪਿਆਰ ਕਰਦਾ ਆ ਉਹ ਵੀ ਬੰਦਾ ਨਹੀਂ ਕਾਮਯਾਬ ਹੋ ਸਕਦਾ। ਯਾਦ ਰੱਖਣਾ, ਕਿਉਂਕਿ ਉਮਰਾਂ ਦਾ ਵਾਧਾ ਜਿਹੜਾ ਨਾ ਇਹ ਬੜੇ ਸੋਚ ਸਮਝ ਕੇ ਚੱਲਣਾ ਪੈਂਦਾ ਹੈ। ਹੁਣ ਤੁਸੀਂ ਕਹੋ ਕਿ ਖੁਦਾ ਨੇ ਮੇਰੀ ਉਮਰ ਲੰਬੀ ਕਰ ਦਿੱਤੀ ਆ, ਔਰ ਤੁਸੀਂ ਬਿਨਾਂ ਮਤਲਬ ਤੋਂ ਖਾਈ ਜਾਵੋ, ਤਲਿਆ ਤੁਲਿਆ ਸਾਰਾ ਇਹ ਉਹ ਜੰਕ ਫੂਡ, ਫਾਸਟ ਫੂਡ ਸਾਰੇ ਤੁਸੀਂ ਖਾਈ ਜਾਓ ਤਾਂ ਤੁਹਾਨੂੰ ਬਿਮਾਰੀ ਲੱਗ ਜਾਣੀ ਆ। ਔਰ ਤੁਹਾਨੂੰ ਆ ਸ਼ੂਗਰ ਬੀਪੀ ਦੀ ਜੋ ਵੀ ਪ੍ਰੋਬਲਮ ਹੋ ਸਕਦੀ ਆ, ਜਿਹਦੇ ਕਾਰਨ ਤੁਹਾਨੂੰ ਜਲਦੀ ਮਰਨਾ ਪੈ ਸਕਦਾ ਹੈ। ਉਮਰ ਦਾ ਵਾਧਾ ਖੁਦਾ ਨੇ ਤਾਂ ਸਾਨੂੰ ਬਰਕਤ ਦੇ ਦਿੱਤੀ ਆ ਕਿ ਤੂੰ ਆਪਣੇ ਮਾਤਾ ਪਿਤਾ ਦਾ ਆਦਰ ਕਰ, ਮਾਤਾ ਪਿਤਾ ਦੀਆਂ ਗੱਲਾਂ ਨੂੰ ਮੰਨ ਤਾਂ ਜੋ ਧਰਤੀ ਤੇ ਤੇਰੇ ਦਿਨ ਲੰਬੇ ਹੋਣ। ਪਰ ਉਸ ਤੋਂ ਬਾਅਦ ਸਾਡੀਆਂ ਵੀ ਕੋਈ ਜ਼ਿੰਮੇਵਾਰੀਆਂ ਆ ਕਿ ਅਸੀਂ ਆਪਣਾ ਖਾਣਾ ਵੀ ਬਹੁਤ ਧਿਆਨ ਦੇ ਨਾਲ ਕਰਨਾ ਹੈ। ਸਾਡਾ ਖਾਣ ਪੀਣ, ਸਾਡਾ ਰਹਿਣ ਸਹਿਣ, ਸਾਡਾ ਉੱਠਣਾ ਬੈਠਣਾ, ਸਾਡਾ ਸੋਣਾ ਸਭ। ਹੁਣ ਅੱਜ ਕੱਲ ਲੋਕ ਜਿਹੜੇ ਫੋਨ ਦੇ ਇੰਨੇ ਐਡਿਕਟਡ ਆ, ਰਾਤ ਭਰ ਸੌਂਦੇ ਨਹੀਂ ਆ, ਚੈਟਿੰਗਾਂ ਦੇ ਵਿੱਚ ਲੱਗੇ ਰਹਿੰਦੇ ਆ, ਮੋਬਾਈਲ ਦੇ ਐਡਿਕਟਡ ਆ, ਵੀਡੀਓਜ਼ ਦੇਖਦੇ ਰਹਿੰਦੇ, 12 1 ਵੱਜ ਜਾਂਦਾ ਔਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਕਿਉਂਕਿ ਫਿਰ ਨੀਂਦ ਨਹੀਂ ਪੂਰੀ ਹੋਏਗੀ ਤਾਂ ਫਿਰ ਸਵੇਰੇ ਉੱਠਦੇ ਆ ਤੇ ਹੈਡਕ ਹੁੰਦਾ, ਸਿਰ ਦਰਦ ਕਰਦਾ, ਜਾਂ ਕਦੀ ਬੀਪੀ ਵੱਜ ਜਾਂਦਾ ਜਾਂ ਕੁਝ ਹੋ ਜਾਂਦਾ। ਇਹ ਲੰਬੀ ਉਮਰ ਦੀਆਂ ਨਿਸ਼ਾਨੀਆਂ ਨਹੀਂ ਆ। ਯਾਦ ਰੱਖਣਾ ਮੇਰੀ ਗੱਲ ਨੂੰ। ਜੇ ਤੁਸੀਂ ਕਹੋ ਕਿ ਪਰਮੇਸ਼ਵਰ ਨੇ ਮੈਨੂੰ ਇਸ ਸਿਚੁਏਸ਼ਨ ਦੇ ਵਿੱਚ ਰੱਖਿਆ ਕਿ ਪਰਮੇਸ਼ਵਰ ਨੂੰ ਚੰਗਾ ਲੱਗਾ ਕਿ ਅਗਰ ਮੈਂ ਕੰਮ ਤੇ ਜਾਵਾਂ ਤੇ ਮੈਂ ਪਾਪ ਦੇ ਵਿੱਚ ਪੈ ਜਾਵਾਂਗਾ, ਹਾਂ ਮੈਂ ਦੁਨੀਆ ਦੇ ਵਿੱਚ ਸੜਕ ਤੇ ਲੰਘਾਂ ਤੇ ਮੇਰੀ ਅੱਖਾਂ ਦੁਆਰਾ ਪਾਪ ਹੋ ਜਾਂਦਾ, ਜਾਂ ਮੈਂ ਕੰਮ ਤੇ ਜਾਵਾਂ ਤੇ ਅੱਖਾਂ ਦੁਆਰਾ ਪਾਪ ਹੋ ਜਾਂਦਾ, ਇਸ ਕਰਕੇ ਵਿਹਲਾ ਰਹਿਣਾ ਘਰ ਦੇ ਵਿੱਚ ਚੰਗਾ ਆ। ਏਦਾਂ ਨਹੀਂ ਆ। ਹਾਲੇਲੂਇਆ। ਇਸ ਤਰ੍ਹਾਂ ਨਹੀਂ ਆ। ਅਗਰ ਤੁਸੀਂ ਕਹੋ ਕਿ ਬਿਸਤਰ ਤੇ ਅਸੀਂ ਲੰਮੇ ਪਏ ਹੋਏ ਆ, ਪੂਰਾ ਦਿਨ ਅਸੀਂ ਫ੍ਰੀ ਰਹੇ ਔਰ ਰਾਤ ਵੀ ਫ੍ਰੀ ਆ, ਦਿਨ ਵੀ ਫ੍ਰੀ ਆ, ਔਰ ਸਵਰਗ ਤੋਂ ਪੈਸੇ ਤਾਂ ਨਹੀਂ ਡਿੱਗਣੇ, ਪੈਸੇ ਦਾ ਮੀਂਹ ਤਾਂ ਨਹੀਂ ਪੈਣਾ ਨਾ। ਉਹ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ, ਸਾਨੂੰ ਖੁਦਾ ਨੇ ਕੰਮ ਦਿੱਤਾ ਕਿ ਕੰਮ ਕਰੋ। ਮਰਦ ਨੂੰ ਖੁਦਾ ਨੇ ਕੰਮ ਕਰਨ ਦੇ ਲਈ ਕਿਹਾ ਹੈ ਔਰ ਸਾਡਾ ਫਰਜ਼ ਹੈ, ਸਾਨੂੰ ਕਰਨਾ ਪੈਣਾ ਹੈ, ਸਾਨੂੰ ਨਿਭਾਉਣੇ ਪੈਣੇ ਆ ਫਰਜ਼ ਜਿਹੜੇ ਧਰਤੀ ਦੇ ਉੱਪਰ ਆਏ ਆ। ਜੋ ਫਰਜ਼ ਸਾਨੂੰ ਖੁਦਾ ਨੇ ਦਿੱਤੇ ਆ, ਜੋ ਜ਼ਿੰਮੇਵਾਰੀਆਂ ਸਾਡੇ ਉੱਪਰ ਦਿੱਤੀਆਂ, ਜੋ ਕੰਮ ਸਾਨੂੰ ਸੌਂਪੇ, ਸਾਨੂੰ ਕਰਨੇ ਪੈਣੇ ਆ। ਹਾਲੇਲੂਇਆ। ਔਰ ਅੱਗੇ ਲਿਖਿਆ ਮੈਂ ਪੜਦਾ, ਕਹਿੰਦਾ ਜਿੱਤਣ ਵਾਲਾ, ਜਿਹੜਾ ਜਿੱਤਣ ਵਾਲਾ ਆ ਉਹਨੂੰ ਮੈਂ ਇਸੇ ਪ੍ਰਕਾਰ ਕਹਿੰਦਾ ਚਿੱਟੇ ਬਸਤਰ ਉਹਨੂੰ ਪਹਿਨਾਏ ਜਾਣਗੇ ਤੇ ਮੈਂ ਉਹਦਾ ਨਾਮ ਜੀਵਨ ਦੀ ਪੋਥੀ ਦੇ ਵਿੱਚੋਂ ਕਦੇ ਵੀ ਨਾ ਮਿਟਾਂਗਾ। ਦਾਗ ਨਹੀਂ ਹੋਣਾ ਚਾਹੀਦਾ, ਕਿਉਂਕਿ ਪੁਰਾਣੇ ਨਿਯਮ 'ਚ ਵੀ ਜਿਹੜੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀ ਬਿਨਾਂ ਦਾਗ ਤੋਂ ਦਿੱਤੀਆਂ ਜਾਂਦੀਆਂ ਸੀਗੀਆਂ, ਬੱਜ ਤੋਂ ਰਹਿਤ। ਔਰ ਜਿਹਦੇ ਅੰਦਰ ਦਾਗ ਹੁੰਦਾ ਸੀਗਾ ਉਹ ਦਿੱਤੀ ਨਹੀਂ ਜਾਂਦੀ ਸੀ। ਪਰਮੇਸ਼ਵਰ ਨੂੰ ਦਾਗ ਵਾਲੀ ਬਲੀ ਜਿਹੜੀ ਖੁਸ਼ ਨਹੀਂ ਕਰ ਸਕਦੀ ਸੀ।
ਇਸ ਲਈ ਜਿਹੜੀ ਬਿਨਾਂ ਦਾਗ ਤੋਂ ਬਲੀ ਹੁੰਦੀ ਸੀਗੀ ਉਹ ਦਿੱਤੀ ਜਾਂਦੀ ਸੀ, ਕੁਰਬਾਨੀ ਉਹ ਦਿੱਤੀ ਜਾਂਦੀ ਸੀ ਜਿਹਦੇ ਅੰਦਰ ਕੋਈ ਦਾਗ ਨਹੀਂ ਆ, ਜਿਹਦੇ ਅੰਦਰ ਕੋਈ ਬੱਜ ਨਹੀਂ ਆ, ਜਿਹਦੇ ਉੱਪਰ ਕੋਈ ਕੱਟ ਵੱਢ ਨਹੀਂ ਲੱਗਾ ਪਿਆ ਆ। ਹਾਲੇਲੂਇਆ। ਔਰ ਇਸੇ ਲਈ ਕਹਿੰਦਾ ਉਹ ਬਸਤਰ ਪਹਿਨਾਏ ਜਾਣਗੇ ਜਿਹਦੇ ਉੱਪਰ ਕੋਈ ਦਾਗ ਨਹੀਂ ਆ। ਇਹ ਬਲੇਸਿੰਗਸ ਆ ਉਹਨਾਂ ਦੇ ਲਈ। ਔਰ ਲਿਖਿਆ ਆ ਕਹਿੰਦਾ ਮੈਂ ਜੀਵਨ ਦੀ ਪੁਸਤਕ ਚੋਂ ਤਾਂ ਨਾਮ ਕਦੀ ਨਾ ਮਿਟਾਂਗਾ, ਸਗੋਂ ਕਹਿੰਦਾ ਮੈਂ ਆਪਣੇ ਪਿਤਾ ਦੇ ਅੱਗੇ ਅਤੇ ਉਸ ਦੇ ਦੂਤਾਂ ਦੇ ਅੱਗੇ ਉਹਦੇ ਨਾਮ ਦਾ ਕਹਿੰਦਾ ਕਰਾਰ ਕਰਾਂਗਾ, ਗਵਾਹ ਬਣਾਂਗਾ। ਔਰ ਅੱਗੇ ਲਿਖਿਆ ਜਿਹਦੇ ਕੰਨ ਹਨ ਉਹ ਸੁਣੇ ਭਈ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਅੱਗੇ ਬਹੁਤ ਅੱਛਾ ਆ, ਮੈਂ ਛੇਤੀ ਆਉਣ ਵਾਲਾ ਹੈ। ਤੁਸੀਂ 11 ਨੰਬਰ ਅਗਰ ਪੰਕਤੀ ਨੂੰ ਪੜ੍ਹੋ ਤੇ ਉਹਦੇ ਵਿੱਚ ਵੀ ਤੁਹਾਨੂੰ ਸਿੱਖਣ ਨੂੰ ਮਿਲਣਾ। ਕਹਿੰਦਾ ਮੈਂ ਛੇਤੀ ਆਉਂਦਾ ਆ, ਜੋ ਕੁਝ ਤੇਰੇ ਕੋਲ ਹੈਗਾ ਤਕੜਾਈ ਦੇ ਨਾਲ ਫੜੀ ਰੱਖ, ਕਿਤੇ ਇਹੋ ਨਾ ਹੋਵੇ ਭਈ ਕੋਈ ਤੇਰਾ ਮੁਕਟ ਲੈ ਜਾਵੇ। ਹਾਲੇਲੂਇਆ। ਬਾਈਬਲ ਕਹਿੰਦਾ ਸ਼ੈਤਾਨ ਹੈਗਾ ਹੀ ਚੋਰ ਆ, ਉਹ ਚੋਰੀ ਕਰਨ ਦੇ ਲਈ ਆਇਆ, ਉਹ ਘਾਤ ਕਰਨ ਦੇ ਲਈ ਆਇਆ। ਕਹਿੰਦਾ ਜੋ ਕੁਝ ਤੇਰੇ ਕੋਲ ਹੈਗਾ ਉਹਨੂੰ ਤਕੜਾਈ ਦੇ ਨਾਲ ਫੜ ਕੇ ਰੱਖ ਲੈ। ਤੁਹਾਡੇ ਗੁੱਟ, ਤੁਹਾਡੀਆਂ ਉਂਗਲਾਂ, ਤੁਹਾਡੇ ਹੱਥ ਇੰਨੇ ਮਜ਼ਬੂਤ ਹੋਣੇ ਚਾਹੀਦੇ ਕਿ ਕੋਈ ਤੁਹਾਡੇ ਹੱਥ ਚੋਂ ਕੁਝ ਖੋ ਨਾ ਲਵੇ। ਸ਼ੈਤਾਨ ਦਾ ਕੰਮ ਹੈ ਤੁਹਾਡੀ ਬਲੇਸਿੰਗਸ ਨੂੰ ਖੋਣਾ। ਬਾਈਬਲ ਕਹਿੰਦਾ ਮੈਂ ਝਿੜਕਾਂਗਾ ਤੁਹਾਡੀਆਂ ਆਸ਼ੀਸ਼ਾਂ ਚੁਰਾਉਣ ਵਾਲੇ ਨੂੰ। ਕਿਸ ਬੰਦੇ ਦੀ ਜਿਹੜਾ ਸਥਿਰਤਾ ਦੇ ਵਿੱਚ ਆ, ਉਹਦੀਆਂ ਬਰਕਤਾਂ ਨੂੰ ਅਗਰ ਸ਼ੈਤਾਨ ਚੁਰਾਉਣ ਦੀ ਕੋਸ਼ਿਸ਼ ਕਰਦਾ ਤੇ ਪਰਮੇਸ਼ਵਰ ਕਹਿੰਦੇ ਮੈਂ ਝਿੜਕਾਂਗਾ ਉਹਨੂੰ, ਮੈਂ ਡਾਂਟਾਂਗਾ ਉਹਨੂੰ, ਮੈਂ ਦੂਰ ਕਰਾਂਗਾ ਉਹਨੂੰ ਤੁਹਾਡੀ ਜ਼ਿੰਦਗੀਆਂ ਤੋਂ। ਔਰ ਜਿਹੜਾ ਹੈ ਹੀ ਨਹੀਂ ਸਥਿਰਤਾ ਦੇ ਵਿੱਚ, ਜਿਹੜਾ ਹੈ ਹੀ ਨਹੀਂ ਪਵਿੱਤਰਤਾਈ ਦੇ ਵਿੱਚ, ਜਿਹੜਾ ਹੈ ਹੀ ਨਹੀਂ ਖੁਦਾਵੰਦ ਦੇ ਵਚਨ ਦੇ ਵਿੱਚ, ਉਹਦੀਆਂ ਬਰਕਤਾਂ ਅਗਰ ਉਹ ਚੁਰਾ ਵੀ ਲੇਗਾ ਤਾਂ ਪਰਮੇਸ਼ਵਰ ਕਿਉਂ ਝਿੜਕੇਗਾ? ਕਿਉਂਕਿ ਉਹ ਪਰਮੇਸ਼ਵਰ ਦਾ ਪੁੱਤਰ ਨਹੀਂ ਆ, ਕਿਉਂਕਿ ਉਹ ਪਰਮੇਸ਼ਵਰ ਦੀ ਧੀ ਨਹੀਂ ਆ, ਕਿਉਂਕਿ ਉਹ ਪਰਮੇਸ਼ਵਰ ਦਾ ਬੱਚਾ ਨਹੀਂ ਆ। ਪਰਮੇਸ਼ਵਰ ਆਪਣਿਆਂ ਦੇ ਲਈ ਕਰਦਾ। ਹਾਲੇਲੂਇਆ। ਕਹਿੰਦਾ ਮੈਂ ਛੇਤੀ ਆਉਂਦਾ ਆ। ਹੁਣ ਸਮਾਂ ਆ ਪਹੁੰਚਿਆ ਯਿਸੂ ਮਸੀਹ ਦੇ ਆਉਣ ਦਾ। ਕਹਿੰਦੇ ਮੈਂ ਛੇਤੀ ਆਉਂਦਾ ਆ, ਜੋ ਕੁਝ ਤੇਰੇ ਕੋਲੋਂ ਹੈਗਾ ਉਹਨੂੰ ਤਕੜਾਈ ਦੇ ਨਾਲ ਫੜ ਕੇ ਰੱਖ। ਜੋ ਮਸਾ, ਜੋ ਅਭਿਸ਼ੇਕ, ਜੋ ਪਵਿੱਤਰ ਆਤਮਾ ਦੀ ਭਰਪੂਰੀ, ਜੋ ਬਾਈਬਲ ਪੜ੍ਹਨ ਦਾ ਸਮੇਂ, ਜੋ ਬਾਈਬਲ ਪੜ੍ਹਨ ਦੀ ਲਗਨ, ਜੋ ਪ੍ਰਾਰਥਨਾ ਕਰਨ ਦੀ ਲਗਨ, ਕਹਿੰਦਾ ਇਹ ਸ਼ੈਤਾਨ ਚਰਾਉਣਾ ਚਾਹੁੰਦਾ ਹੈ। ਕਹਿੰਦਾ ਇਹਨੂੰ ਤਕੜਾਈ ਦੇ ਨਾਲ ਫੜ ਕੇ ਰੱਖ। ਪ੍ਰਾਰਥਨਾ ਕਰਨ ਦੀ ਜੋ ਰੂਟੀਨ ਤੇਰੀ ਬਣੀ ਪਈ ਆ, ਜੋ ਪ੍ਰਾਰਥਨਾ ਕਰਨ ਦਾ ਸਮੇਂ ਤੁਹਾਡਾ ਬਣਿਆ ਪਿਆ ਆ, ਜੋ ਬਾਈਬਲ ਪੜ੍ਹਨ ਦਾ ਸਮੇਂ, ਜੋ ਬਾਈਬਲ ਪੜ੍ਹਨ ਦੀ ਰੂਟੀਨ, ਜੋ ਚਰਚ ਆਉਣ ਦੀ, ਚਰਚ ਜਾਣ ਦੀ, ਪ੍ਰੇਅਰ ਕਰਨ ਦੀ ਜੋ ਰੂਟੀਨ ਬਣੀ ਪਈ, ਕਹਿੰਦੇ ਇਹਨੂੰ ਤਕੜਾਈ ਦੇ ਨਾਲ ਫੜ ਕੇ ਰੱਖ। ਜੋ ਚੇਂਜਸ ਨਹੀਂ ਆਣੇ ਚਾਹੀਦੀਆਂ। ਅਗਰ ਦਿਨ ਦੇ ਵਿੱਚ ਤੁਸੀਂ 3 ਟਾਈਮ ਖੁਦਾ ਦੇ ਸਾਹਮਣੇ ਜਾਂਦੇ ਆ ਤੇ ਇਹਨੂੰ ਤਕੜਾਈ ਦੇ ਨਾਲ ਫੜ ਕੇ ਰੱਖੋ। ਸ਼ੈਤਾਨ ਤੁਹਾਡੇ ਸਮੇਂ ਨੂੰ ਚੁਰਾਉਣ ਦੀ ਕੋਸ਼ਿਸ਼ ਕਰ ਸਕਦਾ ਹੈ। ਇਹਨੂੰ ਤਕੜਾਈ ਦੇ ਨਾਲ ਫੜ ਕੇ ਰੱਖੋ। ਕਹਿੰਦਾ ਜਦ ਤੱਕ ਮੈਂ ਆਉਂਦਾ ਨਹੀਂ ਆ, ਔਰ ਮੈਂ ਛੇਤੀ ਆਉਂਦਾ ਆ। ਕਹਿੰਦਾ ਜੋ ਕੁਝ ਤੇਰੇ ਕੋਲ ਹੈਗਾ ਉਹਨੂੰ ਤਕੜਾਈ ਦੇ ਨਾਲ ਫੜ ਕੇ ਰੱਖ, ਕਿਤੇ ਇਹੋ ਨਾ ਹੋਵੇ ਕਹਿੰਦਾ ਤੇਰਾ ਮੁਕਟ ਕੋਈ ਹੋਰ ਲੈ ਜਾਵੇ। ਮਤਲਬ ਖੁਦਾ ਆਵੇ ਤੈਨੂੰ ਬਰਕਤ ਦੇਣ ਦੇ ਲਈ, ਔਰ ਬਰਕਤ ਲੈਣ ਵਾਲੀਆਂ ਗੱਲਾਂ ਤੇਰੇ ਵਿੱਚ ਪਾਈਆਂ ਨਾ ਜਾਣ। ਬਰਕਤ ਲੈਣ ਵਾਲੀਆਂ ਜਿਹੜੇ ਕੰਮ ਤੇਰੇ ਪੂਰੇ ਨਾ ਹੋਏ ਹੋਣ ਜਾਂ ਪਾਏ ਨਾ ਜਾਣ। ਆਪਾਂ ਪੜ੍ਹਿਆ ਨਾ, ਕਹਿੰਦਾ ਪਰਮੇਸ਼ਵਰ ਦੇ ਅੱਗੇ ਤੇਰੇ ਕੰਮ ਪੂਰੇ ਨਹੀਂ ਪਾਏਗੇ। ਇਹ ਨਾ ਹੋਵੇ ਕਿ ਅਸੀਂ ਅਧੂਰੇ ਪਾਈ ਜਾਈਏ। ਉਹ ਸਾਨੂੰ ਆਸ਼ੀਸ਼ ਦੇਣ ਦੇ ਲਈ ਆਵੇ, ਉਹ ਸਾਨੂੰ ਬਰਕਤ ਦੇਣ ਦੇ ਲਈ ਆਵੇ, ਔਰ ਅਸੀਂ ਉਹਨੂੰ ਮਿਲੀਏ ਨਾ ਆਤਮਿਕਤਾ ਦੇ ਵਿੱਚ। ਬਾਈਬਲ ਦੇ ਇੱਕ ਥਾਂ ਦੇ ਉੱਤੇ ਲਿਖਿਆ ਆ, ਕਹਿੰਦਾ ਜਦੋਂ ਮਨੁੱਖ ਦਾ ਪੁੱਤਰ ਆਏਗਾ ਬਦਲਾਂ ਦੇ ਉੱਪਰ, ਕਿ ਉਹ ਇਨਸਾਨ ਦੀ ਜ਼ਿੰਦਗੀ 'ਚ ਨਿਸ਼ਚਾ ਪਾਏਗਾ। ਜਿਸ ਹਿਸਾਬ ਦੇ ਨਾਲ ਅੱਜ ਇਨਸਾਨ ਦੀ ਨਿਸ਼ਚਾ ਡਾਮਾਡੋਲ ਆ, ਇਨਸਾਨ ਦਾ ਵਿਸ਼ਵਾਸ ਜਿਹੜਾ ਡਾਮਾਡੋਲ ਆ, ਅੱਜ ਸਥਿਰਤਾ ਦੇ ਵਿੱਚ ਨਹੀਂ ਆ। ਅੱਜ ਉਹ ਸਥਿਰਤਾ ਦੇ ਵਿੱਚ ਕਲਾਮ ਸੁਣ ਲਿਆ, ਜੋਸ਼ ਆ ਗਿਆ, ਠੀਕ ਹੈ ਜੀ, ਵਿਸ਼ਵਾਸ ਵੱਧ ਗਿਆ। ਚੌਥੇ ਪੰਜਵੇਂ ਦਿਨ ਹੀ ਉਹਦਾ ਵਿਸ਼ਵਾਸ ਡਾਮਾਡੋਲ ਹੋਇਆ ਹੁੰਦਾ ਹੈ। ਜਦੋਂ ਪਾਪ ਵੀ ਆਪਣੇ ਜ਼ੋਰ ਤੇ ਆਉਂਦਾ ਆ, ਪਹਿਲਾਂ ਜਦੋਂ ਖੁਦਾ ਦਾ ਆਤਮਾ ਜ਼ੋਰ ਦੇ ਉੱਤੇ ਆਉਂਦਾ, ਖੁਦਾ ਦਾ ਵਚਨ ਜ਼ੋਰ ਦੇ ਉੱਤੇ ਆਉਂਦਾ, ਤੇ ਬੰਦੇ ਦਾ ਮਨ ਤਬਦੀਲ ਹੋ ਜਾਂਦਾ ਆ। ਜਦੋਂ ਉਹਨੂੰ ਅਸੀਂ ਤਕੜਾਈ ਦੇ ਨਾਲ ਨਹੀਂ ਗ੍ਰਹਿਣ ਕਰਦੇ, ਤਕੜਾਈ ਦੇ ਨਾਲ ਫੜ ਕੇ ਨਹੀਂ ਰੱਖਦੇ, ਫਿਰ ਸ਼ੈਤਾਨ ਵੀ, ਫਿਰ ਪਾਪ ਵੀ ਜ਼ੋਰ ਪਾਉਂਦਾ ਆ ਤੀਸਰੇ ਚੌਥੇ ਦਿਨ, ਤੇ ਫਿਰ ਅਸੀਂ ਉਹਦੇ ਵਿੱਚ ਗਿਰ ਜਾਂਦੇ ਆ। ਤੇ ਕਿੱਦਾਂ ਅਸੀਂ ਖੁਦਾ ਦੇ ਕੋਲੋਂ ਬਰਕਤ ਪਾਵਾਂਗੇ? ਕਹਿੰਦਾ ਮੈਂ ਆਵਾਂਗਾ। ਕਹਿੰਦਾ ਇਹ ਨਾ ਹੋਵੇ ਕਿ ਤੇਰਾ ਮੁਕਟ ਮੈਂ ਕਿਸੇ ਹੋਰ ਨੂੰ ਦੇ ਦੇਵਾਂ, ਤੇਰੀ ਆਸ਼ੀਸ਼ ਮੈਂ ਕਿਸੇ ਹੋਰ ਨੂੰ ਦੇ ਦੇਵਾਂ। ਕਾਰਨ ਇਹੀ ਹੈ ਕਿ ਬੰਦਾ ਪਹਿਲਾਂ ਬਹੁਤ ਜ਼ਿਆਦਾ ਅੱਛੀ ਰੀਤੀ ਦੇ ਨਾਲ ਚੱਲਦਾ, ਪ੍ਰਾਰਥਨਾ ਕਰਦਾ, ਬਾਈਬਲ ਪੜ੍ਹਦਾ ਆ, ਸਪਿਰਚੁਅਲਿਟੀ ਦੇ ਵਿੱਚ ਜਿਉਂਦਾ ਆ, ਔਰ ਆਤਮਿਕ ਤੌਰ ਤੇ ਵੀ ਜਿਉਂਦਾ, ਔਰ ਖੁਦਾ ਉਹਨੂੰ ਬਰਕਤ ਦੇਣ ਦੇ ਲਈ ਉਤਰਦੇ ਆ। ਔਰ ਜਦੋਂ ਉਤਰਦੇ ਆ ਤੇ ਉਹ ਖਿਲ ਰਿਹਾ ਹੁੰਦਾ, ਉਹ ਡਿੱਗਿਆ ਹੁੰਦਾ, ਉਹ ਕਮਜ਼ੋਰ ਪਿਆ ਹੁੰਦਾ, ਉਹ ਬੁੜਬੁੜਾਉਣ ਵਾਲਾ ਹੋਇਆ ਹੁੰਦਾ, ਤੇ ਫਿਰ ਕਿੱਦਾਂ ਬਰਕਤ ਰਿਲੀਜ਼ ਕਰੇਗਾ ਖੁਦਾ? ਕਿੱਦਾਂ ਬਰਕਤ ਦੇਗਾ? ਕਹਿੰਦਾ ਮੈਂ ਜਦ ਆਵਾਂਗਾ, ਕਹਿੰਦਾ ਇਹ ਨਾ ਹੋਵੇ ਕਿ ਕਹਿੰਦਾ ਤੇਰਾ ਮੁਕਟ ਮੈਂ ਕਹਿੰਦਾ ਕੋਈ ਹੋਰ ਲੈ ਜਾਵੇ, ਤੇਰਾ ਮੁਕਟ ਕਿਸੇ ਹੋਰ ਨੂੰ ਦੇ ਦਿੱਤਾ ਜਾਵੇ। ਕਹਿੰਦਾ ਜਿਹੜਾ ਜਿੱਤਣ ਵਾਲਾ ਆ ਉਹਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਦੇ ਵਿੱਚ ਇੱਕ ਥੰਮ ਬਣਾਵਾਂਗਾ, ਅਤੇ ਉਹ ਫਿਰ ਕਦੇ ਵਾਰ ਨਾ ਜਾਵੇਗਾ। ਬੋਲੋ ਆਮੀਨ, ਹਾਲੇਲੂਇਆ। ਉਸ ਬੰਦੇ ਨੂੰ ਇੱਕ ਥੰਮ ਦੀ ਤਰ੍ਹਾਂ, ਕਿਉਂਕਿ ਥੰਮ ਹਿਲਦੇ ਨਹੀਂ ਆ, ਥੰਮ ਦੇ ਉੱਪਰ ਪੂਰਾ ਵਜਨ ਜਿਹੜਾ ਆ ਟਿਕਿਆ ਹੁੰਦਾ ਹੈ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ, ਥੰਮ ਹਿਲਦੇ ਨਹੀਂ ਆ। ਜੇ ਖੁਦਾ ਸਾਨੂੰ ਥੰਮ ਬਣਾਉਂਦਾ ਨਾ, ਪਰਮੇਸ਼ਵਰ ਦੇ ਥੰਮ, ਮਤਲਬ ਅਸੀਂ ਅਗਰ ਆਤਮਿਕ ਤੌਰ ਤੇ ਚੱਲ ਰਹੇ ਨਾ, ਅਸੀਂ ਹਿੱਲਣ ਵਾਲੇ ਨਹੀਂ। ਬਾਈਬਲ ਕਹਿੰਦਾ ਜਿਹਨੇ ਚਟਾਨ ਤੇ ਘਰ ਬਣਾਇਆ ਨਾ, ਉਹਦਾ ਹਿੱਲਿਆ ਨਹੀਂ, ਧੱਕੇ ਵੱਜੇ ਉਹਨੂੰ ਬੜੇ, ਪਰ ਹਿੱਲਿਆ ਨਹੀਂ।
ਜਿਹਨੇ ਰੇਤ ਤੇ ਬਣਾਇਆ ਉਹਨੂੰ ਧੱਕਾ ਵੱਜਾ, ਹਿੱਲ ਗਿਆ, ਡਿੱਗ ਗਿਆ, ਖਤਮ ਹੋ ਗਿਆ, ਜ਼ੀਰੋ ਹੋ ਗਿਆ, ਡੈਡ ਹੋ ਗਿਆ। ਪਰ ਕਹਿੰਦਾ ਜਿਹਨੇ ਚਟਾਨ ਦੇ ਉੱਤੇ ਬਣਾਇਆ ਨਾ, ਬੜੇ ਧੱਕੇ ਲੱਗੇ, ਬੜਾ ਜ਼ੋਰ ਲੱਗਾ, ਪਰ ਉਹ ਗਿਰਿਆ ਨਹੀਂ। ਥੰਮ ਬਣਾ ਦਿੱਤਾ ਖੁਦਾ ਨੇ। ਥੰਮ ਦੀ ਤਰ੍ਹਾਂ ਬਣੋ। ਮੈਂ ਯਿਸੂ ਮਸੀਹ ਦੇ ਨਾਮ 'ਚ ਤੁਹਾਨੂੰ ਬਰਕਤ ਦਿੰਦਾ ਕਿ ਤੁਸੀਂ ਆਤਮਾ ਦੇ ਵਿੱਚ ਥੰਮ ਦੀ ਤਰ੍ਹਾਂ ਬਣ ਜਾਓ। ਸ਼ੈਤਾਨ ਤੁਹਾਨੂੰ ਜਿੰਨਾ ਮਰਜ਼ੀ ਜ਼ੋਰ ਲਗਾਵੇ ਤੁਹਾਡੀ ਪ੍ਰਾਰਥਨਾ ਕਮਜ਼ੋਰ ਕਰਨ ਦੇ ਲਈ, ਤੁਹਾਡਾ ਵਚਨ ਨੂੰ ਸਮੇਂ ਦੇਣ ਦੇ ਵਿੱਚ ਤੁਹਾਨੂੰ ਕਮਜ਼ੋਰ ਕਰਨ ਦੇ ਲਈ, ਪਰ ਤੁਸੀਂ ਥੰਮ ਦੀ ਤਰ੍ਹਾਂ ਅੱਜ ਖੜੇ ਹੋ ਜਾਓ ਯਿਸੂ ਮਸੀਹ ਦੇ ਨਾਮ 'ਚ। ਬੋਲੋ ਆਮੀਨ, ਹਾਲੇਲੂਇਆ। ਜਿਉਂਦੇ ਹੋ ਜਾਓ ਥੰਮ ਦੀ ਤਰ੍ਹਾਂ ਕਿ ਕੋਈ ਵੀ ਤੁਹਾਨੂੰ ਮਾਰ ਨਾ ਸਕੇ। ਹਾਲੇਲੂਇਆ। ਆਤਮਾ ਦੇ ਵਿੱਚ ਵਧੋ ਥੰਮ ਦੀ ਤਰ੍ਹਾਂ, ਕੋਈ ਤੁਹਾਨੂੰ ਕਮਜ਼ੋਰ ਨਾ ਕਰ ਸਕੇ, ਤੁਹਾਨੂੰ ਬੈਕਸਲਾਈਡ ਨਾ ਕਰ ਸਕੇ, ਤੁਹਾਨੂੰ ਪਿਛਾਹਾਂ ਨਾ ਖਿੱਚ ਸਕੇ। ਬੋਲੋ ਆਮੀਨ, ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਅੱਜ ਦੇ ਵਚਨ ਦੇ ਦੁਆਰਾ ਤੁਸੀਂ ਬਰਕਤ ਪਾਈ ਆ, ਅੱਜ ਦੇ ਵਚਨ ਦੇ ਦੁਆਰਾ ਤੁਸੀਂ ਆਸ਼ੀਸ਼ ਨੂੰ ਪ੍ਰਾਪਤ ਕੀਤਾ ਹੈ। ਯਾਦ ਰੱਖਣਾ, ਉਹ ਛੇਤੀ ਆਉਣ ਵਾਲਾ ਹੈ, ਉਹਨੂੰ ਜਿਉਂਦੇ ਲੋਕ ਚਾਹੀਦੇ ਔਰ ਜਿਉਂਦੇ ਉਠਾਏ ਜਾਣੇ ਆ। ਔਰ ਤੁਸੀਂ ਦੇਖਿਆ ਹੋਵੇਗਾ ਬਾਈਬਲ ਦੇ ਵਿੱਚ 3 ਬੰਦੇ ਜਿਉਂਦੇ ਉਠਾਏ ਗਏ ਆ। ਉਹ ਜਿਉਂਦੇ ਸੀਗੇ ਆਤਮਾ ਦੇ ਵਿੱਚ, ਇਸੇ ਲਈ ਉਠਾਏ ਗਏ ਆ। ਸਪਿਰਿਚੁਅਲਿਟੀ ਦੇ ਵਿੱਚ ਜਿਉਂਦੇ ਸੀਗੇ, ਇਸੇ ਲਈ ਉਠਾਏ ਗਏ ਆ। ਅੱਜ ਵੀ ਅਗਰ ਅਸੀਂ ਆਤਮਾ ਦੇ ਵਿੱਚ ਜਿਉਂਦੇ ਆ ਤੇ ਜਦੋਂ ਯਿਸੂ ਨੇ ਬਦਲਾਂ ਦੇ ਉੱਪਰ ਆਉਣਾ ਹੈ ਆਪਣੇ ਹਜ਼ਾਰਾਂ ਲੱਖਾਂ ਹੀ ਦੂਤਾਂ ਦੇ ਨਾਲ, ਤੇ ਜਿਉਂਦੇ ਲੋਕ ਹੀ ਉਠਾਏ ਜਾਣੇ ਆ, ਜਿਉਂਦੇ ਲੋਕ ਹੀ ਉਠਾਏ ਜਾਣੇ ਆ। ਤਾਂ ਰਹਿੰਦੇ ਲੋਕਾਂ ਦੇ ਉੱਪਰ ਫਿਰ ਕਸ਼ਟ ਆ, ਭਾਰੀ ਕਸ਼ਟ ਆ, ਜੋ ਬਾਈਬਲ ਕਹਿੰਦਾ ਆ ਮਸੀਹ ਲੋਕਾਂ ਦੇ ਉੱਪਰ ਕਸ਼ਟ ਆਉਣੇ ਆ। ਉਹ ਵਾਲਾ ਕਸ਼ਟ ਫਿਰ ਰਹਿੰਦੇ ਲੋਕਾਂ ਦੇ ਉੱਪਰ ਆਉਣਾ ਹੈ। ਹਾਲੇਲੂਇਆ। ਉਮੀਦ ਕਰਦਾ ਹਾਂ ਤੁਸੀਂ ਸਮਝਿਆ ਅੱਜ ਦੇ ਵਚਨ, ਔਰ ਅੱਜ ਦੇ ਵਚਨ ਨੇ ਤੁਹਾਡੀ ਜ਼ਿੰਦਗੀਆਂ 'ਚ ਕੰਮ ਕੀਤਾ। ਤੁਹਾਡੇ ਕੰਮ ਅਧੂਰੇ ਨਹੀਂ ਹੋਣੇ ਚਾਹੀਦੇ। ਜੋ ਖੁਦਾ ਨੇ ਤੁਹਾਨੂੰ ਜ਼ਿੰਮੇਵਾਰੀਆਂ ਦਿੱਤੀਆਂ, ਜੋ ਖੁਦਾ ਨੇ ਤੁਹਾਨੂੰ ਕੰਮ ਦਿੱਤੇ ਆ, ਕਹਿੰਦਾ ਪਰਮੇਸ਼ਰ ਦੇ ਸਾਹਮਣੇ ਤੁਹਾਡੇ ਕੰਮ ਪੂਰੇ ਨਹੀਂ ਪਾਏਗੇ। ਹਾਲੇਲੂਇਆ। ਇਹ ਗੱਲ ਦੇ ਉੱਪਰ ਗੌਰ ਕਰਨ ਦੀ ਜ਼ਰੂਰਤ ਹੈ, ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਾਡੇ ਕੰਮ ਕਿਤੇ ਅਧੂਰੇ ਤਾਂ ਨਹੀਂ। ਅੱਜ ਸਾਨੂੰ ਕਹਿ ਕੇ ਪ੍ਰਾਰਥਨਾ ਕਰਵਾਉਣੀ ਪੈਂਦੀ। ਕਦੀ ਸਾਡੀ ਮੰਮੀ ਸਾਨੂੰ ਪ੍ਰਾਰਥਨਾ ਕਰਨ ਦੇ ਲਈ ਕਹਿੰਦੀ, ਸਾਡੇ ਪਿਤਾ ਜੀ ਸਾਨੂੰ ਪ੍ਰਾਰਥਨਾ ਕਰਨ ਦੇ ਲਈ ਕਹਿੰਦੇ ਆ ਕਿ ਅਸੀਂ ਜ਼ਿੰਮੇਵਾਰ ਬੰਦੇ ਨਹੀਂ ਆ, ਕਿ ਅਸੀਂ ਜ਼ਿੰਮੇਵਾਰ ਨਾਗਰਿਕ ਨਹੀਂ ਆ, ਕਿ ਅਸੀਂ ਜ਼ਿੰਮੇਵਾਰ ਧੀਆਂ ਪੁੱਤਰ ਨਹੀਂ ਬਣ ਸਕਦੇ। ਅਸੀਂ ਬਣ ਸਕਦੇ ਆ, ਪਰ ਸਾਨੂੰ ਦੇਖੋ ਮੋਬਾਈਲ ਯੂਜ਼ ਕਰਨ ਦੇ ਲਈ ਕੋਈ ਨਹੀਂ ਕਹਿੰਦਾ, ਅਸੀਂ ਖੁਦ ਕਰਦੇ ਹਾਂ। ਸਾਨੂੰ ਇੰਟਰਨੈਟ ਯੂਜ਼ ਕਰਨ ਦੇ ਲਈ ਕੋਈ ਨਹੀਂ ਕਹਿੰਦਾ, ਅਸੀਂ ਖੁਦ ਕਰਦੇ ਹਾਂ। ਪਰ ਸਾਨੂੰ ਬਾਈਬਲ ਪੜ੍ਹਨ ਦੇ ਲਈ ਪਾਸਟਰ ਕਹਿੰਦਾ, ਸਾਨੂੰ ਆਤਮਿਕ ਭੈਣ ਭਰਾ ਕਹਿੰਦੇ, ਸਾਡੇ ਮਾਂ-ਬਾਪ ਕਹਿੰਦੇ, ਅਸੀਂ ਫਿਰ ਵੀ ਨਹੀਂ ਪੜ੍ਹਦੇ। ਤੁਸੀਂ ਦੇਖੋ ਇਹਨੂੰ ਪੜ੍ਹਨਾ ਕਿੰਨਾ ਜ਼ਰੂਰੀ ਹੈ। ਉਹ ਅੰਗ ਸ਼ੈਤਾਨ ਦਾ ਹੈ ਜਿਹਨੂੰ ਕਹਿਣ ਦੀ ਜ਼ਰੂਰਤ ਨਾ ਪਵੇ, ਔਰ ਖੁਦ ਇੱਕ ਇੱਛਾ ਸਾਡੀ ਜ਼ਿੰਦਗੀ ਦੇ ਵਿੱਚ ਉਤਪੰਨ ਹੁੰਦੀ ਹੈ ਉਹਨੂੰ ਯੂਜ਼ ਕਰਨ ਦੇ ਲਈ, ਉਹਦਾ ਇਸਤੇਮਾਲ ਕਰਨ ਦੇ ਲਈ। ਇਟ ਮੀਨਸ ਕਿ ਉਹ ਕੰਮ ਜਿਹੜੇ ਸ਼ੈਤਾਨ ਦੇ ਵੱਲੋਂ ਤੁਹਾਨੂੰ ਐਡਿਕਟਡ ਕਰ ਦਿੱਤਾ, ਉਹਨੇ ਤੁਹਾਨੂੰ ਗੁਲਾਮ ਬਣਾ ਲਿਆ ਹੈ। ਪੁਰਾਣੇ ਨਿਯਮ ਦੇ ਵਿੱਚ ਵੀ ਤੁਸੀਂ ਪੜੋ, ਜਿਹੜਾ ਹੈਵੀ ਹੁੰਦਾ ਸੀਗਾ, ਜਿਹੜਾ ਇੱਕ ਬਹੁਤ ਅੱਛੀ ਫੌਜ ਦੇ ਨਾਲ, ਅੱਛੇ ਲੜਾਕੂ ਲੋਕਾਂ ਦੇ ਨਾਲ ਹੁੰਦਾ ਸੀਗਾ, ਉਹ ਇੱਕ ਨੀਵਾਂ ਜਿਹੜਾ ਕਮਜ਼ੋਰ ਹੁੰਦਾ ਸੀ ਉਹਦੇ ਉੱਪਰ ਫਤਿਹ ਪਾ ਲੈਂਦਾ ਸੀਗਾ, ਉਹਨੂੰ ਜਿੱਤ ਲੈਂਦਾ ਸੀਗਾ ਔਰ ਉਹਨੂੰ ਗੁਲਾਮ ਬਣਾ ਲੈਂਦਾ ਸੀਗਾ। ਉਹਨਾਂ ਦੇ ਕੋਲੋਂ ਮਜ਼ਦੂਰੀ ਕਰਾਈ ਜਾਂਦੀ ਸੀ ਆਪਣੇ ਦੇਸ਼ ਦੇ ਵਿੱਚ। ਔਰ ਅੱਜ ਵੀ ਇਦਾਂ ਹੀ ਆ। ਅੱਜ ਸ਼ੈਤਾਨ ਸਾਨੂੰ ਗੁਲਾਮ ਬਣਾ ਲੈਂਦਾ ਹੈ। ਅੱਜ ਉਹ ਸਾਨੂੰ ਅਸੀਰੀ ਦੇ ਵਿੱਚ ਲੈ ਕੇ ਜਾਂਦਾ ਹੈ। ਕਿੱਦਾਂ? ਅੱਜ ਉਹਨੂੰ ਕਹਿਣ ਦੀ ਜ਼ਰੂਰਤ ਹੈ, ਉਹਨੇ ਐਡਿਕਟਡ ਕਰ ਦੇਣਾ ਤੁਹਾਨੂੰ ਆ ਗੰਦੀਆਂ ਫਿਲਮਾਂ ਦੇਖਣ ਦੇ ਲਈ, ਆ ਗੰਦੀਆਂ ਵੀਡੀਓਜ਼ ਦੇਖਣ ਦੇ ਲਈ, ਫਨੀ ਵੀਡੀਓ ਦੇਖਣ ਦੇ ਲਈ, ਹਾਸਾ ਮਜ਼ਾਕ ਕਰਨ ਦੇ ਲਈ, ਏਦਾਂ ਦਾ ਐਡਿਕਟਡ ਕਰ ਦੇਣਾ। ਇੱਕ ਬੰਦਾ ਮੈਨੂੰ ਮਿਲਿਆ ਕੁਝ ਪਿਛਲੇ ਦਿਨਾਂ ਦੇ ਵਿੱਚ, ਤੇ ਮੈਂ ਉਹਨੂੰ ਪ੍ਰੇਅਰ ਲਾਈਫ ਪੁੱਛੀ। ਮੈਂ ਕਿਹਾ ਤੇਰੀ ਪ੍ਰੇਅਰ ਲਾਈਫ ਕਿੱਦਾਂ, ਠੀਕ ਚੱਲਦੀ? ਕਹਿੰਦਾ ਠੀਕ ਠਾਕ ਹੀ ਚੱਲਦੀ ਆ। ਬੰਦਾ ਬਸ ਇਦਾਂ ਘਰ ਜਾਈਦਾ ਆ, ਬੈੱਡ ਤੇ ਲਿਟੀ ਦਾ, ਖਾਣਾ ਖੂਣਾ ਖਾਈਦਾ, ਆ ਮੁੜ ਕੇ ਆ ਵੀਡੀਓ ਜੀਆਂ ਦੇਖਣੀਆਂ ਸ਼ੁਰੂ ਕਰ ਦੇਈਦੀਆਂ ਆ ਫੇਸਬੁੱਕ ਤੇ, ਆ ਛੋਟੀਆਂ ਜਿਹੜੀਆਂ, ਬਸ ਉਹ ਇਦਾਂ ਦੇਖਦੇ ਕਹਿੰਦਾ 1-2 ਵੱਜ ਜਾਂਦੇ, ਕਹਿੰਦਾ ਪਤਾ ਨਹੀਂ ਲੱਗਦਾ ਟਾਈਮ ਦਾ। ਕਹਿੰਦਾ ਕਹਿਣ ਦਾ ਭਾਵ ਆ, ਪਤਾ ਵੀ ਉਸ ਬੰਦੇ ਨੂੰ ਕਿ ਇਹ ਮੇਰੇ ਲਈ ਮਾੜੀ ਆਦਤ ਆ, ਇਹ ਮੇਰੇ ਲਈ ਬੁਰਾ ਆ। ਹਾਂ, ਮੇਰੇ ਫਿਜ਼ੀਕਲ ਤੌਰ ਤੇ ਵੀ ਅਗਰ ਮੈਂ ਨੀਂਦ ਨਹੀਂ ਪੂਰੀ ਲਵਾਂਗਾ ਤਾਂ ਮੈਂ ਬਿਮਾਰ ਹੋ ਜਾਵਾਂਗਾ, ਅਗਰ ਮੈਂ ਸਹੀ ਟਾਈਮ ਤੇ ਸੋਵਾਂਗਾ ਤਾਂ ਸਵੇਰੇ ਉੱਠ ਨਹੀਂ ਪਾਵਾਂਗਾ। ਹਾਂ, ਪਤਾ ਵੀ ਆ, ਪਰ ਫਿਰ ਵੀ ਉਹ ਗੁਲਾਮ ਹੋ ਚੁੱਕਾ। ਸ਼ੈਤਾਨ ਨੇ ਉਹਨੂੰ ਗੁਲਾਮ ਬਣਾ ਲਿਆ ਹੈ। ਹਾਂ, ਜੇ ਉਹੀ ਟਾਈਮ ਉਹਨੂੰ 12-1 ਵਜੇ ਤੱਕ ਜਾਂ 2 ਵਜੇ ਤੱਕ ਬਾਈਬਲ ਪੜ੍ਹਨ ਦਾ ਕਹੋ ਤੇ ਕਦੀ ਵੀ ਹਾਂ ਨਹੀਂ ਕਰੇਗਾ, ਕਦੀ ਵੀ ਹਾਮੀ ਨਹੀਂ ਭਰੇਗਾ। ਹਾਂ, ਤੁਸੀਂ ਦੇਖੋ, ਇੱਕ ਵੀਡੀਓ ਦੇਖਣ ਦੇ ਲਈ, ਮੋਬਾਈਲ ਦੇ ਨਾਲ ਪੰਗੇ ਲੈਣ ਦੇ ਲਈ ਸਾਨੂੰ 1-2 ਵੱਜਣ ਕੋਈ ਦਿੱਕਤ ਨਹੀਂ ਹੈ, ਪਰ ਜੇ 1-2 ਸਾਨੂੰ ਪ੍ਰਾਰਥਨਾ ਕਰਨ ਦੇ ਲਈ ਵੱਜਣ ਜਾਂ ਬਾਈਬਲ ਪੜ੍ਹਨ ਦੇ ਲਈ ਵੱਜਣ ਤੇ ਕਿੰਨੀ ਇੱਕ ਪ੍ਰਭਾਵਸ਼ਾਲੀ ਗੱਲ ਹੈ ਤੁਹਾਡੇ ਲਈ। ਉਹ ਕਿੰਨਾ ਅਭਿਸ਼ੇਕ ਤੁਸੀਂ ਖੁਦਾ ਦੇ ਕੋਲੋਂ ਹਾਸਲ ਕਰ ਸਕਦੇ ਆ। ਮੋਸਟਲੀ ਜ਼ਿਆਦਾਤਰ ਲੋਕ ਇਸ ਕੰਮ ਦੇ ਐਡਿਕਟਡ ਆ। ਮੋਸਟਲੀ ਜ਼ਿਆਦਾਤਰ ਲੋਕ, ਮੈਂ ਜਦੋਂ ਚਰਚ ਦੀ ਫੇਸਬੁੱਕ ਮੇਰੇ ਮੋਬਾਈਲ ਦੇ ਵਿੱਚ ਸੀਗੀ ਔਰ ਮੈਂ ਅਪਡੇਟ ਦੇਖਦਾ ਹੁੰਦਾ ਸੀਗਾ, ਇਸੇ ਤਰ੍ਹਾਂ ਦੀ ਇੱਕ ਆਦਤ ਮੈਨੂੰ ਪੈ ਗਈ ਸੀ। ਮੈਂ ਕਾਫੀ ਪਹਿਲਾਂ ਦੀ ਗੱਲ ਕਰਦਾ, ਪੁਰਾਣੀ ਗੱਲ ਕਰਦਾ ਆ ਕਾਫੀ। ਔਰ ਫਿਰ ਇੱਕ ਦਿਨ ਮੈਂ ਵਿਚਾਰ ਕੀਤਾ, ਮੈਂ ਕਿਹਾ ਮੇਰੀ ਪ੍ਰਾਰਥਨਾ ਦੇ ਸਮੇਂ ਦੇ ਵਿੱਚ ਵਿਘਨ ਪੈ ਰਹੀ ਹੈ। ਔਰ ਜਦੋਂ ਫਿਰ ਮੈਂ ਇਸ ਗੱਲ ਦੇ ਉੱਪਰ ਗੌਰ ਕੀਤਾ, ਚੌਕਸੀ ਕੀਤੀ, ਧਿਆਨ ਦਿੱਤਾ, ਔਰ ਉਸੇ ਟਾਈਮ ਮੈਂ ਆਪਣੇ ਫੋਨ ਦੇ ਵਿੱਚੋਂ ਜਿਹੜਾ ਇਸ ਐਪ ਨੂੰ ਮੈਂ ਡਿਲੀਟ ਕੀਤਾ
और फिर मैं अपनी टीम ਦੇ ਬੱਚੇ ਨੂੰ ਕਿਹਾ, ਮੈਂ ਕਿਹਾ ਉਸ ਤੋਂ ਬਾਅਦ ਫੇਸਬੁੱਕ ਜੋ ਵੀ ਆ ਇਹ ਤੁਸੀਂ ਅਪਡੇਟ ਕਰਨਾ, ਇਹਨੂੰ ਤੁਸੀਂ ਦੇਖਣਾ ਆ, ਮੈਂ ਨਹੀਂ ਦੇਖਣਾ। ਇਹ ਅਸੀਂ ਧਿਆਨ ਦੇਣਾ, ਸਾਡੀ ਜ਼ਿੰਮੇਵਾਰੀ ਆ ਕਿ ਅਸ ਆਤਮਕ ਬੰਦੇ ਹੋਣ ਦੇ ਨਾਤੇ, ਪਰਮੇਸ਼ਵਰ ਦੇ ਪੁੱਤਰ ਦੀਆਂ ਹੋਣ ਦੇ ਨਾਤੇ, ਕਿ ਸ਼ੈਤਾਨ ਦਾ ਕਿਹੜਾ ਅੰਗ ਹੈ ਜਿਹੜਾ ਸਾਡੀ ਜ਼ਿੰਦਗੀ 'ਚ ਆਉਂਦਾ ਔਰ ਸਾਨੂੰ ਡਿਸਟਰਬ ਕਰ ਦਿੰਦਾ, ਸਾਡੀ ਪ੍ਰੇਅਰ ਲਾਈਫ ਨੂੰ ਡਿਸਟਰਬ ਕਰਦਾ, ਸਾਡੇ ਵਚਨ ਪੜ੍ਹਨ ਨੂੰ ਡਿਸਟਰਬ ਕਰਦਾ, ਪਰਮੇਸ਼ਵਰ ਦੇ ਨਾਲ ਜੋ ਸਾਡਾ ਰਿਸ਼ਤਾ ਆ ਉਹਨੂੰ ਗੂੜਾ ਹੋਣ ਦੇ ਵਿੱਚ ਡਿਸਟਰਬ ਕਰਦਾ। ਇਹ ਅਸੀਂ ਦੇਖਣਾ, ਕਿਸੇ ਹੋਰ ਨੇ ਨਹੀਂ ਦੇਖਣਾ, ਕਿਉਂਕਿ ਇਹ ਲਾਈਫ ਜਿਹੜੀ ਆ ਕਿਸੇ ਨੂੰ ਨਹੀਂ ਪਤਾ ਤੁਸੀਂ ਮੋਬਾਈਲ ਦੇ ਵਿੱਚ ਕੀ ਕਰਦੇ ਆ, ਕਿਸੇ ਨੂੰ ਨਹੀਂ ਪਤਾ ਤੁਸੀਂ ਆਪਣੇ ਲੈਪਟਾਪ ਤੇ ਕੀ ਕਰਦੇ ਪਏ ਆ, ਹਨਾ, ਇਹ ਤੁਹਾਨੂੰ ਹੀ ਪਤਾ ਆ। ਔਰ ਇਹ ਅਸੀਂ ਹੀ ਡਿਸੀਜਨ ਲੈਣੇ ਆ, ਕਿਉਂਕਿ ਜਦੋਂ ਇਹ ਆਇਆ ਅਸੀਂ ਉਦੋਂ ਵੀ ਨਹੀਂ ਮਨਾ ਕੀਤਾ, ਹਨਾ, ਕਿ ਸਾਡੀ ਜ਼ਿੰਦਗੀ 'ਚ ਆ ਰਿਹਾ ਆ। ਹੁਣ ਤੁਸੀਂ ਦੇਖੋ ਇਸ ਮਾਨਿਤ ਸਾਡੀ ਜ਼ਿੰਦਗੀ 'ਚ ਘਰ ਘਰ ਬੈਠਾ ਆ, ਮੋਬਾਈਲ ਫੋਨ, ਇੰਟਰਨੈਟ, ਲੈਪਟਾਪ, ਔਰ ਇਹਨੂੰ ਅਸੀਂ ਹੌਲੀ ਹੌਲੀ ਆਪਣੀ ਜ਼ਿੰਦਗੀ 'ਚੋਂ ਦੂਰ ਵੀ ਕਰਨ ਦੀ ਕੋਸ਼ਿਸ਼ ਕਰਨੀ ਆ। ਮੈਂ ਇਹ ਨਹੀਂ ਕਹਿੰਦਾ ਕਿ ਇਹ ਬੁਰੇ ਆ, ਚੰਗੇ ਆ, ਫੈਸਿਲਿਟੀ ਆ, ਅੱਛੀ ਗੱਲ ਆ, ਪਰ ਇਹਨਾਂ ਨੂੰ ਆਪਣੇ ਮੁਤਾਬਿਕ ਇਸਤੇਮਾਲ ਕਰੋ। ਇਹਨਾਂ ਦੇ ਮੁਤਾਬਿਕ ਆਪਣੀ ਜ਼ਿੰਦਗੀ ਨਾ ਜੀਓ, ਤੁਹਾਨੂੰ ਕਿਸੇ ਕੱਖ ਦਾ ਨਹੀਂ ਰਹਿਣ ਦੇਣਾ, ਇਹਨਾਂ ਨੇ ਜ਼ੀਰੋ ਕਰ ਦੇਣਾ ਤੁਹਾਨੂੰ। ਅੱਧੀਆਂ ਬਿਮਾਰੀਆਂ ਦਾ ਘਰ ਇਹੀ ਆ, ਅਣਿੰਦੇ ਰਹਿਣਾ, ਲੇਟ ਸੋਣਾ, ਪਰਿਵਾਰ ਤੋਂ ਦੂਰੀ। ਪਰਿਵਾਰ ਦੇ ਵਿੱਚ 10 ਜਾਣੇ ਵੀ ਬੈਠੇ ਪਏ ਆ, ਕੁਝ ਪਰਿਵਾਰਕ ਮਸਲਿਆਂ ਦੇ ਲਈ ਗੱਲ ਕਰਨ ਦਾ, ਔਰ 1-2 ਬੰਦੇ ਆਪਣੇ ਮੋਬਾਈਲ ਤੇ ਲੱਗੇ ਹੋਣਗੇ। ਦੱਸੋ ਕਿੱਦਾਂ ਪਰਿਵਾਰ 'ਚ ਪਿਆਰ ਵਧੇਗਾ? ਇਹ ਚੀਜ਼ਾਂ ਜਿਹੜੀਆਂ ਸਿਆਣਪ ਨੂੰ ਦਰਸਾਉਂਦੀਆਂ ਆ, ਅਗਰ ਅਸੀਂ ਇਹਨਾਂ ਗੱਲਾਂ ਦੇ ਉੱਪਰ ਧਿਆਨ ਦੇਵਾਂਗੇ। ਹਾਲੇਲੂਇਆ। ਇਹਨੂੰ ਇਸਤੇਮਾਲ ਕਰੋ ਉਹਨਾਂ ਜਿੰਨਾ ਤੁਹਾਨੂੰ ਜ਼ਰੂਰਤ ਹੈ, ਓਵਰ ਨਾ ਕਰੋ। ਓਵਰ ਹੋ ਜਾਓਗੇ ਫਿਰ ਨਹੀਂ ਤਾਂ ਕੰਮ ਖਰਾਬ ਹੋ ਜਾਏਗਾ ਤੁਹਾਡਾ। ਮੇ ਗॉड ਬਲੈਸ। ਖੁਦਾਵੰਦ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਉਮੀਦ ਕਰਦਾ ਅੱਜ ਦੇ ਵਚਨ ਤੋਂ ਤੁਸੀਂ ਆਸ਼ੀਸ਼ ਪਾਈ ਹੈ, ਔਰ ਅਸੀਂ ਮੁਰਦਾ ਨਹੀਂ ਬਣਨਾ। ਬਾਈਬਲ ਕਹਿੰਦਾ ਆ ਤੂੰ ਆਪਣੇ ਆਪ ਨੂੰ ਜਿਉਂਦਾ ਤਾਂ ਸਮਝਦਾ, ਪਰ ਹੈ ਤੂੰ ਮੁਰਦਾ ਆ। ਕਿਉਂ? ਕਿਉਂਕਿ ਤੇਰੇ ਕੰਮ ਮੁਰਦਾ ਪੁਣੇ ਦੇ ਆ। ਕਹਿੰਦਾ ਮੈਂ ਤੇਰੇ ਕੋਲ ਆਇਆ, ਤੈਨੂੰ ਸਮਝਿਆ ਕਿ ਤੂੰ ਜਿਉਂਦਾ ਆ, ਪਰ ਹੈ ਤੂੰ ਮੁਰਦਾ ਸੀਗਾ। ਕਹਿੰਦਾ ਤੂੰ ਜਿਉਂਦਾ ਤਾਂ ਕਹਾਉਂਦਾ, ਪਰ ਹੈ ਮੁਰਦਾ ਆ। ਆਪਣੇ ਜ਼ਿੰਦਗੀ ਦੇ ਬਾਅਦ ਤੁਹਾਨੂੰ ਧਿਆਨ ਦੇਣਾ ਪੈਣਾ ਹੈ ਕਿ ਤੁਹਾਡੇ ਜਿਹੜੇ ਜ਼ਿੰਦਗੀ 'ਚ ਕੰਮ ਪਾਏ ਜਾਂਦੇ ਆ, ਇਹ ਜਿਉਂਦੇ ਪੁਣੇ ਵਾਲੇ ਕੰਮ ਆ ਜਾਂ ਮੁਰਦੇ ਪੁਣੇ ਵਾਲੇ ਕੰਮ। ਇਹ ਅਸੀਂ ਹੀ ਧਿਆਨ ਦੇਣਾ ਹੈ। ਰਾਤ ਚਾਹੇ ਅਸੀਂ ਫੋਨ ਤੇ ਗੱਲਾਂ ਕਰਦੇ ਕੱਟ ਲਈਏ, ਸਾਨੂੰ ਕੋਈ ਦਿੱਕਤ ਨਹੀਂ ਹੈ। ਜੇ ਅਸੀਂ ਪ੍ਰਾਰਥਨਾ ਦੇ ਵਿੱਚ ਬਿਤਾਉਣੀ ਹੈ ਤੇ ਸਾਨੂੰ ਤਾਂ ਬੜਾ ਬੋਝ ਪੈ ਜਾਂਦਾ ਹੈ। ਜਿਸ ਕੰਮ ਨੂੰ ਅਸੀਂ ਲਗਨ ਦੇ ਨਾਲ ਕਰੀਏ, ਉਹਦੇ ਲਈ ਅਸੀਂ ਰਾਤ ਦਿਨ ਨਹੀਂ ਦੇਖ ਪਾਉਂਦੇ। ਜਾਂ ਜਿਸ ਕੰਮ ਦੇ ਵਿੱਚ ਸਾਡਾ ਪਿਆਰ ਹੋਵੇ ਜਾਂ ਰੁਚੀ ਹੋਵੇ, ਉਹਦੇ ਲਈ ਸਾਨੂੰ ਕੋਈ ਘੰਟੇ ਮਾਇਨੇ ਨਹੀਂ ਰੱਖਦੇ। ਇੱਕ ਲੜਕਾ ਲੜਕੀ ਅਗਰ ਆਪਸ ਦੇ ਵਿੱਚ ਪਿਆਰ ਕਰਦੇ ਆ, ਗੂੜਾ ਕਰਦੇ ਆ, ਤੇ ਉਹਨਾਂ ਨੂੰ ਰਾਤ ਬਹੁਤ ਛੋਟੀ ਲੱਗਦੀ ਆ। ਫੋਨ ਦੇ ਉੱਪਰ ਗੱਲਾਂ ਕਰਨੀਆਂ ਰਾਤ ਬਹੁਤ ਛੋਟੀ ਲੱਗਦੀ ਆ। ਪਰ ਇਹੀ ਅਗਰ ਪਿਆਰ ਸਾਡਾ ਬਾਈਬਲ ਦੇ ਨਾਲ ਹੋਵੇ, ਇਹੀ ਪਿਆਰ ਅਗਰ ਪਰਮੇਸ਼ਵਰ ਦੇ ਨਾਲ ਹੋਵੇ, ਜਾਂ ਪਰਮੇਸ਼ਵਰ ਨੇ ਜੋ ਸਾਡੇ ਨਾਲ ਪਿਆਰ ਕੀਤਾ ਉਹਦੀ ਕਦਰ ਹੋਵੇ, ਤੇ ਸਾਨੂੰ ਵੀ ਰਾਤ ਛੋਟੀ ਲੱਗ ਸਕਦੀ ਹੈ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾਈ ਨਾ ਗੱਲਾਂ। ਖੁਦਾ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਅਗਰ ਤੁਹਾਡਾ ਕੋਈ ਪ੍ਰਾਰਥਨਾ ਨਿਵੇਦਨ ਹੈ ਤਾਂ ਤੁਸੀਂ ਆਪਣਾ ਪ੍ਰਾਰਥਨਾ ਨਿਵੇਦਨ ਕਮੈਂਟ ਬਾਕਸ ਦੇ ਵਿੱਚ ਪੇਸਟ ਕਰ ਦੇਣਾ, ਔਰ ਮੇਰੇ ਤੱਕ ਪਹੁੰਚ ਜਾਏਗਾ, ਤੇ ਮੈਂ ਜ਼ਰੂਰ ਜਦੋਂ ਆਪਣੀ ਪ੍ਰਾਰਥਨਾ ਦੇ ਵਿੱਚ ਬੈਠਾ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ। ਔਰ ਖੁਦਾਵੰਦ ਜ਼ਰੂਰ ਡੈਫੀਨੇਟਲੀ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਉਹ ਕੰਮ ਕਰੇਗਾ, ਤੁਹਾਡੇ ਅਧੂਰੇ ਕੰਮਾਂ ਨੂੰ ਉਹ ਪੂਰਾ ਕਰੇਗਾ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਆइए अपनी अखां नूं बंद करिए, आखिरी प्रार्थना दे विच चलदे हां। मैं बरकत दी दुआ तुहाडे लई मंगदा। अपनी अखां नूं बंद करो। सच्चा जिंदा मेहरबान खुदावंद पिता परमेश्वर प्रभु यीशु मसीह दे जिंदा नाम च तुहाडा शुक्र करदे हां सादर योग समय दे लई जो साडी जिंदगियां दे विच बख्श दिता। शुक्र अदा करदे हां मेरे खुदा बाप, सुनन वालियां जिंदगियां ने हाल होण, बरकत पाउण मेरे प्रभु जी। अज दीयां गल्लां जो कलाम दीयां गल्लां पवित्र आत्मा दे द्वारा सिखाईयां गईयां, समझाईयां गईयां, तुहाडे लोकां दी समझ दे विच आ जाण। यीशु मसीह दे नाम च जिंदगियां बहाल हो जाण, मुर्दापन दे विचों निकल के जिउंदेपन दे विच आउण मेरे खुदावंदा। और जदों खुदावंद इन्हां दे काम तुहाडे सामने पाए जाण ते ओ पूरे पाए जाण मेरे खुदावंद, अधूरे नहीं मेरे खुदावंदा। ਅਸੀਂ ਧੰਨਵਾਦ ਕਰਦੇ ਹਾਂ। ਸਾਡੀ ਬਰਕਤ ਤੁਸੀਂ ਸਾਨੂੰ ਦਿਓ ਮੇਰੇ ਖੁਦਾਵੰਦ। ਅਸੀਂ ਆਪਣੀ ਬਰਕਤ ਨੂੰ, ਆਪਣੀ ਆਸ਼ੀਸ਼ ਨੂੰ ਅਸੀਂ ਤਕੜਾਈ ਦੇ ਨਾਲ ਫੜ ਕੇ ਰੱਖੀਏ ਮੇਰੇ ਖੁਦਾਵੰਦ। ਜੋ ਤੁਸੀਂ ਕਿਰਪਾ ਸਾਡੇ ਉੱਪਰ ਕੀਤੀ ਉਹਨੂੰ ਤਕੜਾਈ ਦੇ ਨਾਲ ਫੜ ਕੇ ਰੱਖੀਏ ਖੁਦਾਵੰਦ। ਅੱਜ ਅਸੀਂ ਜਾਣ ਗਏ ਸਾਡੇ ਜਾਗਣ ਦਾ ਵੇਲਾ ਆ ਗਿਆ, ਸਾਡੇ ਉੱਠਣ ਦਾ ਵੇਲਾ ਆ ਗਿਆ, ਸਾਡੇ ਚੌਕਸ ਹੋਣ ਦਾ ਵੇਲਾ ਆ ਗਿਆ ਆ ਮੇਰੇ ਖੁਦਾਵੰਦ। ਸਾਡਾ ਖੁਦਾਵੰਦ ਬਰੀਕੀ ਦੀਆਂ ਗੱਲਾਂ ਦੇ ਉੱਪਰ ਧਿਆਨ ਦੇਣ ਦਾ ਵੇਲਾ ਆ ਗਿਆ ਮੇਰੇ ਪ੍ਰਭੂ ਜੀ। ਧੰਨਵਾਦ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ, ਅੱਜ ਦੇ ਦਿਨ ਦੇ ਲਈ ਸਾਨੂੰ ਬਰਕਤ ਦਿੱਤੀ, ਤੁਹਾਡਾ ਸ਼ੁਕਰ ਅਦਾ ਕਰਦੇ ਹਾਂ। ਅੱਜ ਦੇ ਵਚਨ ਦਾ ਬੀਜ ਸਾਡੇ ਦਿਲਾਂ ਦੇ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ ਤੇ 100 ਗੁਣਾ ਫਲਦਾਇਕ ਹੋਵੇ ਪ੍ਰਭੂ ਜੀ। ਵੱਡੀ ਬਰਕਤ ਦਿਓ, ਵੱਡੀ ਆਸ਼ੀਸ਼ ਦਿਓ, ਜ਼ਰੂਰਤਾਂ ਦੀ ਪੂਰਤੀ ਦੇ ਲਈ ਸ਼ੁਕਰ ਅਦਾ ਕਰਦੇ ਹਾਂ ਮੇਰੇ ਪ੍ਰਭੂ ਜੀ। ਔਰ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ ਦੇ ਵਿੱਚ ਹੋ ਕੇ ਮੰਗਦੇ ਹਾਂ, ਆਮੀਨ ਆਮੀਨ।
मे गॉड ब्लेस। खुदावंद ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਮੈਂ ਪਾਸਟਰ ਆਸਟਨ ਸੈਮੂਅਲ खुदावंद यीशु मसीह ਦੇ ਜ਼ਿੰਦਾ ਨਾਮ ਚ ਤੁਹਾਨੂੰ ਸ਼ਾਂਤੀ ਭੇਜਦਾ ਹਾਂ। ਕਬੂਲ ਕਰੋ। ਆਮੀਨ। ਗॉड ब्लेस। खुदावंद ਨੇ ਚਾਹਿਆ ਤਾਂ ਬਹੁਤ ਜਲਦ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇੰਟਰਨੈਟ ਦੇ ਵਸੀਲੇ ਦੇ ਨਾਲ ਹੀ, ਔਰ ਫਿਰ ਅਸੀਂ ਰੂਬਰੂ खुदावंद ਦੀਆਂ ਗੱਲਾਂ ਕੁਝ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਆਤਮਾ ਸਾਨੂੰ ਅਗਵਾਈ ਕਰੇਗਾ, ਔਰ खुदावंद ਦੇ ਨਾਮ ਦੇ ਵਿੱਚ, ਯਿਸੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਬਰਕਤ ਨੂੰ ਪ੍ਰਾਪਤ ਕਰਨਾ ਔਰ खुदावंद ਦੇ ਨਾਮ ਨੂੰ ਉੱਚਾ ਕਰਨਾ। ਤਦ ਤੱਕ ਆਪਣਾ ਖਿਆਲ ਰੱਖਣਾ, ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਸੁਰੱਖਿਅਤ ਰਹੋ। ਹੁਣ ਜੋ ਕਿ ਵਾਇਰਲ ਬਹੁਤ ਜ਼ਿਆਦਾ ਇਹ ਜਿਹੜਾ ਫੈਲਿਆ ਹੋਇਆ ਆ, ਡੇਂਗੂ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ, ਕਿਉਂਕਿ ਇਹ ਚੀਜ਼ਾਂ ਇਹ ਬਾਈਬਲ ਦੇ ਅਨੁਸਾਰ ਹੈ ਫੈਲਣੀਆਂ ਆ, ਔਰ ਲੋਕਾਂ ਦੀ ਜ਼ਿੰਦਗੀਆਂ 'ਚ ਇੱਕ ਡਰ ਦਾ ਹੋਣਾ ਬਹੁਤ ਜ਼ਰੂਰੀ ਆ। ਜਿਹੜੇ ਪਲੇਟਲੈਟ ਡਾਊਨ ਹੁੰਦੇ ਪਏ ਆ ਸੈੱਲ, ਔਰ ਡੇਂਗੂ ਫੈਲਿਆ ਪਿਆ, ਸਭ ਬਾਈਬਲ ਦੇ ਅਨੁਸਾਰ ਹੋ ਰਿਹਾ। ਮੈਂ ਇਹ ਵਿਸ਼ਵਾਸ ਕਰਦਾ ਕਿ ਬਾਈਬਲ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ ਆ। ਜੋ ਕੁਝ ਹੈਗਾ ਆ ਬਾਈਬਲ ਦੇ ਵਿੱਚ ਅਨੁਸਾਰ, ਬਾਈਬਲ ਦੇ ਅਨੁਸਾਰ ਆ, ਬਾਈਬਲ ਦੇ ਵਿੱਚੋਂ ਹੀ ਆ, ਕਿਉਂਕਿ ਇਨਸਾਨ ਜਿਹੜਾ ਖੁਦਾ ਨੂੰ ਭੁੱਲ ਬੈਠਾ ਹੈ, ਪਾਪ ਦੇ ਵੱਲ ਨੂੰ ਜ਼ਿਆਦਾ, ਨਸ਼ੇ ਦੇ ਵੱਲ ਨੂੰ ਜ਼ਿਆਦਾ, ਗਲਤ ਕੰਮਾਂ ਦੇ ਵੱਲ ਨੂੰ ਜ਼ਿਆਦਾ, ਦਿਨ ਭਰ ਰਾਤ ਭਰ ਇਨਸਾਨ ਦੀਆਂ ਸੋਚਾਂ ਜਿਹੜੀਆਂ ਬੁਰਾਈ ਹੀ ਸੋਚਦੀਆਂ ਆ। ਇਸ ਲਈ ਇਹ ਜਿਹੜਾ ਆ खुदावंद ਦੇ ਵੱਲੋਂ ਇੱਕ ਸਿਸਟਮ ਹੁੰਦਾ ਆ ਕਿ ਤਾਂ ਜੋ ਬੰਦਾ ਤੌਬਾ ਕਰੇ, ਤਾਂ ਜੋ ਬੰਦਾ ਸਹੀ ਰੀਤੀ ਦੇ ਨਾਲ ਚੱਲੇ। ਹਾਲੇਲੂਇਆ। ਖੁਦਾ ਤੁਹਾਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਆਪਣਾ ਬਚਾਅ ਰੱਖਣਾ ਆ, खुदावंद यीशु मसीह ਦੇ ਲਹੂ 'ਚ ਆਪਣੇ ਆਪ ਨੂੰ ਕਵਰ ਕਰਨਾ ਆ, ਤਾਂ ਜੋ परमेश्वर ਤੁਹਾਨੂੰ ਆਸ਼ੀਸ਼ ਦੇਵੇ, ਬਲੈਸ ਕਰੇ ਔਰ ਤੁਹਾਨੂੰ ਤੰਦਰੁਸਤੀ ਪ੍ਰਦਾਨ ਕਰੇ, ਔਰ ਤੁਹਾਡੇ ਅੰਗ ਸੰਗ ਹੋਵੇ, ਤੁਹਾਡੇ ਨਾਲ ਹੋਵੇ, ਤਾਂ ਜੋ ਤੁਸੀਂ ਬਚੇ ਰਹੋ ਹਰ ਤਰ੍ਹਾਂ ਦੀ ਬਿਮਾਰੀ ਤੋਂ। ਅਗਰ ਬਿਮਾਰੀ ਆ ਵੀ ਜਾਵੇ, ਦੁੱਖ ਆ ਵੀ ਜਾਵੇ, ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ। ਬਾਈਬਲ ਕਹਿੰਦਾ ਧਰਮੀ ਜਾਂ ਤੇ ਬਿਪਤਾ ਤਾਂ ਆਉਣਗੀਆਂ, ਪਰ ਤੁਹਾਡਾ ਜਿਹੜਾ ਪਰਮੇਸ਼ਵਰ ਆ, ਜਿਉਂਦਾ ਪਰਮੇਸ਼ਵਰ ਆ, ਉਹ ਤੁਹਾਨੂੰ ਕੱਢ ਲੇਗਾ ਉਹਨਾਂ ਬਿਪਤਾ ਦੇ ਵਿੱਚ, ਉਹਨਾਂ ਦੁੱਖਾਂ ਦੇ ਵਿੱਚ। May God bless। खुदा ਤੁਹਾਨੂੰ ਆਸ਼ੀਸ਼ ਦੇਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਬੋਲੋ ਆਮੀਨ। ਆਮੀਨ। God bless।